ਮੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:18 ਹੋਏ ਨੇ ਤੇ 2 ਨਵੰਬਰ ਦਾ ਦਿਨ ਹੈ, ਵਰਾ 2021 ਦਾ ਮੰਗਲਵਾਰ ਹੈ। 17 ਕੱਤਕ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ, ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ ਤੇ ਨਵਕਿਰਨ ਸਿੰਘ ਪੱਤੀ ਹੋਰਾਂ ਤੋਂ ਬਾਅਦ ਕੁਝ ਖਾਸ ਖਬਰਾਂ ਤੋਂ ਬਾਅਦ ਇੱਕ ਵਿਸ਼ਾ ਜਿਹੜਾ ਹਰ ਰੋਜ਼ ਤੁਹਾਨੂੰ ਟੋਂਦਾ ਹੈ, ਉਹ ਪ੍ਰਾਈਵੇਟ ਪਾਰਕਿੰਗ ਲੋਟਸ ਦੇ ਵਿੱਚ ਜਦ ਗੱਡੀ ਖੜੀ ਕਰਦੇ ਹੋ, ਕਿਤੇ ਲੇਟ ਹੋ ਜਾਓ ਤਾਂ ਜਿਹੜਾ ਜੁਰਮਾਨਾ ਹੈ, ਉਸ ਜੁਰਮਾਨੇ ਦੇ ਬਾਰੇ ਕੀ ਹੈ, ਵਕੀਲ ਕੀ ਕਹਿੰਦੇ ਨੇ। ਲੇਟਲੀ ਇੱਕ ਖਬਰ ਹੈ ਜਿਹੜੀ ਸਰੀ ਦੇ ਪਰਿਵਾਰ ਦੇ UBC ਦੇ ਵਿੱਚ ਇੰਪਾਰਕ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਪਾਰਕਿੰਗ ਲੋਟਾਂ ਦੀ ਕੰਪਨੀ, ਪ੍ਰਾਈਵੇਟ ਨਿੱਜੀ ਕੰਪਨੀ ਇੰਪਾਰਕ ਹੈ, ਉਹਦੇ ਵਿੱਚ ਖੜੀ ਗੱਡੀ ਦਾ ਖਰੀਦਿਆ ਹੋਇਆ ਪਾਸ ਕਿਸ ਤਰ੍ਹਾਂ ਉਹਨਾਂ ਨੂੰ ਗੱਡੀ ਖੜੀ ਨਾ ਕਰਨ 'ਤੇ ਵੀ ਪੈਸੇ ਪੈਂਦੇ ਰਹੇ। ਕਲੋਨੀ ਦੀਆਂ ਖਬਰਾਂ ਨੇ, ਕੁਛ ਲੋਕਲ ਖਬਰਾਂ ਨੇ, ਅਤੇ ਤੁਸੀਂ ਵੀ ਇਹਦੇ ਵਿੱਚੋਂ ਕੀ ਇਹ ਫਾਈਨ ਪੇ ਕਰਨਾ ਚਾਹੀਦਾ, ਕੀ ਇਹ ਤੁਹਾਡੇ ਕ੍ਰੈਡਿਟ 'ਤੇ ਆਉਂਦਾ ਹੈ, ਇਸ ਦੇ ਬਾਰੇ ਅੱਜ ਜਾਣਕਾਰੀ ਮੈਂ ਕੁਛ ਦੇਵਾਂਗਾ। ਫਿਰ ਤੁਸੀਂ ਵੀ ਸ਼ਾਮਲ ਹੋਣਾ ਆਪਣੇ ਤਜਰਬੇ ਦੇ ਨਾਲ ਕਿ ਇਹ ਕਿਸ ਤਰ੍ਹਾਂ, ਇਹ ਕੀ ਹੋਣਾ ਚਾਹੀਦਾ। ਇਸ 'ਤੇ ਗੱਲਬਾਤ ਕਰਨੀ 604 204 0600 604204 0600 ਅਤੇ 604 729 1224 WhatsApp 'ਤੇ ਟੈਕਸਟ ਲਈ ਮੇਰਾ ਨੰਬਰ ਹੈ। ਫੁੱਲਾਂ ਵਾਂਗੂ ਉਸਨੇ ਹੀ ਟਹਿਕਣਾ ਇਸ ਦੌਰ ਵਿੱਚ, ਜਾਣਦਾ ਜੋ ਸੂਲੀਆਂ ਨੂੰ ਚੁੰਮਣਾ ਇਸ ਦੌਰ ਵਿੱਚ। ਹਰ ਕਦਮ ਤੇ ਲਟਕਦੇ ਨੇ ਖੂਬਸੂਰਤ ਪਿੰਜਰੇ, ਭੁੱਲ ਗਿਆ ਪੰਛੀ ਵਿਚਾਰਾ ਆਲਣਾ ਇਸ ਦੌਰ ਵਿੱਚ। ਸਿਦਕ ਹੈ, ਈਮਾਨ ਹੈ, ਸਾਡੀ ਤਲੀ ਤੇ ਜਾਨ ਹੈ, ਪਰਖ ਲੈ ਜੋ ਪਰਖਣਾ ਤੂੰ ਦੁਸ਼ਮਣਾ ਇਸ ਦੌਰ ਵਿੱਚ। ਦੋਸ਼ ਪੱਥਰ ਦਾ ਨਹੀਂ ਤੇ ਨਾ ਕਿਸੇ ਵੀ ਫੁੱਲ ਦਾ, ਸ਼ੀਸ਼ਿਆਂ ਤਾਂ ਤਿੜਕਣਾ ਹੀ ਤਿੜਕਣਾ ਇਸ ਦੌਰ ਵਿੱਚ। ਕੀ ਪ੍ਰੋਸੈਸ ਜੰਗਲ ਦੇ ਸਦੀਵੀ ਹੋਣ ਦਾ, ਝੂਮਦੇ ਬਿਰਖਾਂ ਅਚਾਨਕ ਡਿੱਗਣਾ ਇਸ ਦੌਰ ਵਿੱਚ। ਕੌਣ ਹੈ ਇਹ ਕਿਸਨੇ ਸਾਡੇ ਮੱਥਿਆਂ 'ਤੇ ਉਕਰਿਆ, ਗਿੱਲੇ ਗੋਹੇ ਵਾਂਗ ਹਰ ਪਲ ਸੁਲਗਣਾ ਇਸ ਦੌਰ ਵਿੱਚ। ਹੂਕ ਹੈ, ਵਿਰਾਗ ਹੈ, ਇੱਕ ਰਾਗ ਹੈ ਪਰ ਸਾਜ ਨਾ, ਗੀਤ ਨਾ ਇਹ ਦਰਦ ਕਿਸਨੇ ਸਮਝਣਾ ਇਸ ਦੌਰ ਵਿੱਚ। ਮੌਸਮਾਂ ਦਾ ਕਹਿਰ ਹੈ, ਸੂਲਾਂ ਦੀ ਤਿੱਖੀ ਜ਼ਹਿਰ ਹੈ, ਫਿਰ ਵੀ ਫੁੱਲਾਂ ਨੇ ਹਰਦਮ ਮਹਿਕਣਾ ਇਸ ਦੌਰ ਵਿੱਚ। ਫਿਰ ਵੀ ਫੁੱਲਾਂ ਨੇ ਹਰਦਮ ਮਹਿਕਣਾ ਇਸ ਦੌਰ ਵਿੱਚ। ਹਰਦਮ ਸਿੰਘ ਮਾਨ ਲਿਖਦੇ ਨੇ। ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਕਹਿੰਦੇ ਬਜ਼ੁਰਗਾਂ ਦਾ ਸੁਭਾਅ ਜਵਾਕਾਂ ਵਰਗਾ ਹੋ ਜਾਂਦਾ, ਫਿਰ ਕੈਪਟਨ ਉਹਨਾਂ ਨੇ ਬਣਾ ਲਈ ਪਾਰਟੀ। ਜੀ 80 ਸਾਲਾਂ ਦੀ ਉਮਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਨਵੀਂ ਪਾਰਟੀ ਬਣਾ ਕੇ ਦੁਬਾਰੇ ਸੱਤਾ ਦੇ ਵਿੱਚ ਆਉਣ ਨੂੰ ਫਿਰਦੇ ਨੇ। ਦਰਅਸਲ ਗਿੱਲ ਸਾਹਿਬ, ਇਹ ਪਾਰਟੀਆਂ ਬਣਾਉਣ ਦਾ ਵੀ ਬਹੁਤ ਵਾਰ ਜਿਹੜਾ ਰੁਝਾਨ ਆ ਉਹ ਇਸ ਰੂਪ ਦੇ ਵਿੱਚ ਹੁੰਦਾ ਵੀ ਪਾਰਟੀਆਂ ਬਹੁਤੇ ਵਾਰ ਜਿੱਤਣ ਲਈ ਨਹੀਂ ਬਣਾਈਆਂ ਜਾਂਦੀਆਂ, ਦੂਜਿਆਂ ਦੀ ਬੇੜੀ 'ਚ ਪੱਟੇ ਪਾਉਣ ਲਈ ਬਣਾਈਆਂ ਜਾਂਦੀਆਂ। ਜੀ ਸ਼੍ਰੋਮਣੀ ਅਕਾਲੀ ਦਲ 'ਚ ਹੋਇਆ ਏਦਾਂ ਕਈ ਵਾਰ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਰੋਬਰ ਦੇ ਉੱਤੇ ਕਈਆਂ ਨੇ ਪਾਰਟੀ ਬਣਾਈ। ਉਹਨਾਂ ਦਾ ਪਾਰਟੀ ਬਣਾਉਣ ਦਾ ਮਕਸਦ ਸੀਗਾ ਪ੍ਰਕਾਸ਼ ਸਿੰਘ ਬਾਦਲ ਨੂੰ ਪਾਸੇ ਕਰਨਾ। ਟੌੜਾ ਸਾਹਿਬ ਨੇ ਇੱਕ ਵਾਰ ਇਹ ਕੰਮ ਕੀਤਾ ਸੀ ਪਾਰਟੀ ਬਣਾ ਕੇ। ਸਰਜੀਤ ਸਿੰਘ ਬਰਾੜ ਹੋਰਾਂ ਨੇ ਕਈ ਵਾਰ ਇਹ ਕੋਸ਼ਿਸ਼ ਕੀਤੀ, ਰਾਮੂਵਾਲੀਆ ਹੋਰਾਂ ਨੇ ਵੀ ਕੀਤੀ, ਕਈਆਂ ਨੇ ਕੀਤੀ। ਲੇਕਿਨ ਸਥਿਤੀਆਂ ਆਪਣੇ ਸਭ ਦੀਆਂ ਸਾਹਮਣੇ ਨੇ ਕਿ ਜਿਹਨੇ ਪਾਰਟੀ ਬਣਾਈ ਉਹਨਾਂ ਦੀ ਸਥਿਤੀ ਕੋਈ ਬਹੁਤੀ ਮਜ਼ਬੂਤ ਨਹੀਂ ਬਣੀ, ਚਾਹੇ ਉਹ ਰਾਮੂਵਾਲੀਆ ਹੋਣ, ਚਾਹੇ ਉਹ ਮਨਪ੍ਰੀਤ ਬਾਦਲ ਹੋਵੇ, ਚਾਹੇ ਉਹ ਬਰਨਾਲਾ ਪਰਿਵਾਰ ਹੋਵੇ ਜਾਂ ਹੋਰ ਹੋਣ। ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 80 ਸਾਲਾਂ ਦੀ ਉਮਰ ਦੇ ਵਿੱਚ ਆ ਕੇ ਨਵੀਂ ਪਾਰਟੀ ਹੈ ਜਿਹੜੀ ਅੱਜ ਬਣਾ ਲਈ ਹੈ, ਪੰਜਾਬ ਲੋਕ ਕਾਂਗਰਸ। ਉਹਨਾਂ ਨੇ ਜਿਹੜਾ ਇਹਦਾ ਨਾਂ ਰੱਖਿਆ ਗਿੱਲ ਸਾਹਿਬ, ਇਹ ਤੋਂ ਸਾਫ਼ ਆ ਕਿ ਉਹ ਕਾਂਗਰਸ ਪਾਰਟੀ ਨੂੰ ਨੁਕਸਾਨ ਕਰਨਾ ਚਾਹੁੰਦੇ ਨੇ ਇਲੈਕਸ਼ਨ ਦੇ ਵਿੱਚ। ਦੂਸਰਾ, ਸ਼ਾਇਦ ਤਰਨਮੂਲ ਕਾਂਗਰਸ ਦਾ ਜਿਹੜਾ ਪ੍ਰੋਜੈਕਟ ਆ ਉਹ ਵੀ ਇਹਨਾਂ ਦੇ ਜੇਲ੍ਹ 'ਚ ਹੋ ਗਈ ਕਿ ਉਹ ਕਾਮਯਾਬ ਹੋ ਗਈ ਸੀ, ਕਾਂਗਰਸ 'ਚੋਂ ਅੱਡ ਹੋ ਕੇ ਤਰਨਮੂਲ ਕਾਂਗਰਸ ਨਾਂ ਰੱਖਿਆ ਔਰ ਪੱਛਮੀ ਬੰਗਾਲ ਦੀ ਸੱਤਾ ਤੱਕ ਪਹੁੰਚੀ। ਪਰ ਜਿਸ ਤਰੀਕੇ ਨਾਲ BJP ਦੇ ਸੰਘ ਦੇ ਖਿਲਾਫ ਉਹ ਦਹਾੜ ਰਹੀ ਅੱਜ, ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਉਹਨਾਂ ਨਾਲ ਮੁਲਾਕਾਤ ਕਰਦੇ ਤੁਰੇ ਫਿਰਦੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿਵੇਂ ਰਾਸ਼ਟਰਵਾਦ ਨੂੰ ਇੱਕ ਤਰੀਕੇ ਦੇ ਨਾਲ ਪੰਜਾਬ 'ਚ ਲਿਆਉਣਾ ਚਾਹੁੰਦੇ ਨੇ, ਤਾਂ ਮਮਤਾ ਬੈਨਰਜੀ ਤਾਂ ਬਰੋਬਰ ਹੋਈ ਖੜੀ ਆ ਉਹਨਾਂ ਦੇ ਪੈਰਲਲ ਤੌਰ ਦੇ ਉੱਤੇ ਮੂਹਰੇ ਖੜਦੀ ਹੈ। CBI ਨੂੰ ਫੜ ਕੇ
ਅਰੈਸਟ ਕਰ ਲਿਆ ਸੀ ਉਹਨੇ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਸ਼ਾਇਦ ਉਸ ਪਾਸੋਂ ਸੋਚਦੇ ਹੋਣ। ਖੈਰ, ਅੱਜ 7 ਪੇਜਾਂ ਦੀ ਇੱਕ ਚਿੱਠੀ ਲਿਖੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੋਨੀਆ ਗਾਂਧੀ ਦੇ ਨਾਲ। ਜਿਹੜੀ ਗੱਲ ਸਾਹਿਬ ਉਹ 7 ਪੇਜਾਂ ਦੀ ਚਿੱਠੀ ਲਿਖੀ, ਮੈਂ ਚਿੱਠੀ ਪੜ੍ਹੀ ਹੈ ਸੋਸ਼ਲ ਮੀਡੀਆ ਦੇ ਉੱਤੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਦੇ ਫੇਸਬੁੱਕ ਪੇਜ ਦੇ ਉੱਤੇ ਵੀ ਪਾਈ ਹੈ ਉਹ 7 ਪੇਜਾਂ ਦੀ ਚਿੱਠੀ ਜਿਹੜੀ ਸੋਨੀਆ ਗਾਂਧੀ ਨੂੰ ਭੇਜੀ ਹੈ। ਉਸ 'ਚ ਉਹਨਾਂ ਨੇ ਸੋਨੀਆ ਗਾਂਧੀ ਨੂੰ ਸੰਬੋਧਨ ਹੋ ਕੇ 7 ਪੇਜਾਂ ਦੇ ਵਿੱਚ ਲਿਖਿਆ। ਇੱਕ ਤਾਂ ਇਹ ਉਹ ਕਹਿੰਦਾ ਵੀ ਮੈਨੂੰ ਤੁਹਾਡੀ ਜਿਹੜੀ ਮਾੜੀ ਨੀਅਤ ਦੀ ਬਦਬੂ ਆ ਰਹੀ ਆ। ਸਭ ਤੋਂ ਮਾੜਾ ਕਾਰਾ ਕਹਿੰਦਾ ਉਹ ਸੀ ਜਦੋਂ ਅੱਧੀ ਰਾਤ ਨੂੰ ਤੁਸੀਂ CLP ਦੀ ਬੈਠਕ ਬੁਲਾਈ। ਪ੍ਰਧਾਨ ਲੀਡਰ ਮੈਂ ਕਹਿੰਦਾ CLP ਦਾ, ਵਿਧਾਇਕ ਸੱਦਣ ਜਾਂ ਉਹਨਾਂ ਦੀ ਮੀਟਿੰਗ ਸੱਦਣ ਦੀ ਜ਼ਿੰਮੇਵਾਰੀ ਮੇਰੀ, ਕਹਿੰਦਾ ਪਰ ਤੁਸੀਂ ਸੱਦ ਲਈ ਔਰ ਇਹ ਮੇਰੇ ਨਾਲ ਅਪਮਾਨਜਨਕ ਕੀਤਾ। ਇੱਕ ਬਜ਼ੁਰਗ ਸੈਨਿਕ ਨੂੰ ਨੀਚਾ ਦਿਖਾਉਣਾ ਤੇ ਅਪਮਾਨਿਤ ਕਰਨਾ ਤੁਹਾਡਾ ਇਰਾਦਾ ਸੀ ਔਰ ਇਹ 'ਚ ਕਹਿੰਦਾ ਤੁਸੀਂ ਤੇ ਤੁਹਾਡੇ ਜਵਾਕ ਦੋਨੇ, ਯਾਨੀ ਕਿ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੋਨੇ ਇਨਵੋਲਵ ਸੀ। 52 ਸਾਲ ਹੋ ਗਏ ਕਹਿੰਦਾ ਮੈਨੂੰ ਸਿਆਸਤ ਦੇ ਵਿੱਚ ਆਇਆ ਨੂੰ, ਤੁਸੀਂ ਮੈਨੂੰ ਜਾਣਦੇ ਹੋ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਮੈਂ ਜਦੋਂ ਫੌਜ ਦੇ ਵਿੱਚੋਂ ਆਇਆ ਉਸ ਵਕਤ ਮੇਰੀ ਮਾਤਾ ਮੈਂਬਰ ਪਾਰਲੀਮੈਂਟ ਸੀ, ਮੇਰੇ ਪਿਤਾ ਜੀ ਇਨਵੋਲਵ ਸੀ, ਮੇਰਾ ਬ੍ਰਦਰ ਆਰਮੀ ਸੀ ਔਰ ਮੈਂ 52 ਸਾਲ ਤੋਂ ਤੁਹਾਨੂੰ ਜਾਣਦਾ ਪਰ ਤੁਸੀਂ ਮੇਰੇ ਨਾਲ ਠੀਕ ਨਹੀਂ ਕੀਤਾ। ਔਰ ਕਹਿੰਦਾ ਇਤਰਾਜ਼ ਦੇ ਬਾਵਜੂਦ ਤੁਸੀਂ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ। ਨਵਜੋਤ ਸਿੱਧੂ ਪਾਕਿਸਤਾਨ ਹਮਾਇਤੀ ਆ, ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਦੇ ਵਿੱਚ ਲਿਖਦੇ ਨੇ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਵੀ ਨਵਜੋਤ ਸਿੱਧੂ ਮੇਰੇ ਖਿਲਾਫ ਬੋਲਦਾ ਰਿਹਾ, ਮੈਂ ਉਹਦੇ ਪਿਤਾ ਦੀ ਉਮਰ ਦਾ ਹੈਗਾਗਾ ਤੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਉਹਨੂੰ ਸ਼ਹਿ ਦਿੰਦੇ ਰਹੇ। ਖੈਰ ਜੋ ਵੀ ਹੋਵੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਤੁਸੀਂ ਐਮਰਜੈਂਸੀ ਵਰਗੇ ਹਾਲਾਤ ਬਣਾਏ। ਇੱਕ ਗੱਲ ਜਿਹੜੀ ਦਿਲ ਸਾਹਿਬ ਮੈਨੂੰ ਬੜੀ ਚਿੱਠੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲੀ ਚੀਜ਼ ਸੀ, ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਅੱਜ ਕਹਿ ਰਿਹਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪੁੱਛਣਾ ਚਾਹੀਦਾ ਕਿ ਭਾਈ ਤੁਸੀਂ ਉਦੋਂ ਕਿੱਥੇ ਸੀ। ਕਹਿੰਦਾ ਮੇਰੀ ਵਜ਼ਾਰਤ ਦੇ ਵਿੱਚ 4.5 ਸਾਲ ਦੌਰਾਨ ਮੇਰੇ ਵਿਧਾਇਕ ਤੇ ਮੰਤਰੀ ਕਰਪਸ਼ਨ 'ਚ ਇਨਵੋਲਵ ਸੀ, ਮਾਫੀਆ 'ਚ ਇਨਵੋਲਵ ਸੀ। ਅੱਜ ਬੋਲ ਰਿਹਾ ਉਹ ਗਿੱਲ ਸਾਹਿਬ ਜਿਹੜੇ ਪਿਛਲੇ ਦਿਨਾਂ 'ਚ ਮਿਲ ਕੇ ਆਏ ਨਾ, ਰਾਹੁਲ ਗਾਂਧੀ ਨੂੰ ਕਹਿ ਕੇ ਆਏ ਆ, ਜਿਹੜੇ ਨਾਲ ਜਾਮ ਛਲਕਾਉਂਦੇ ਸੀ ਵੀ ਅਸੀਂ ਕਾਂਗਰਸੀ ਰਹਾਂਗੇ, ਉਹਨਾਂ ਦੀ ਅਰਗੂਮੈਂਟ ਕਰ ਰਿਹਾ। ਕਹਿੰਦਾ ਮੈਂ ਉਦੋਂ ਕਾਰਵਾਈ ਨਹੀਂ ਕੀਤੀ, ਮੈਨੂੰ ਕਰਨੀ ਚਾਹੀਦੀ ਸੀ। ਅੱਜ ਉਹ ਗੱਲ ਕਰ ਰਿਹਾ। ਖੈਰ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਹ ਚਿੱਠੀ ਤੋਂ ਬਾਅਦ, ਨਵੀਂ ਪਾਰਟੀ ਬਣਾਉਣ ਤੋਂ ਬਾਅਦ, ਪੰਜਾਬ ਲੋਕ ਕਾਂਗਰਸ ਬਣਾਉਣ ਤੋਂ ਬਾਅਦ ਅੱਜ ਕਾਂਗਰਸ 'ਚ ਬਹੁਤ ਹਲਚਲ ਹੋਈ। ਸ਼ਾਮ ਨੂੰ ਹੁਣੇ 5 ਮਿੰਟ ਪਹਿਲਾਂ ਮੀਟਿੰਗ ਖਤਮ ਹੋਈ ਹੈ, ਚੰਡੀਗੜ੍ਹ 'ਚ ਮੀਟਿੰਗ ਹੰਗਾਮੀ ਬੁਲਾਈ ਗਈ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਪਹੁੰਚੇ, ਸਾਰੇ ਵਿਧਾਇਕ ਨਵਜੋਤ ਸਿੱਧੂ, ਚਰਨਜੀਤ ਚੰਨੀ, ਸਾਰਿਆਂ ਨਾਲ ਗੱਲਬਾਤ ਕੀਤੀ। ਪਿਛਲੇ ਦਿਨਾਂ ਦੇ ਵਿੱਚ ਮੁਹੰਮਦ ਸਦੀਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਜ਼ਰ ਆਏ ਸੀ, ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਬੁਲਾਇਆ ਗਿਆ, ਉੱਥੇ ਪੂਰੀ ਕਲਾਸ ਲਾਈ। ਇਹ ਕੋਸ਼ਿਸ਼ ਕੀਤੀ ਕਿ ਕੀ ਕੋਈ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਸਕਦਾ, ਪਰ ਜਦੋਂ ਇਹ ਤਸੱਲੀ ਹੋ ਗਈ ਕਿ ਕੋਈ ਨਹੀਂ ਜਾਂਦਾ ਵਿਧਾਇਕਾਂ 'ਚੋਂ, ਕੋਈ ਨਹੀਂ ਜਾਂਦਾ ਮੈਂਬਰ ਪਾਰਲੀਮੈਂਟਾਂ 'ਚ, ਉਸ ਤੋਂ ਬਾਅਦ ਉਹਨਾਂ ਨੂੰ ਜਾਣ ਦਿੱਤਾ ਗਿਆ। ਤਾਂ ਕਾਂਗਰਸ ਪਾਰਟੀ ਇਹ ਬਚਾਅ ਕਰਨ ਦੀ ਕੋਸ਼ਿਸ਼ 'ਚ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਾਂਦੇ ਜਾਂਦੇ ਕੋਈ ਨੁਕਸਾਨ ਨਾ ਕਰ ਦੇਣ ਕਾਂਗਰਸ ਦਾ। ਜੀ, ਤੁੰਬੀ ਤੋਂ TC ਦਾ ਸਫ਼ਰ ਹੈ। ਸਦੀਕ ਵੀ 1772 ਹੋਇਆ ਹੈ ਤੇ ਪਿਛਲੇ ਦਿਨੀ ਉਹਦੀਆਂ ਵੀ ਗੱਲਾਂ ਲੋਕਾਂ ਨੂੰ ਬੜੀਆਂ ਚੁਭੀਆਂ। ਬੰਦੇ ਨੂੰ ਕੁਦਰਤ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਕਿੱਥੇ ਤੁਸੀਂ ਸਟੇਜਾਂ 'ਤੇ ਗਾਉਂਦੇ ਫਿਰਦੇ ਹੋ ਤੇ ਤੂੰਬੀਆਂ ਚੱਕੀ ਫਿਰਦੇ ਹੋ, ਕਿੱਥੇ ਰੈੱਡ ਲਾਈਟ ਵਾਲੀਆਂ ਗੱਡੀਆਂ ਤੁਹਾਨੂੰ ਮਿਲ ਗਈਆਂ, ਥੈਂ ਰਹਿਣਾ ਚਾਹੀਦਾ। ਅੱਛਾ ਸਰ ਨਵਕਿੰਨ ਸਿੰਘ ਜੀ, ਬਦਰੀਨਾਥ ਕੇਦਾਰਨਾਥ ਧਾਮ ਨੇ ਦੇਵ ਭੂਮੀ ਦੇ ਉੱਪਰ ਰਿਸ਼ੀਕੇਸ਼ ਤੋਂ ਉੱਪਰਲੇ ਬੰਨੇ, ਤੇ ਕੇਦਾਰਨਾਥ ਦੀ ਯਾਤਰਾ ਕਿਵੇਂ ਕਰਕੇ ਆਏ ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ? ਹੈਲੀਕਾਪਟਰ ਤੇ ਚੜ੍ਹ ਗਏ? ਜੀ ਗੱਲ ਜੀ ਅਸਲ 'ਚ ਨਾ ਗੱਲ ਸਾਹਿਬ, ਜਿੱਥੋਂ ਤੱਕ ਮੈਨੂੰ ਲੱਗਦਾ ਕੇਦਾਰਨਾਥ ਪੈਂਦਾ ਉੱਤਰਾਖੰਡ 'ਚ। ਉੱਤਰਾਖੰਡ ਦਾ ਜਿਹੜਾ ਹਰੀਸ਼ ਰਾਵਤ ਆ ਉਹ ਰਿਹਾ ਪੰਜਾਬ ਕਾਂਗਰਸ ਦਾ ਇੰਚਾਰਜ ਜੀ। ਪਿਛਲੇ ਦਿਨਾਂ ਦੇ ਵਿੱਚ ਉਹਨੇ ਕਾਂਗਰਸ ਹਾਈ ਕਮਾਂਡ ਨੂੰ ਗੁਹਾਰ ਲਾਈ। ਉਹ ਕਹਿੰਦਾ ਜੇ ਉੱਤਰਾਖੰਡ ਜਿੱਤਣਾ ਤਾਂ ਮੈਨੂੰ ਪੰਜਾਬ ਇੰਚਾਰਜ ਤੋਂ ਛੁੱਟੀ ਦਿਓ। ਗਿੱਲ ਸਾਹਿਬ ਉਹ ਪਹੁੰਚਦਾ ਬਾਅਦ 'ਚ ਸੀ ਦੇਹਰਾਦੂਨ, ਉਦੋਂ ਪਹਿਲਾਂ ਫੋਨ ਵਗ ਜਾਂਦਾ ਸੀ ਵੀ ਆ ਜਾ ਫਲਾਨਾ ਰੁੱਸ ਗਿਆ, ਉਹ ਮੁੜਿਆ ਆਉਂਦਾ ਸੀ। ਹੁਣ ਉਹਦੀ ਥਾਂ ਤੇ ਹਰੀਸ਼ ਚੌਧਰੀ ਲਾਤਾ ਪੰਜਾਬ ਦਾ ਇੰਚਾਰਜ। ਹਰੀਸ਼ ਚੌਧਰੀ ਰਾਜਸਥਾਨ ਤੋਂ ਹੈ, ਇਹ ਤੋਂ ਮਸਲਾ ਹੱਲ ਨਹੀਂ ਹੋ ਰਿਹਾ। ਤਾਂ ਹੁਣ ਕੱਲ ਜਦੋਂ ਚਰਨਜੀਤ ਚੰਨੀ ਹੋਰਾਂ ਨੇ 3 ਰੁਪਏ ਪ੍ਰਤੀ ਯੂਨਿਟ ਘਟਾਈ ਬਿਜਲੀ ਦੀ, ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਦੂਜੇ ਪਾਸੇ ਹੋ ਗਿਆ ਸ਼ੁਰੂ। ਨਵਜੋਤ ਸਿੰਘ ਸਿੱਧੂ ਨੇ ਨਾਰਾਜ਼ਗੀ ਜ਼ਾਹਰ ਕੀਤੀ, ਹਮਲਾਵਰ ਰੁਖ ਅਪਣਾਇਆ ਔਰ ਕਹਿੰਦਾ ਕਿ ਚੋਣਾਂ ਤੋਂ ਪਹਿਲਾਂ ਐਲਾਨ ਕਰਨ ਵਾਲੇ ਲੋਕਾਂ ਕੋਲੇ ਕੋਈ ਰੋਡ ਮੈਪ ਹੈ, ਪੰਜਾਬ ਨੂੰ ਦਲਦਲ 'ਚੋਂ ਕੌਣ ਕੱਢੂ, ਇਸ ਬਾਰੇ ਐਲਾਨ ਕਰਨ ਵਾਲੇ ਲੋਕਾਂ ਕੋਲੇ ਕੋਈ ਰੋਡ ਮੈਪ ਨਜ਼ਰ ਨਹੀਂ ਆਉਂਦਾ। ਉਹਨੇ ਪੈਨਸ਼ਨਾਂ ਤੇ ਸਵਾਲ ਉਠਾਏ, ਇਹ ਐਲਾਨ ਕੀਤਾ ਜੇ ਦੁਬਾਰਾ ਵਿਧਾਇਕ ਚੁਣੇ ਜਾਂਦੇ ਆ ਤਾਂ ਡਬਲ ਪੈਨਸ਼ਨ ਦਾ ਹੱਕ ਛੱਡ ਦੇਣਗੇ।
ਇਹ ਤੋਂ ਬਾਅਦ ਅੱਜ ਮੈਨੂੰ ਤਾਂ ਇਉਂ ਲੱਗਦਾ ਹਰੀਸ਼ ਚੌਧਰੀ ਨੇ ਸੱਦੇ ਸੀ। ਹਰੀਸ਼ ਚੌਧਰੀ ਨਾਲ ਲੈ ਕੇ ਗਿਆ ਸੀ ਹਰੀਸ਼ ਰਾਵਤ ਕੋਲੇ, ਔਰ ਹਰੀਸ਼ ਰਾਵਤ, ਹਰੀਸ਼ ਚੌਧਰੀ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ, ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਉੱਥੇ ਬਹਿ ਕੇ ਮਸਲਾ ਡਿਸਕਸ ਹੋਇਆ। ਉਸ ਤੋਂ ਬਾਅਦ ਕੇਦਾਰਨਾਥ ਜਾ ਕੇ ਮੱਥਾ ਟੇਕਿਆ। ਤੇ ਇਹ ਮਸਲਾ ਇਉਂ ਹੋਇਆ ਕਿਉਂਕਿ ਜੇ ਸਿੱਧਾ ਕਹਿੰਦੇ ਨਾ ਵੀ ਉੱਤਰਾਖੰਡ ਸੱਦ ਲਏ ਹਰੀਸ਼ ਰਾਵਤ ਨੇ, ਫੇਰ ਮਸਲਾ ਇਹ ਜਾਣਾ ਸੀ ਵੀ ਤੀਜੇ ਦਿਨ ਰਾਹੁਲ ਗਾਂਧੀ ਸੱਦ ਲੈਂਦਾ ਦਿੱਲੀ ਮੁੱਖ ਮੰਤਰੀ ਨੂੰ, ਤੇ ਹੁਣ ਹਰੀਸ਼ ਰਾਵਤ ਵੀ ਸੱਦਣ ਲੱਗ ਗਿਆ। ਤੇ ਉੱਥੋਂ ਗਿੱਲ ਸਾਹਿਬ ਇਕੱਠੇ ਗਏ ਨੇ ਕੇਦਾਰਨਾਥ, ਕੇਦਾਰਨਾਥ ਦੇ ਦਰਸ਼ਨ ਕੀਤੇ ਨੇ, ਮੱਥਾ ਟੇਕਿਆ, ਉੱਥੇ ਵੀ ਇਕੱਠੇ ਸੀਗੇ ਇਹ। ਔਰ ਉਦੋਂ ਉੱਥੇ ਜ਼ਰੂਰ ਹੈ ਕਿ ਹਰੀਸ਼ ਰਾਵਤ ਨੇ ਦੋਨਾਂ 'ਚ ਸੁਲਾਹ ਕਰਾ ਦਿੱਤੀ ਹੈ, ਇੱਕ ਵਾਰ ਮਸਲਾ ਸੈੱਟ ਹੋ ਗਿਆ। ਅੱਜ ਕਿਉਂਕਿ ਉਧਰੋਂ ਇਹਨਾਂ ਨੂੰ ਪਤਾ ਸੀ ਕੈਪਟਨ ਅਮਰਿੰਦਰ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ, ਜਿਹਨਾਂ ਨੂੰ ਪਤਾ ਸੀ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣ ਜਾ ਰਿਹਾ, ਇਸ ਕਰਕੇ ਕੈਪਟਨ ਅਮਰਿੰਦਰ ਦੇ ਨਵੀਂ ਪਾਰਟੀ ਅਨਾਊਂਸ ਕਰਨ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨੂੰ ਇਕੱਠੇ ਦਿਖਾਉਣਾ ਬਹੁਤ ਜ਼ਰੂਰੀ ਸੀ। ਲੇਕਿਨ ਗੱਲ ਗਿੱਲ ਸਾਹਿਬ ਉਹੀ ਹੋਈ, ਉਸ ਤੋਂ ਬਾਅਦ ਵੀ ਜਿਹਦਾ ਡਰ ਸੀ ਇਹਨਾਂ ਦੋਨਾਂ ਨੂੰ ਤਾਂ ਇਕੱਠੇ ਦਿਖਾਤਾ, ਪਰ ਹਰੀਸ਼ ਰਾਵਤ, ਹਰੀਸ਼ ਚੌਧਰੀ ਤੇ ਸਿੱਧੂ ਤੇ ਇਸ ਤੋਂ ਇਲਾਵਾ ਚੰਨੀ ਨੂੰ ਇਕੱਠੇ ਦੇਖ ਕੇ ਸੁਨੀਲ ਜਾਖੜ ਤੋਂ ਰਿਹਾ ਨਹੀਂ ਗਿਆ, ਉਹਨੇ ਟਵੀਟ ਕਰਤਾ। ਉਹ ਔਖਾ ਹੋ ਗਿਆ। ਸੁਨੀਲ ਜਾਖੜ ਨੇ ਗਿੱਲ ਸਾਹਿਬ ਜਿਹੜਾ ਟਵੀਟ ਕੀਤਾ ਨਾ ਸੋਸ਼ਲ ਮੀਡੀਆ ਦੇ ਉੱਤੇ, ਉਹਨੇ ਸਿਆਸੀ ਦਰਸ਼ਨ ਕਿਹਾ ਇਹਨੂੰ ਔਰ ਕਮੈਂਟ ਕੀਤਾ ਉਹਦੇ ਤੇ। ਉਸ ਤੋਂ ਬਾਅਦ ਰਵਨੀਤ ਬਿੱਟੂ ਤਾਂ ਉਹਨੂੰ ਲੱਗਦਾ ਵੀ ਉਸ ਤੋਂ ਬਾਅਦ ਤਾਂ ਮੈਂ ਆ CM ਕੈਂਡੀਡੇਟ, ਉਹਨੇ ਵੀ ਇਸ ਗੱਲ ਦੇ ਉੱਤੇ ਸੋਸ਼ਲ ਮੀਡੀਆ ਤੇ ਨਾਰਾਜ਼ਗੀ ਪ੍ਰਗਟ ਕਰਤੀ। ਉਹ ਦੋਨੇ ਬੰਦੇ ਨਾਰਾਜ਼ ਨਜ਼ਰ ਆ ਰਹੇ ਨੇ। ਗਿੱਲ ਸਾਹਿਬ ਕਾਂਗਰਸ ਪਾਰਟੀ ਦੇ ਲਈ ਸੰਕੇਤ ਆਉਣ ਵਾਲੇ ਦਿਨਾਂ 'ਚ ਸਭ ਅੱਛਾ ਹੈ ਦੇ ਨਹੀਂ ਨਜ਼ਰ ਆ ਰਹੇ। ਬਾਜਵਾ ਭਰਾ ਅਜੇ ਤੱਕ ਚੁੱਪ ਨੇ, ਉਹਨਾਂ ਨੇ ਕਿਸੇ ਪਾਸਿਓਂ ਕੋਈ ਪੱਤੇ ਨਹੀਂ ਖੋਲੇ ਅਜੇ ਤੱਕ। ਸੁਨੀਲ ਜਾਖੜ ਹਰੇਕ ਗੱਲ ਦੇ ਉੱਤੇ ਵਿਰੋਧ ਜਤਾ ਰਿਹਾ। ਰਵਨੀਤ ਬਿੱਟੂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲਗਾਤਾਰ ਬੋਲਦਾ ਨਜ਼ਰ ਆ ਰਿਹਾ ਹੈ, ਤੇ ਸੁਖਪਾਲ ਸਿੰਘ ਖਹਿਰਾ ਪਾਸੇ ਹੋਇਆ ਬੈਠਾ ਅੱਜ ਦੇ ਸਮੇਂ ਦੇ ਵਿੱਚ। ਸੋ ਕਾਫੀ ਕੁਛ ਇੱਦਾਂ ਦਾ ਚੱਲ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਅੰਦਰ ਖਾਤੇ, ਜਿਹੜਾ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਊ। ਇਹ ਜ਼ਰੂਰ ਆ ਕਿ ਅੱਜ ਨਵਜੋਤ ਸਿੱਧੂ ਤੇ ਚੰਨੀ ਕਾਂਗਰਸ ਪਾਰਟੀ ਨੇ ਇੱਕ ਵਾਰ ਕੇਦਾਰਨਾਥ ਧਾਮ ਵਿਖੇ ਇਕੱਠੇ ਕਰਤੇ ਜੀ। ਬਾਜਵੇ ਭਰਾਵਾਂ, ਵੱਡੇ ਬਾਜਵੇ ਦਾ ਤਾਂ ਬਹੁਤ ਮਾਣ ਸੂਤ ਸੀ। ਅਖੀਰਲੇ ਸਮੇਂ ਅਮਰਿੰਦਰ ਵੱਲ ਜਾ ਕੇ ਉਹਨੇ ਖਰਾਬ ਕਰ ਲਿਆ ਸਾਰਾ ਕੁਝ, ਤੇ ਹੁਣ ਉਡੀਕਦੇ ਨੇ ਬੈਠੇ ਸਾਰੇ ਹੀ। ਅਸਲ ਸ਼ਿਸ਼ਤ 'ਤੇ ਬੈਠੇ ਆ, ਸ਼ਿਸ਼ਤ 'ਤੇ ਬੈਠੇ ਆ। CM ਦੀ ਗੱਦੀ ਦੇਖ ਰਹੇ ਨੇ ਸਾਰੇ 27 ਦੀਆਂ ਇਲੈਕਸ਼ਨਾਂ ਲਈ। ਪੰਗਾ ਇਹ ਪਿਆ ਹੋਇਆ। ਅੱਛਾ, ਐਡਵੋਕੇਟ ਜਨਰਲ APS ਦਿਓਲ ਨੇ ਦੇਤਾ ਜੀ ਰਿਜ਼ਾਈਨ ਫਿਰ? ਜੀ ਗਿੱਲ ਸਾਹਿਬ, ਉਹਨੇ ਰਿਜ਼ਾਈਨ ਦੇ ਦਿੱਤਾ, ਅਸਤੀਫਾ ਦੇ ਦਿੱਤਾ। ਨਵੇਂ ਐਡਵੋਕੇਟ ਜਨਰਲ ਦੀ ਭਾਲ ਕੀਤੀ ਜਾ ਰਹੀ ਹੈ। ਉਦੋਂ ਤੱਕ ਉਹਨੂੰ ਅਹੁਦੇ ਦੇ ਉੱਤੇ ਬਣੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਹੈਗਾ। ਅੱਜ ਸ਼ਾਮ ਉਹ ਵੀ ਮਿਲਿਆ ਚਰਨਜੀਤ ਚੰਨੀ ਹੋਰਾਂ ਨੂੰ, ਔਰ 2 ਮਿੰਟ ਬਾਅਦ ਉਹ ਵਾਪਸ ਚਲਿਆ ਗਿਆ। ਉਹਨੇ ਭਾਵੇਂ ਇਹ ਕਿਹਾ ਕਿ ਮੈਂ ਨਿੱਜੀ ਕਾਰਨਾਂ ਕਰਕੇ ਦਿੱਤਾ ਅਸਤੀਫਾ, ਪਰ ਨਜ਼ਰ ਇਹ ਪੈ ਰਿਹਾ ਕਿ ਅੱਜ ਜਿਹੜੀ ਨਵਜੋਤ ਸਿੱਧੂ ਨਾਲ ਸੁਲਾਹ ਹੋਈ ਆ ਉਹਦੇ 'ਚ ਸਿੱਧੂ ਆਪਦੀ ਗੱਲ ਪੁਗਾ ਗਿਆ। ਉਹਦੇ 'ਚ ਲੱਗਦਾ ਇਹ ਆ ਕਿ ਨਵਜੋਤ ਸਿੰਘ ਸਿੱਧੂ, ਕਿਉਂਕਿ ਐਡਵੋਕੇਟ ਜਨਰਲ ਦੇ ਉੱਤੇ ਉਹਨੇ ਸਿੱਧੇ ਤੌਰ ਤੇ ਪਹਿਲੇ ਦਿਨ ਹੀ ਸਵਾਲ ਉਠਾਤਾ ਸੀ ਕਿ ਜਿਹੜਾ ਸਮੇਤ ਸਿੰਘ ਸੈਣੀ ਦੇ ਨੇੜੇ ਹੋਵੇ, ਜਿਹਨੇ ਉਮਰਾ ਨੰਗਲ ਦੀ ਪਿਛਲੇ ਦਿਨਾਂ 'ਚ ਜ਼ਮਾਨਤ ਕਰਾਈ ਹੋਵੇ, ਉਹ ਬੰਦੇ ਨੂੰ ਐਡਵੋਕੇਟ ਜਨਰਲ ਕਿਵੇਂ ਲਾਇਆ ਜਾ ਸਕਦਾ। ਔਰ ਸਿੱਧੂ ਆਪਦੀ ਗੱਲ ਦੇ ਉੱਤੇ ਅੜਿਆ ਰਿਹਾ। ਉਹਦੇ 'ਚੋਂ ਇਹੀ ਨਜ਼ਰ ਆ ਰਿਹਾ ਜੀ ਕਿ ਸਿੱਧੂ ਆਪਦੀ ਗੱਲ ਪੁਗਾ ਗਿਆ ਤੇ ਐਡਵੋਕੇਟ ਜਨਰਲ ਦੀ ਛੁੱਟੀ ਹੋ ਚੁੱਕੀ ਆ, ਉਹਨੇ ਅਸਤੀਫਾ ਦੇ ਦਿੱਤਾ। ਸੋ ਨਵਾਂ ਕੌਣ ਹੋਊਗਾ, ਕੀ ਸਿੱਧੂ ਦਾ ਕੋਈ ਨੇੜਲਾ ਹੋਊਗਾ, ਇਹਦੇ ਤੇ ਨਜ਼ਰਾਂ ਸਭ ਦੀਆਂ ਟਿਕੀਆਂ ਹੋਈਆਂ ਨੇ ਜੀ। ਨਵਕਿਰਨ, ਜ਼ਿਮਨੀ ਚੋਣਾਂ ਦੀ ਜਿਹੜੀ ਕੀ ਨਤੀਜੇ ਨੇ ਜੀ? ਐਲਨਾਬਾਦ ਵਾਲੀ ਸੀਟ ਦਾ ਕੀ ਬਣਿਆ? ਜੀ ਗਿੱਲ ਸਾਹਿਬ, ਜ਼ਿਮਨੀ ਚੋਣਾਂ ਦੇ ਉੱਤੇ ਅੱਜ ਪੂਰਾ ਦਿਨ ਮਾਹੌਲ ਆ ਜਿਹੜਾ ਬਹੁਤ ਇੱਦਾਂ ਦਾ ਬਣਿਆ ਰਿਹਾ ਕਿ ਦੇਖੋ ਕੀ ਬਣਦਾ, ਕਿਉਂਕਿ ਵੱਡੀ ਪੱਧਰ ਦੇ ਉੱਤੇ ਜ਼ਿਮਨੀ ਚੋਣਾਂ ਅੱਜ ਹੋਈਆਂ ਨੇ। ਅੱਜ 29 ਵਿਧਾਨ ਸਭਾ ਸੀਟਾਂ ਤੇ 3 ਜਿਹੜੀਆਂ ਲੋਕ ਸਭਾ ਸੀਟਾਂ, ਟੋਟਲ 13 ਸੂਬਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ ਇਹਦੇ ਤੇ। 3 ਲੋਕ ਸਭਾ ਸੀਟਾਂ ਤੋਂ ਗਿੱਲ ਸਾਹਿਬ ਇੱਕ ਸੀਟ ਸਭ ਤੋਂ ਅਹਿਮ ਸੀ, UT ਦੀ। ਉਹ ਜਿਹੜੀ ਸੀਟ ਆ ਗਿੱਲ ਸਾਹਿਬ, ਆਪਾਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਵੀ ਕੀਤਾ ਸੀਗਾ, ਦਾਦਰਾ ਨਗਰ ਹਵੇਲੀ। ਦਾਦਰਾ ਨਗਰ ਹਵੇਲੀ ਜਿਹੜੀ UT ਪੈਂਦੀ ਆ, ਉੱਥੇ ਭਾਜਪਾ ਦਾ ਪ੍ਰਫੁੱਲ ਪਟੇਲ ਜਿਹੜਾ ਕਾਰਜਕਾਰੀ ਲਾਇਆ ਹੋਇਆ, ਉਹਨੇ ਕਿੱਦਾਂ ਦੇ ਕਾਨੂੰਨ ਲਿਆਂਦੇ। ਮਛੇਰਿਆਂ ਨੂੰ ਆਪਾਂ ਇੱਕ ਦਿਨ ਜ਼ਿਕਰ ਕੀਤਾ ਸੀਗਾ, ਮਛੇਰਿਆਂ ਨੂੰ ਬਹੁਤ ਤੰਗ ਕੀਤਾ, ਉੱਥੋਂ ਦੀ ਸੱਭਿਅਤਾ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਉੱਥੋਂ ਦਾ ਜਿਹੜਾ ਮੈਂਬਰ ਪਾਰਲੀਮੈਂਟ ਸੀ 7 ਵਾਰ ਜਿੱਤਿਆ ਸੀ, ਉਹ ਪਿਛਲੇ ਦਿਨ ਹੀ ਸੁਸਾਈਡ ਕਰ ਗਿਆ ਸੀ, ਆਤਮ ਹੱਤਿਆ ਕਰ ਗਿਆ ਸੀ, ਔਰ ਉਹਨੇ ਇੱਧਰ ਨੂੰ ਇਸ਼ਾਰਾ ਕੀਤਾ ਸੀ ਆਪਦੇ ਖੁਦਕੁਸ਼ੀ ਨੋਟ ਦੇ ਵਿੱਚ। ਉਸ ਤੋਂ ਬਾਅਦ ਗਿੱਲ ਸਾਹਿਬ ਅੱਜ ਉੱਥੇ ਵੀ ਨਤੀਜਾ ਆਇਆਗਾ, ਉੱਥੇ ਭਾਜਪਾ ਹਾਰੀ ਆ, ਔਰ ਉੱਥੇ ਪਹਿਲੀ ਵਾਰ ਇਹ ਹੋਇਆਗਾ ਕਿ ਜਿਹੜੀ ਸ਼ਿਵ ਸੈਨਾ ਗਈ ਉਹ ਮਹਾਰਾਸ਼ਟਰ ਤੋਂ ਬਾਹਰ ਜਿੱਤੀ ਆ। ਸ਼ਿਵ ਸੈਨਾ
ਦੇ ਵੱਲੋਂ ਉਸ ਮੈਂਬਰ ਪਾਰਲੀਮੈਂਟ ਰਹੇ 7 ਵਾਰ, ਉਹਦੀ ਪਤਨੀ ਨੇ ਚੋਣ ਲੜੀ ਸੀਗੀ ਜੀ, ਔਰ ਉਹ ਜਿੱਤ ਗਈ ਆ। ਉਹਦੀ ਪਤਨੀ ਮੋਹਨ ਡੇਲਕਰ ਦੀ ਪਤਨੀ ਕਲਾਵਤੀ ਡੇਲਕਰ ਜਿੱਤ ਗਈ ਆ। ਔਰ ਜਿਹੜੀਆਂ 29 ਵਿਧਾਨ ਸਭਾ ਸੀਟਾਂ ਦੇ ਲਈ ਨਤੀਜੇ ਹੋਏ ਸੀ, ਭਾਵੇਂ ਲਗਭਗ ਅੱਧੀਆਂ ਸੀਟਾਂ ਭਾਜਪਾ ਜਿੱਤ ਗਈ ਆ, ਲੇਕਿਨ ਹਰਿਆਣਾ ਦੇ ਵਿੱਚ ਇੱਕੋ ਇੱਕ ਸੀਟ ਸੀਗੀ ਵਿਧਾਨ ਸਭਾ ਦੀ, ਉੱਥੇ ਭਾਜਪਾ ਹਾਰ ਗਈ। ਉੱਥੇ ਅਨੈਲੋ ਵਾਲੇ ਜਿਹੜੇ ਚਟਾਲਾ ਪਰਿਵਾਰ ਦਾ ਵੀ ਚਟਾਲਾ ਜਿਹੜਾ ਉਹ ਜਿੱਤ ਗਿਆ ਗਾ। ਔਰ ਸਭ ਦੀਆਂ ਨਜ਼ਰਾਂ ਇਹਦੇ ਉੱਤੇ ਲੱਗੀਆਂ ਹੋਈਆਂ ਸੀਗੀਆਂ ਕਿ ਇਹ ਸੀਟ ਦੇ ਉੱਤੇ ਕੀ ਬਣਦਾ। ਇੱਕ ਬੰਨੇ ਕਿਸਾਨ ਵਿਰੋਧ ਕਰ ਰਹੇ ਸੀ ਭਾਜਪਾ ਦਾ, ਉਹ 'ਚ ਇਹ ਲੱਗਦਾ ਸੀ ਕਿ ਹਰਿਆਣਾ 'ਚ ਝੰਡੇ ਗੱਡੇ ਹੋਏ ਨੇ, ਸਾਲ ਹੋ ਗਿਆ ਹਰਿਆਣੇ 'ਚ ਬੈਠਿਆਂ ਨੂੰ। ਜੇ ਇੱਥੇ ਭਾਜਪਾ ਜਿੱਤ ਗਈ ਤਾਂ ਇਹ ਕਿਸਾਨਾਂ ਦੇ ਲਈ ਇੱਕ ਵੱਡੀ ਸਿਰਦਰਦੀ ਖੜੀ ਹੋਊਗੀ, ਤੇ ਕਿਸਾਨਾਂ ਨੇ ਵਿਰੋਧ ਵੀ ਕੀਤਾ ਭਾਜਪਾ ਦਾ। ਔਰ ਅਵੇ ਚਟਾਲਾ ਨੂੰ ਜਿਹੜੀਆਂ 65,897 ਵੋਟਾਂ ਪਈਆਂ ਜੀ, ਭਾਜਪਾ ਨੂੰ 59,199 ਵੋਟਾਂ ਨੇ ਜਿਹੜੀਆਂ ਉਹ ਪਈਆਂ ਨੇ। ਕਾਂਗਰਸ ਦੀ ਜ਼ਮਾਨਤ ਜ਼ਬਤ ਕਰਾ ਗਿਆ ਪਵਨ ਬੈਨੀਪਾਲ, ਉਹਨੂੰ 20,857 ਵੋਟਾਂ ਪਈਆਂ ਨੇ। ਔਰ ਅਵੇ ਚਟਾਲਾ ਨੇ ਸੀਟ ਹੈ ਜਿਹੜੀ 6,708 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਪਰ ਫਿਰ ਵੀ ਗਿੱਲ ਸਾਹਿਬ, ਮੈਨੂੰ ਤਾਂ ਇਉਂ ਲੱਗਦਾ ਕਿ ਭਾਜਪਾ ਸੀਟਾਂ ਫਿਰ ਵੀ ਜਿਹੜੀਆਂ ਵੋਟਾਂ ਨੇ ਕਾਫੀ ਲੈ ਗਈ। 59,000 ਵੋਟਾਂ ਹਰਿਆਣੇ 'ਚ ਭਾਜਪਾ ਨੂੰ ਪੈ ਜਾਣੀਆਂ ਗੋਬਿੰਦ ਕਾਂਡਾ ਵਰਗੇ ਬੰਦੇ ਨੂੰ। ਇਹ ਆਪਣੇ ਆਪ ਦੇ ਲਈ ਸੋਚਣ ਦਾ ਸਵਾਲ ਜ਼ਰੂਰ ਆਗਾ। ਦੂਸਰਾ ਇਹ ਹੈ ਕਿ ਆਪਣੇ ਨੇੜੇ ਤਾਂ ਗਿੱਲ ਸਾਹਿਬ ਦੋਨੇ ਥਾਂ ਉੱਤੇ ਭਾਜਪਾ ਹਾਰੀ ਆ। ਹਿਮਾਚਲ ਦੀਆਂ 3 ਵਿਧਾਨ ਸਭਾ ਸੀਟਾਂ ਸੀ, 1 ਲੋਕ ਸਭਾ ਸੀਟ ਸੀ, 4 ਹੀ ਭਾਜਪਾ ਹਾਰ ਗਈ ਔਰ ਕਾਂਗਰਸ ਪਾਰਟੀ ਜਿੱਤ ਗਈ। ਹਰਿਆਣਾ 'ਚ ਨੈਲੋ ਜਿੱਤ ਗਈ, ਰਾਜਸਥਾਨ 'ਚ ਕਾਂਗਰਸ ਜਿੱਤ ਗਈ, ਪੱਛਮੀ ਬੰਗਾਲ 'ਚ 4 ਸੀਟਾਂ ਦੇ ਉੱਤੇ ਜਿਮਨੀ ਚੋਣ ਹੋਈ, ਉੱਥੇ ਤਰਨਮੂਲ ਕਾਂਗਰਸ ਨੇ 4 ਸੀਟਾਂ ਜਿਹੜੀਆਂ ਉਹ ਜਿੱਤ ਲਈਆਂ ਨੇ। ਸੋ ਅਸਾਮ ਦੇ ਵਿੱਚ ਭਾਜਪਾ ਨੂੰ ਜ਼ਰੂਰ ਚੜ੍ਹਤ ਮਿਲੀ ਹੈ, ਪਰ ਬਾਕੀ ਸੂਬਿਆਂ ਦੇ ਵਿੱਚ ਸਥਿਤੀ ਭਾਜਪਾ ਦੀ ਕੋਈ ਬਹੁਤੀ ਵਧੀਆ ਨਜ਼ਰ ਨਹੀਂ ਆਈ। 5 ਸੀਟਾਂ ਤੇ ਅਸਾਮ 'ਚ ਨਤੀਜੇ ਆਏ ਨੇ, 4 ਤੇ ਪੱਛਮੀ ਬੰਗਾਲ। ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਮੇਘਾਲਿਆ 'ਚ 3 ਸੀਟਾਂ ਸੀ। ਬਿਹਾਰ, ਕਰਨਾਟਕ ਤੇ ਰਾਜਸਥਾਨ 'ਚ 2 ਸੀਟਾਂ ਸੀ। ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਤੇ ਤੇਲੰਗਾਨਾ ਦੇ ਵਿੱਚ 1 ਸੀਟ ਸੀ ਜਿੱਥੇ ਜਿਮਨੀ ਚੋਣਾਂ ਹੋਈਆਂ ਸੀ। ਜੀ ਗਿੱਲ ਸਾਹਿਬ। ਅੱਛਾ ਨਵਕਿਰਨ, ਮਹਾਰਾਸ਼ਟਰ ਦਾ ਭੁਚਾਲ ਜਿਹੜਾ ਪਿਆ, ਕਦੇ ਸ਼ਾਹਰੂਖ ਖਾਨ ਦੀ ਖਬਰ, ਹੁਣ ਅਜੀਤ ਪਵਾਰ ਤੇ ਜਿਹੜਾ ਹੈ ਵੱਡੀ ਕਾਰਵਾਈ ਕੀਤੀ ਹੈ ਜੀ, ਤੇ 1000 ਕਰੋੜ ਦੀ ਸੰਪਤੀ ਜ਼ਬਤ ਹੋਈ ਹੈ। ਜੀ ਜੀ ਗਿੱਲ ਸਾਹਿਬ, ਮਹਾਰਾਸ਼ਟਰ ਦੇ ਵਿੱਚ ਬਹੁਤ ਕੁਝ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ। ਮਹਾਰਾਸ਼ਟਰ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਹ ਦੋਨੇ ਕੇਸਾਂ 'ਚ ਚਰਚਾ ਮਹਾਰਾਸ਼ਟਰ ਦੀ। ਇੱਕ ਤਾਂ ਸ਼ਾਹਰੂਖ ਖਾਨ ਦੇ ਮੁੰਡੇ ਦਾ ਕੇਸ, ਉਹ ਵੀ ਮਹਾਰਾਸ਼ਟਰ ਦਾ, ਔਰ ਸ਼ਾਹਰੂਖ ਖਾਨ ਦੇ ਪੱਖ ਦੇ ਵਿੱਚ ਜਿਹੜਾ NCP ਦਾ ਆਗੂ ਬੋਲ ਰਿਹਾ ਗਾ ਇੱਕ, ਔਰ ਦੂਸਰੇ ਪਾਸੇ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਨੂੰ ਸਿੱਟਣ ਦੇ ਲਈ ਕੇਂਦਰੀ ਏਜੰਸੀਆਂ ਸਰਕਾਰਾਂ ਨਜ਼ਰ ਆ ਰਹੀਆਂ ਨੇ ਲਗਾਤਾਰ। ਗਿੱਲ ਸਾਹਿਬ, ਉੱਥੋਂ ਦਾ ਜਿਹੜਾ ਗ੍ਰਹਿ ਮੰਤਰੀ ਆ ਰਿਹਾ ਮਹਾਰਾਸ਼ਟਰ ਦਾ, ਪਿਛਲੇ ਦਿਨਾਂ ਦੇ ਵਿੱਚ ਉਹਨੂੰ ਅਸਤੀਫਾ ਦੇਣਾ ਪਿਆ, ਉਹ ਅਰੈਸਟ ਕਰ ਲਿਆ ਐਨਫੋਰਸਮੈਂਟ ਡਾਇਰੈਕਟੋਰੇਟ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਦੀ 6 ਨਵੰਬਰ ਤੱਕ ਹਿਰਾਸਤ 'ਚ ਹੈ। ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਦੀ ਗ੍ਰਿਫਤਾਰੀ ਹੋਈ ਆ, ਅਨਿਲ ਦੇਸ਼ਮੁਖ ਦੀ। ਔਰ ਦੂਜੇ ਪਾਸੇ ਗਿੱਲ ਸਾਹਿਬ, ਕਿਉਂਕਿ ਮੈਂ ਇਹ ਚੀਜ਼ ਨੂੰ ਜੇ ਇਹਦਾ ਪਿਛੋਕੜ ਦੱਸਾਂ, ਅੱਜ ਤੋਂ 2 ਸਾਲ ਪਹਿਲਾਂ ਨਵੰਬਰ 2019 ਦੀ ਗੱਲ ਆ। ਮਹਾਰਾਸ਼ਟਰ ਦੇ ਵਿੱਚ ਨਵੰਬਰ 2019 ਦੇ ਵਿੱਚ ਉੱਥੇ ਨਤੀਜੇ ਆਏ ਸੀਗੇ ਇਲੈਕਸ਼ਨ ਦੇ, ਵਿਧਾਨ ਸਭਾ ਇਲੈਕਸ਼ਨ ਦੇ। ਉਸ ਤੋਂ ਬਾਅਦ ਸ਼ਿਵ ਸੈਨਾ, NCP ਤੇ ਕਾਂਗਰਸ ਤਿੰਨਾਂ 'ਚ ਸਹਿਮਤੀ ਬਣੀ ਸੀ ਆਪਾਂ ਸਰਕਾਰ ਬਣਾਉਣੇ ਆ। ਪਰ ਰਾਤੋਂ ਰਾਤ ਸਥਿਤੀ ਬਦਲ ਗਈ ਸੀ। ਸਵੇਰੇ ਪਤਾ ਲੱਗਿਆ ਵੀ ਭਾਜਪਾ ਦਾ ਦੇਵੇਂਦਰ ਫੜਨਵੀਸ ਦੁਬਾਰੇ ਮੁੱਖ ਮੰਤਰੀ ਵਜੋਂ ਸਹੁੰ ਚੱਕ ਗਿਆ, ਔਰ NCP ਦਾ ਅਜੀਤ ਪਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੱਕ ਗਿਆ, ਤੇ NCP ਤੇ ਭਾਜਪਾ ਨੇ ਰਲ ਕੇ ਇਕੱਠਿਆਂ ਸਰਕਾਰ ਬਣਾ ਲਈ। ਉਦੋਂ ਬਾਅਦ ਸ਼ਿਵ ਸੈਨਾ ਤੇ ਕਾਂਗਰਸ ਪਾਰਟੀ ਕਹਿੰਦੇ ਰਾਤ ਤਾਂ ਸਾਡੇ ਨਾਲ ਬਹਿ ਕੇ ਸਰਕਾਰ ਬਣਾ ਕੇ ਗਏ, ਤੜਕੇ ਭਾਜਪਾ ਵਾਲਿਆਂ ਨਾਲ ਬਣਾ ਲਈ। ਉਦੋਂ ਬਾਅਦ ਗਿੱਲ ਸਾਹਿਬ ਇਹਨਾਂ ਨੇ ਦੋਸ਼ ਲਾਇਆ ਵੀ ਇਹਨਾਂ ਨੇ ਉਸ ਨੂੰ ਬਲੈਕਮੇਲ ਕੀਤਾ ਹੈ ਅਜੀਤ ਪਵਾਰ ਨੂੰ, ਉਹਦੇ ਤੇ, ਕਿਉਂਕਿ ਇਹਨਾਂ ਨੇ ਕਿਹਾ ਗਿਆ ਵੀ ਤੈਨੂੰ ਨਹੀਂ ਅਸੀਂ ਚੱਕਾਂਗੇ, ਏਜੰਸੀਆਂ ਦਾ ਉਹਦੇ ਤੇ ਨਿਗਾਹ ਗਈ ਔਰ ਇਸ ਕਰਕੇ ਬਣਾਈ ਆ। ਪਰ ਉਹ ਸਰਕਾਰ ਦੂਜੇ ਦਿਨ ਡਿੱਗ ਪਈ ਸੀ, 2 ਦਿਨ ਹੀ ਚੱਲੀ ਸੀ। ਫਿਰ ਉਸ ਤੋਂ ਬਾਅਦ NCP, ਸ਼ਿਵ ਸੈਨਾ ਤੇ ਕਾਂਗਰਸ ਦੀ ਸਾਂਝੀ ਸਰਕਾਰ ਬਣੀ। ਉਹਦੇ 'ਚ ਫਿਰ ਅਜੀਤ ਪਵਾਰ ਆ ਜਿਹੜਾ, ਉਸ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ। ਅੱਜ ਉਸੇ ਅਜੀਤ ਪਵਾਰ ਦੀ 1000 ਕਰੋੜ ਦੀ ਸੰਪਤੀ ਆ ਜਿਹੜੀ ਉਹ ਜ਼ਬਤ ਕਰ ਲਈ ਆ ਇਨਕਮ ਟੈਕਸ ਡਿਪਾਰਟਮੈਂਟ ਨੇ। ਸੋ ਇਹ ਘਟਨਾਕ੍ਰਮ ਨੂੰ ਸਾਨੂੰ ਇਸ ਰੂਪ ਦੇ ਵਿੱਚ ਸਮਝਿਆ ਜਾ ਸਕਦਾ ਕਿ 2 ਸਾਲ ਤੋਂ ਭਾਜਪਾ ਇਸ ਗੱਲ ਦੇ ਵਿੱਚ ਲੱਗੀ ਹੋਈ ਆ। ਔਰ ਇਹ ਜਿਹੜੀਆਂ, ਜੇ ਤਾਂ ਹੁਣ ਦੇਖੋ ਭਾਜਪਾ ਨਾਲ ਰਲਿਆ ਰਹਿੰਦਾ ਫਿਰ ਤਾਂ ਬਹੁਤ ਦੁੱਧ ਧੋਤਾ ਬੰਦਾ ਸੀ, ਫਿਰ ਤਾਂ ਕੋਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨਹੀਂ ਸੀ ਪੁੱਛਣਾ, ਕੋਈ ਇਨਕਮ ਟੈਕਸ ਡਿਪਾਰਟਮੈਂਟ ਨੇ ਨਹੀਂ ਸੀ ਪੁੱਛਣਾ, ਫਿਰ ਤਾਂ ਉਹਨੂੰ ਕਲੀਨ ਦਾ ਸਰਟੀਫਿਕੇਟ ਮਿਲ ਜਾਣਾ ਸੀ।
ਕਿਉਂਕਿ ਉਹਨਾਂ ਨੇ ਭਾਜਪਾ ਨਾਲ ਰਲ ਕੇ ਸਰਕਾਰ ਨਹੀਂ ਬਣਾਈ, ਕਿਉਂਕਿ ਉਹਨਾਂ ਨੇ ਸ਼ਿਵ ਸੈਨਾ ਤੇ ਕਾਂਗਰਸ ਨਾਲ ਰਲ ਕੇ ਭਾਜਪਾ ਦਾ ਬਦਲ ਦਿੱਤਾ। ਇਸ ਕਰਕੇ ਕੇਂਦਰ ਦੀਆਂ ਏਜੰਸੀਆਂ ਉਹਦੇ ਪਿੱਛੇ ਲੱਗੀਆਂ ਹੋਈਆਂ। ਹੁਣ ਕੇਂਦਰ ਦੀਆਂ ਏਜੰਸੀਆਂ ਦਾ ਇਹੀ ਕੰਮ ਹੋ ਗਿਆ। ਪਹਿਲਾਂ CBI ਬਾਰੇ ਕਿਹਾ ਜਾਂਦਾ ਸੀ ਕਿ ਕੇਂਦਰ ਸਰਕਾਰ ਦਾ ਤੋਤਾ, ਇਹ ਸਾਡੀ ਸੁਪਰੀਮ ਕੋਰਟ ਦਾ ਕਮੈਂਟ ਸੀ CBI ਬਾਰੇ, ਪਰ ਹੁਣ CBI ਤਾਂ ਪਿੱਛੇ ਰਹਿ ਗਈ। ਇਨਫੋਰਸਮੈਂਟ ਡਾਇਰੈਕਟੋਰੇਟ, ਇਨਕਮ ਟੈਕਸ ਡਿਪਾਰਟਮੈਂਟ, ਇਹ ਉਸ ਪਾਸੇ ਨੂੰ ਕਿਉਂ ਜਾਂਦੇ ਨੇ? ਇਹਨਾਂ ਨੂੰ ਭਾਜਪਾ ਵਾਲਾ ਕੋਈ ਕਿਉਂ ਨਹੀਂ ਦਿਸਦਾ? ਕੀ ਇਹ ਨਿਰਪੱਖ ਜਾਂਚ ਕਰਦੇ ਨੇ? ਇਹ ਬੜੇ ਸਵਾਲ ਨੇ ਗਿੱਲ ਸਾਹਿਬ, ਔਰ ਇਹ ਸਵਾਲ ਇਸ ਰੂਪ ਦੇ ਜਾਂਦੇ ਨੇ ਕਿ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਚੱਕ ਕੇ ਇਨਵੋਲਵ ਕਰ ਲਓ। ਲੇਕਿਨ ਜੇ ਭਾਜਪਾ ਦੇ ਵੀ ਬਹੁਤੇ ਵਿਧਾਇਕਾਂ, ਬਹੁਤੇ ਮੰਤਰੀਆਂ, ਬਹੁਤੇ ਮੈਂਬਰ ਪਾਰਲੀਮੈਂਟਾਂ ਤੱਕ ਗੱਲ ਜਾਵੇ, ਜਾਂ ਸੱਤਾਧਾਰੀ ਕੋਈ ਵੀ ਹੋਵੇ, ਕਾਂਗਰਸ ਵੀ ਇਹੀ ਕੰਮ ਕਰਦੀ ਰਹੀ ਹੈ ਜਦੋਂ ਕਾਂਗਰਸ ਸੈਂਟਰ 'ਚ ਸੱਤਾ 'ਚ ਹੁੰਦੀ ਸੀ। ਸੋ ਅੱਜ ਮਹਾਰਾਸ਼ਟਰ ਦੇ ਇਸ ਘਟਨਾਕ੍ਰਮ ਨੂੰ ਇਸ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਕਿ ਲੋਕਤੰਤਰ, ਦੁਨੀਆ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਇਸ ਮੁਲਕ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਉਹ ਕਿਵੇਂ ਕੰਮ ਕਰ ਰਹੀਆਂ ਸੈਂਟਰ ਦੇ ਅੰਡਰ। ਜੀ ਆਖਰੀ ਖਬਰ ਸੁਣਾਇਓ। ਫਿਰੋਜ਼ਪੁਰ ਜ਼ਿਲ੍ਹੇ 'ਚ ਲੜਾਈ ਹੋ ਪਈ ਹਵੇਲੀ ਦੇ ਖਾਤਰ ਤੇ ਕਈ ਬੰਦੇ ਨੁਕਸਾਨੇ ਗਏ ਜੀ। ਜੀ ਗਿੱਲ ਸਾਹਿਬ, ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਨਾ ਬੜੀ ਪੁਰਾਣੀ ਹਵੇਲੀ ਇੱਕ ਦੱਸੀ ਦੀ ਆ, ਪੌਣੇ 2 ਕਨਾਲਾਂ ਦੇ ਵਿੱਚ ਗਿੱਲ ਸਾਹਿਬ ਇਹ ਹਵੇਲੀ ਹੈ ਜਿਹੜੀ ਉਹ ਦੱਸੀ ਜਾਂਦੀ ਹੈਗੀ। ਔਰ ਇਸ ਹਵੇਲੀ ਦੇ ਲਈ ਅੱਜ ਗੋਲੀਆਂ ਚੱਲੀਆਂ, ਔਰ ਗੋਲੀਆਂ ਚੱਲੀਆਂ ਤਾਂ ਉਹਦੇ ਵਿੱਚ 2 ਸਕੇ ਭਰਾਵਾਂ ਦੀ ਮੌਤ ਹੈ ਜਿਹੜੀ ਉਹ ਹੋਈ ਹੈਗੀ। ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ। ਦੂਜੀ ਧਿਰ ਦੇ ਵੀ ਬੰਦਿਆਂ ਦਾ ਨੁਕਸਾਨ ਹੈਗਾ ਜਿਹੜਾ ਉਹ ਹੋਇਆ ਗਾ। ਇਹ ਸਰਹੱਦੀ ਫਿਰੋਜ਼ਪੁਰ ਜ਼ਿਲ੍ਹੇ ਦਾ ਬਾਰੇ ਕੇ ਪਿੰਡ ਆ, ਜਿੱਥੇ ਦੀ ਇਹ ਪੌਣੇ 2 ਕਨਾਲਾਂ ਦੀ ਹਵੇਲੀ ਦੇ ਪਿੱਛੇ ਲੜਾਈ ਹੋਈ ਹੈ। ਬਖਸ਼ੀਸ਼ ਸਿੰਘ ਤੇ ਕਾਬਲ ਸਿੰਘ ਦੋਨੇ ਭਰਾਵਾਂ ਦੀ ਇਸ ਘਟਨਾਕ੍ਰਮ ਦੇ ਵਿੱਚ ਮੌਤ ਹੋਈ ਹੈ। ਜੀ ਧੰਨਵਾਦ ਜੀ। ਕੱਲ ਨੂੰ ਸਵੇਰੇ ਫੇਰ 9:20 ਤੇ ਗੱਲਬਾਤ ਕਰਾਂਗੇ। ਸ਼ੁਭ ਸ਼ਾਮ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸਰ ਨਵਕਿਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ। ਖਬਰ ਦੀ ਇੱਕ ਦੀ ਉਡੀਕ 9:30 ਵਜੇ ਸੀ। UBC ਨੇ ਇੱਕ ਵੱਡੀ ਅਨਾਉਂਸਮੈਂਟ ਅੱਜ ਕਰਨੀ ਸੀ ਸਰੀ ਦੇ ਬਾਰੇ, ਤੇ ਥੋੜੀ ਜਿਹੀ ਲੇਟ ਹੋ ਗਈ। ਤੇ ਦੂਸਰੀ ਖਬਰ ਜਿਹੜੀ ਤੁਹਾਡੇ ਲਈ ਮੈਂ ਕਰਨੀ ਚਾਹੁੰਦਾ, ਉਹ ਸਰੀ ਸਕੂਲ ਬੋਰਡ ਨੇ ਕਿਹਾ ਕਿ ਸਾਡੇ ਮੈਂਬਰਸ ਲਈ 60 ਸਕੂਲ ਡਿਸਟ੍ਰਿਕਟ ਨੇ ਕਿ ਵੈਕਸੀਨੇਸ਼ਨ ਉਹਨਾਂ ਲਈ ਲਾਜ਼ਮ ਨਹੀਂ ਹੈ। ਸਰਕਾਰ ਇਸ ਗੱਲ 'ਤੇ ਹੈ ਵੀ ਜਿਹੜੇ ਵੀ ਸਰਕਾਰੀ ਮੁਲਾਜ਼ਮ ਵੈਕਸੀਨ ਨਹੀਂ ਲਵਾਉਣਗੇ ਤਾਂ ਉਹਨਾਂ ਨੂੰ ਅਨਪੇਡ, ਵਿਦਆਊਟ ਪੇ ਛੁੱਟੀ 'ਤੇ ਭੇਜਿਆ ਜਾਵੇਗਾ। ਕੀ ਸਰੀ ਸਕੂਲ ਬੋਰਡ ਦੀ ਇਹ ਗੱਲਬਾਤ ਜਿਹੜੀ ਹੈ ਇਹ ਵਾਜਬ ਹੈ? ਕੀ ਟੀਚਰਸ ਜਿਹੜੇ ਨੇ ਉਹਨਾਂ ਦੀ ਵੈਕਸੀਨੇਸ਼ਨ ਨਹੀਂ ਹੋਣੀ ਚਾਹੀਦੀ? ਵੈਕਸੀਨ ਤੁਸੀਂ ਜਿਹੜੀ ਬਹੁਤ 2-3 ਮੇਰੇ ਕਲੋਜ਼ ਦੋਸਤ ਨੇ ਉਹ ਕਹਿੰਦੇ ਨਾ ਯਾਰ ਅਸੀਂ ਤਾਂ ਵੈਕਸੀਨ ਲਵਾਉਣੀ ਨਹੀਂ, ਕੁਛ ਵੀ ਹੋ ਜਾਵੇ ਇਹਦੇ ਨਾਲ ਤਾਂ ਬਹੁਤ ਮੁਸ਼ਕਿਲਾਂ ਨੇ। ਪਰ ਹੁਣ ਵੈਕਸੀਨ ਪਾਸਪੋਰਟ ਤੋਂ ਬਿਨਾਂ ਕਿਤੇ ਸਰਕਾਰੀ ਅਦਾਰੇ 'ਚ ਜਾਂ ਬਾਹਰਲੇ ਬੰਨੇ ਵੀ ਤੁਹਾਨੂੰ ਉਹਨਾਂ ਨੇ ਵੜਨ ਨਹੀਂ ਦੇਣਾ। ਉਹ ਜ਼ਰੂਰੀ ਹੈ। ਰੈਸਟੋਰੈਂਟ ਦੇ ਬਾਹਰ, ਰੈਸਟੋਰੈਂਟ ਵੜਦੀ ਸਾਰ ਉਹ ਰਾਤ ਨੂੰ ਖਾਣਾ ਖਾਣ ਚੱਲਿਓ, 4 ਜਣੇ ਇੱਕ ਦੇ ਵੈਕਸੀਨ ਪਾਸਪੋਰਟ ਹੈ ਨਹੀਂ, ਉਹ ਕਹਿੰਦੇ ਨੋ ਤੁਸੀਂ ਬਾਹਰ ਚਲੋ, ਤੁਸੀਂ ਖਾ ਕੇ ਇਹਨਾਂ ਦਾ ਖਾਣਾ ਲੈ ਜਿਓ। ਹੋਇਆ ਪਿਛਲੇ ਦਿਨ ਹੀ 4 ਦੋਸਤਾਂ ਦੇ ਵਿੱਚੋਂ 3 ਦੇ ਵੈਕਸੀਨ ਲੱਗੀ ਸੀ। ਇੱਕ ਨੂੰ ਉਹ ਕਹਿੰਦਾ ਵੀ ਚੰਗਾ ਮਿੱਤਰਾ ਹੁਣ, ਉਹ ਕਹਿੰਦਾ ਅਸੀਂ ਫਿਰ ਖਾਣੇ ਪੀਣੇ ਅੱਧਾ ਘੰਟਾ ਤੂੰ ਬੈਠ, ਫਿਰ ਤੈਨੂੰ ਲੈ ਆਉਂਦੇ ਅਸੀਂ ਪੈਕ ਕਰਾ ਕੇ। ਪਰ ਸਕੂਲ ਬੋਰਡ ਦੇ ਵਿੱਚ ਜਿੱਥੇ ਅਸੀਂ ਜਵਾਕ ਭੇਜਣੇ ਆ, ਜਿੱਥੇ ਬੱਚਿਆਂ ਦੀਆਂ ਤਾਂ ਗੱਲਾਂ ਚੱਲ ਰਹੀਆਂ ਨੇ ਵੀ ਬੱਚਿਆਂ ਨੂੰ ਵੈਕਸੀਨੇਸ਼ਨ ਸ਼ੁਰੂ ਹੋ ਰਹੀ ਹੈ, ਨਵੀਂ ਵੈਕਸੀਨ ਬਣ ਰਹੀ ਹੈ ਜਿਹੜੀ ਜਵਾਕਾਂ ਦੇ ਲੱਗਣੀ ਹੈ। ਇਹ ਬੜਾ ਖਲਾਰਾ ਇਹ ਪਿਆ ਜੀ। ਕੋਵਿਡ ਨੇ ਬੜਾ ਅਲੱਗ ਕਿਸਮ ਦਾ ਮਾਹੌਲ ਜਿਹੜਾ ਸਿਰਜਿਆ। ਕੁਛ ਨਹੀਂ ਇਸ ਨੂੰ ਕਰ ਸਕਦੇ, ਉਹਨਾਂ ਦੀ ਮਰਜ਼ੀ ਹੈ ਉਹ ਕੀ ਕਰਨਾ ਚਾਹੁੰਦੇ ਹੈ ਅਤੇ ਇਸ 'ਤੇ ਕੀ ਗੱਲ ਕਰਨੀ ਚਾਹੁੰਦੇ ਆ। ਸੋ ਸਰੀ ਸਕੂਲ ਬੋਰਡ ਦੀ ਇਹ ਸੋਚ ਕਿ ਅਸੀਂ ਤਾਂ ਨਹੀਂ, ਸਾਡੇ ਬੰਦੇ, ਕਾਰਨ ਵਿੱਚੋਂ ਪਤਾ ਕੀ ਹੈ? ਕਾਰਨ ਇਹ ਆ ਵੀ ਅਧਿਆਪਕ ਤਾਂ ਪਹਿਲਾਂ ਹੀ ਪੂਰੇ ਹੈ ਨਹੀਂ। ਜੇ ਕੋਈ ਅਧਿਆਪਕਾਂ ਨੇ ਨਹੀਂ ਲਵਾਈ, ਮੈਨੂੰ ਲੱਭਦਾ ਅੱਬਲਾ ਤਾਂ ਲਵਾ ਹੀ ਲਈਆਂ ਹੋਣੀਆਂ ਸਾਰਿਆਂ ਨੇ, ਬਹੁਤ ਘੱਟ ਹੋਣਗੇ ਜਿਨ੍ਹਾਂ ਨਹੀਂ ਲਵਾਈ। ਤੁਹਾਨੂੰ ਪਤਾ ਹੈ ਵੀ ਫੇਥ ਗਰੁੱਪ ਇਹਦੇ ਵਿੱਚ ਬੜੇ ਸ਼ਾਮਲ ਨੇ। ਵੱਡੇ ਫੇਥ ਗਰੁੱਪ ਜਿਹੜੇ ਨੇ ਉਹ ਕਹਿੰਦੇ ਨਾ ਇਹ ਧਰਮ ਦੇ ਹਿਸਾਬ ਨਾਲ ਅਸੀਂ ਨਹੀਂ ਇਹ ਲਵਾਉਣੀ। ਬਹੁਤ ਚੀਜ਼ਾਂ ਨੇ ਜਿਹੜੀਆਂ ਸਰੀਰ ਦੇ ਨਾਲ ਸੰਬੰਧਿਤ ਧਰਮਾਂ ਦੇ ਵਿੱਚ ਨੇ, ਜਿਨ੍ਹਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਧਰਮ ਦੇ ਲੋਕ। ਅਤੇ ਆਪਾਂ ਨੂੰ ਹੀ ਇਸ ਤਰ੍ਹਾਂ ਲੱਗਦਾ ਹੈ ਕਿ ਆਪਾਂ ਤਾਂ ਖੈਰ ਨਹੀਂ, ਪੰਜਾਬ ਤੋਂ ਜਾਂ ਭਾਰਤ ਤੋਂ ਆਏ ਹੋਏ ਅਲੱਗ ਅਲੱਗ ਧਰਮਾਂ ਦੇ ਲੋਕ ਬਲਾਕ ਵੋਟਿੰਗ
ਕਰਦੇ ਆ, ਨਹੀਂ ਅਸੀਂ ਤਾਂ ਨਹੀਂ ਕਰਦੇ, ਪਰ ਇੱਥੇ ਕਰਦੇ ਆ। ਜਿਹੜੇ ਹਿਸਾਬ ਨਾਲ ਗੱਲਬਾਤ ਚੱਲ ਰਹੀ ਹੈ ਨਾ, ਜਿਹੜਾ ਬਹੁਤ ਖਬਰਾਂ ਛਪਦੀਆਂ ਸੀ ਪੰਜਾਬ ਦੇ ਵਿੱਚ ਇੱਕ ਦੋ ਇਲੈਕਸ਼ਨਾਂ ਪਹਿਲਾਂ, ਵੀ 20 MP ਹੋ ਗਏ, 5 MLA ਹੋ ਗਏ ਜੀ, ਇੰਨੀਆਂ ਇਸਤਰੀਆਂ ਹੋ ਗਈਆਂ ਜੀ, ਇਹ ਕੱਲ੍ਹ ਦੀਆਂ ਗੱਲਾਂ ਹੋਇਆ ਕਰਨੀਆਂ, ਅਜਾਇਬ ਘਰਾਂ ਵਾਲੀਆਂ ਕਹਾਣੀਆਂ 10 ਸਾਲਾਂ ਨੂੰ। ਰਾਜਨੀਤੀ ਕੈਨੇਡਾ ਦੀ ਬੜੀ ਬਦਲ ਰਹੀ ਹੈ, ਵੱਡੇ ਗਰੁੱਪ ਭਾਰੂ ਹੋ ਰਹੇ ਨੇ, ਭਾਰਤ ਤੋਂ ਵੀ ਵੱਡੇ ਗਰੁੱਪ ਨੇ ਜਿਹੜੇ ਕੈਨੇਡੀਅਨ ਰਾਜਨੀਤੀ ਦੇ ਵਿੱਚ ਭਾਰੂ ਹੋ ਰਹੇ ਨੇ, ਅਤੇ ਉਹ ਰੱਦੋ ਬਦਲ ਆਪਣੇ ਹਿਸਾਬ ਨਾਲ ਕਰ ਰਹੇ ਨੇ, ਜ਼ੋਰ ਕਰ ਰਹੇ ਨੇ। ਉਹ 100 ਬੰਦਾ ਜੇ 5-5 ਦੀਆਂ ਜਮਾਤਾਂ 'ਚ 20 ਨੇ, 100 ਬੰਦੇ ਨੇ ਜਿਹੜੇ ਉਹ 2 ਜਮਾਤਾਂ 'ਚ ਨੇ, 50-50 ਨੇ, 50-50 ਵਾਲਿਆਂ ਨੇ 5-5 ਵਾਲਿਆਂ ਨੂੰ ਢਾਹ ਲੈਣਾ। ਅਤੇ ਸੋ ਇਹ ਫਿਰ ਗੱਲਬਾਤ ਜਿਹੜੀ ਚੱਲ ਰਹੀ ਹੈ ਸਿਟੀ ਅਫਸਰੀ ਦੇ ਸਕੂਲ ਬੋਰਡ ਵੱਲੋਂ ਕਿ ਇਹਦੇ 'ਤੇ ਇਹ ਵੈਕਸੀਨੇਸ਼ਨ ਦੀ ਗੱਲ ਹੋਵੇ ਜਾਂ ਨਾ ਹੋਵੇ, ਕਿਵੇਂ ਹੋਵੇ, ਇਹ ਬਹੁਤ ਜਿਹੜੀ ਵੀ ਸਾਡੇ ਵਰਕਰਾਂ ਨੂੰ ਜ਼ਰੂਰਤ ਨਹੀਂ। ਸਰਦਾਰ ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 1। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ, ਹਾਂਜੀ ਸਿੰਘ ਸਾਹਿਬ, ਦੇਖੋ ਗੱਲ ਜਿਹੜੀ ਤੁਸੀਂ ਸਕੂਲਾਂ ਦੇ ਬੋਰਡ ਦੀ ਗੱਲ ਕੀਤੀ ਹੈਗੀ ਵੈਕਸੀਨੇਸ਼ਨ ਦੀ, ਮਸਲਾ ਬੜਾ ਨਾਜ਼ੁਕ ਹੈ। ਇੱਕ ਪਾਸੇ ਤਾਂ ਬੰਦੇ ਦੀ ਆਪਣੀ ਆਜ਼ਾਦੀ ਦਾ ਮਸਲਾ, ਤੇ ਦੂਸਰੇ ਪਾਸੇ ਬੱਚਿਆਂ ਦੀ ਸਿਹਤ ਦਾ ਮਸਲਾ। ਜਦੋਂ ਕਿਸੇ ਵੀ ਬੀਬੀਆਂ ਦਾ ਜਾਂ ਬੱਚਿਆਂ ਦਾ ਮਸਲਾ ਆ ਜਾਂਦਾ ਤੇ ਉਹਨੂੰ ਫਿਰ ਬਹੁਤ ਡੈਲੀਕੇਟਲੀ, ਬੜੇ ਹਿਸਾਬ ਨਾਲ, ਬੜੇ ਧਿਆਨ ਨਾਲ ਉਦੋਂ ਗੱਲ ਕੀਤੀ ਜਾਂਦੀ ਆ ਵੀ ਇੱਥੇ ਇਹਨਾਂ ਦਾ ਖਿਆਲ ਰੱਖਣਾ ਤੇ ਸਾਡੇ ਦੇਸ਼ ਦੇ ਭਵਿੱਖ ਆ। ਕਿਉਂ ਮਾਵਾਂ ਜਨਮ ਦਿੰਦੀਆਂ ਤੇ ਬੱਚੇ ਜਿਹੜਾ ਆ ਅਗਲੀ ਪਨੀਰੀ ਹੁੰਦੀਆਂ। ਸੋ ਜਿੱਥੇ ਮੈਂ ਸਮਝਦਾ ਹਾਂ ਵੀ ਸਾਡਾ ਆਜ਼ਾਦੀ ਆ, ਸਾਨੂੰ ਆਪਣੀ ਆਪ ਜੋ ਜੇ ਕਿਸੇ ਨੂੰ ਨੁਕਸਾਨ ਨਹੀਂ ਕਰਦੇ ਉਨੀ ਦੇਰ ਸਾਨੂੰ ਆਜ਼ਾਦੀ ਆ। ਜਿੱਥੇ ਜਾ ਕੇ ਕਿਸੇ ਦੀ ਸਿਹਤ ਨੂੰ, ਕਿਸੇ ਦੇ ਦੂਜਾ ਕਿੰਨਾ ਆਰਥਿਕਤਾ ਨੂੰ ਅਸੀਂ ਅਫੈਕਟ ਕਰਦੇ ਹਾਂ ਤੇ ਉੱਥੇ ਸਾਡੀ ਆਜ਼ਾਦੀ ਨਹੀਂ ਰਹਿੰਦੀ, ਤੇ ਉੱਥੇ ਦੂਸਰੇ ਦੇ ਹੱਕਾਂ ਦਾ ਖਿਆਲ ਰੱਖਣਾ ਪੈਂਦਾ। ਸੋ ਮੇਰਾ ਖਿਆਲ ਆ ਵੀ ਇੱਥੇ ਆ ਕੇ ਜਦੋਂ ਜਿਹੜੇ ਟੀਚਰ ਆ, ਜਦੋਂ ਬੱਚਿਆਂ ਨੂੰ ਪੜ੍ਹਾਉਣ ਜਾਂਦੇ ਆ ਸਪੈਸ਼ਲੀ, ਤੇ ਉੱਥੇ ਜਿਹੜਾ ਆ ਮੈਨੂੰ ਲੱਗਦਾ ਸਰੀ ਬੋਰਡ ਦਾ ਇਹ ਫੈਸਲਾ ਗਲਤ ਆ। ਕਿਉਂ ਇੱਥੇ ਬੱਚਿਆਂ ਦੀ ਸਿਹਤ ਦਾ ਮਸਲਾ ਆ ਜਾਂਦਾ ਹੈਗਾ ਆ, ਅਨਲੈਸ ਕੋਈ ਸਾਇੰਟਿਫਿਕ ਜਾਂ ਦੂਜਾ ਕਿੰਨਾ ਕੋਈ ਇਹੋ ਜਿਹਾ ਹੋਵੇ ਐਵੀਡੈਂਸ, ਤੇ ਬਿਨਾਂ ਵੈਕਸੀਨੇਸ਼ਨ ਤੋਂ ਬੱਚੇ ਸੁਰੱਖਿਅਤ ਹੈਗੇ ਆ। ਕੋਈ ਇਹੋ ਜਿਹੀ ਗੱਲ ਆਉਂਦੀ ਆ, ਉਹ ਦਿਖਾਉਂਦੇ ਆ ਤਾਂ ਫਿਰ ਉਹ ਗੱਲ ਹੋਰ ਹੋ ਸਕਦੀ ਆ, ਪਰ ਹਾਲ ਦੀ ਘੜੀ ਮੈਨੂੰ ਲੱਗਦਾ ਹੈ ਉਹ ਸਕੂਲ ਬੋਰਡ ਦਾ ਫੈਸਲਾ ਗਲਤ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਧੰਨਵਾਦ। 104-204-0600 ਪਹਿਲੀ ਖਬਰ 'ਤੇ ਤੁਸੀਂ ਗੱਲਬਾਤ ਜੇ ਕਰਨੀ ਚਾਹੋ ਤਾਂ ਫਿਰ ਮੈਂ ਅੱਜ ਦਾ ਜਿਹੜਾ ਵਿਸ਼ਾ ਸ਼ੁਰੂ ਕਰਨ ਲੱਗਿਆ ਵੀ ਪ੍ਰਾਈਵੇਟ ਪਾਰਕਿੰਗ ਜਿਹੜੀਆਂ ਲੋਟਸ ਨੇ ਉਹਨਾਂ ਦੇ ਵਿੱਚ ਜਿਹੜਾ ਫਾਈਨ ਹੈ ਉਹ ਕੀ ਸਾਨੂੰ ਦੇਣਾ ਚਾਹੀਦਾ ਜਾਂ ਨਹੀਂ। ਇਹ ਬਹੁਤ ਵੱਡਾ ਇੱਕ ਵਿਸ਼ਾ ਹੈ, ਉਸ 'ਤੇ ਹੋਰ ਅੱਜ ਜਾਣਕਾਰੀ ਦੇਵਾਂਗਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜਿਨ੍ਹਾਂ ਦੀ ਪਾਰਕਿੰਗ ਲੋਟ ਆ ਉਹ ਕਿੱਥੇ ਤੱਕ ਜਾ ਸਕਦੀਆਂ, ਕੀ ਤੁਹਾਡੀ ਐਕਵਾਫੈਕਸ ਵਗੈਰਾ ਜਿਹੜਾ ਉਸ ਨੂੰ ਇਹ ਤੁਹਾਡਾ ਕ੍ਰੈਡਿਟ ਰੇਟਿੰਗ ਤੱਕ ਜਾ ਸਕਦੀਆਂ, ਕੀ ਤੁਹਾਡਾ ਲਾਇਸੈਂਸ ਰੀਨਿਊ ਹੋਣ ਵੇਲੇ ਤੁਹਾਨੂੰ ਰੋਕ ਸਕਦੀਆਂ। ਇਹ ਸਾਰੇ ਕੋਸ਼ਿਸ਼ ਕਰਾਂਗਾ। ਇੱਕ ਖਬਰ ਜਿਹੜੀ CBC 'ਤੇ ਬ੍ਰੇਕ ਹੋਈ ਸੀ 4 ਦਿਨ ਪਹਿਲਾਂ, ਸਰੀ ਦੇ ਇੱਕ ਪਿਤਾ ਪੁੱਤਰ ਦੇ ਬਾਰੇ, UBC ਦੇ ਵਿੱਚ ਪਾਰਕਿੰਗ ਲੋਟ ਸਟਾਲ ਉਹਨਾਂ ਨੇ ਲਈ ਸੀ। ਵੱਡਾ ਇੱਕ ਵਿਸ਼ਾ ਫੇਰ ਬਣਿਆ ਹੋਇਆ, ਪਰ ਮੇਰੇ ਨਾਲ 2 ਕਾਲਰਸ ਨੇ, ਉਹਨਾਂ ਨਾਲ ਗੱਲ ਕਰਕੇ ਅੱਗੇ ਚੱਲਦਾ। ਸਰਦਾਰ ਜਗਜੀਤ ਸਿੰਘ ਬਰਾੜ ਸਾਹਿਬ, ਲਾਈਨ ਨੰਬਰ 1। ਹਾਂਜੀ ਗਿਲ ਸਾਹਿਬ, ਸਤਿ ਸ੍ਰੀ ਅਕਾਲ। ਇਸ ਵਿਸ਼ੇ ਤੇ ਤੋਂ ਤਾਂ ਹਟਵੀਂ ਗੱਲ ਹੈ ਮੇਰੀ। ਕਰ ਲਓ ਜੀ, ਕਰ ਲਓ। ਨਿੱਕੀਆਂ ਦੋ ਜੀ ਕਰੋ। ਇੱਕ ਤਾਂ ਜੀ ਸਾਰਾ ਦਿਨ ਅਸੀਂ ਵੇਖੀ ਜਾਂਦੇ ਰੇਡੀਓ ਟੈਲੀਵਿਜ਼ਨ ਧਾਰਮਿਕ ਤੇ ਰਾਜਨੀਤੀ ਦੀਆਂ ਗੱਲਾਂ ਸੁਣੀ ਜਾਈਦੀਆਂ। ਤੋ ਤੁਸੀਂ ਜਿਹੜੀਆਂ ਗੱਲਾਂ ਦੱਸਦੇ ਹੋ, ਸਾਡੇ ਕੰਮ ਦੀਆਂ ਬਹੁਤ ਗੱਲਾਂ ਹੁੰਦੀਆਂ ਨਾ, ਜਾਣਕਾਰੀ ਇੱਕ ਜਿਹੜੀ ਰੋਜ਼ਾਨਾ ਜ਼ਿੰਦਗੀ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੀ ਜਾਣਕਾਰੀ ਚਾਹੀਦੀ ਹੈ ਜੀ। ਧਾਰਮਿਕ ਕੋਈ ਘਟਨਾ ਹੋ ਜੇ ਤਾਂ ਉਹਦੀ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਤੱਕ ਗੂੰਜਾਂ ਪੈ ਜਾਂਦੀਆਂ। ਰਾਜਨੀਤੀ ਕੋਈ ਉਲਟ ਪਲਟ ਹੋ ਜੇ ਤਾਂ ਉਹਦੀ ਲਾਲਾ ਤੇ ਬੜਾ ਭੁਚਾਲ ਆਉਣਾ ਵਾਲਾ ਲੱਗਦਾ ਹੈਗਾ ਜੀ। ਇਹ ਜਿਹੜੀਆਂ ਹੁਣ ਨਵੀਆਂ ਪਾਰਟੀਆਂ ਬਣਾ ਲੈਣੀਆਂ, ਜਿਵੇਂ ਰਾਜੇ ਨੇ ਬਣਾ ਲਈ, ਇਹਦਾ ਕੋਈ ਤਾਣਾ ਬਾਣਾ ਹੈ
ਵੀ ਕਿਵੇਂ ਬਣਦੀ ਹੈ, ਕੀ ਤੋਂ ਰਜਿਸਟਰ ਹੁੰਦੀ ਹੈ। ਇਵੇਂ ਜਿਵੇਂ ਜੇ ਕੋਈ ਗੁਰਦੁਆਰੇ ਜਾਂ ਮੰਦਿਰ ਸਜਾ ਲੈਂਦੇ ਆ ਥਾਂ ਥਾਂ, ਉਹਦਾ ਕੋਈ ਤਾਣਾ ਬਾਣੇ ਦਾ ਕੋਈ ਹੈ ਵੀ ਸ਼੍ਰੋਮਣੀ ਕਮੇਟੀ ਤੋਂ ਵੀ ਕੋਈ ਲੈਂਦਾ ਹੈ, ਜਾਂ ਮੰਦਿਰਾਂ ਤੋਂ ਵੀ ਕੋਈ ਲਾਇਸੈਂਸ ਲੈਂਦਾ ਹੈ, ਜਾਂ ਸਿਟੀਆਂ ਤੋਂ ਲੈਂਦਾ ਹੈ, ਜਾਂ ਪਾਰਟੀਆਂ ਕਿਵੇਂ ਕਰਦੀਆਂ, ਇਹੋ ਜਿਹੀਆਂ ਗੱਲਾਂ ਸਾਨੂੰ ਦੱਸਿਆ ਕਰੋ। ਠੀਕ ਹੈ ਜੀ, ਜਦੋਂ ਟਾਈਮ ਲੱਗਿਆ ਕਿਤੇ ਟਾਕ ਸ਼ੋਅ ਲਿਆਇਓ। ਠੀਕ ਹੈ ਬਰਾੜ ਸਾਹਿਬ, ਓਕੇ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ। ਸਟਾਰ ਗੁਰਸ਼ਰਨ ਸਿੰਘ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਵੈਕਸੀਨ ਵਾਲੀ ਗੱਲ ਤੇ ਇੱਕ ਕਮੈਂਟ ਕਰਨਾ ਸੀ। ਕਮੈਂਟ ਨਹੀਂ, ਐਕਚੁਅਲੀ ਮੈਂ ਇਹ ਨਹੀਂ ਕਹੂੰਗਾ ਕਿ ਮੈਨੂੰ ਬਹੁਤਾ ਪਤਾ ਹੈ, ਸੋ ਮੈਂ ਹੋ ਸਕਦਾ ਮੇਰੇ ਤੋਂ ਕਿਸੇ ਨੂੰ ਜ਼ਿਆਦਾ ਪਤਾ ਹੋਵੇ ਤੇ ਹੋ ਸਕਦਾ ਮੈਂ ਗਲਤ ਵੀ ਹੋਵਾਂ ਆਪਣੀ ਗੱਲ ਦੇ ਵਿੱਚ, ਪਰ ਮੈਂ ਗੱਲ ਇਹ ਕਹਿਣੀ ਚਾਹੁੰਦਾ ਹੈ ਕਿ ਮੈਂ ਸੁਣਿਆ ਸੀਗਾ ਕਿ ਜਿੰਨੇ, ਮੈਂ ਖੁਦ ਵੀ ਵੈਕਸੀਨ ਲਵਾਈ ਹੈ, ਮੇਰੀ ਸਾਰੀ ਫੈਮਿਲੀ ਨੂੰ ਵੈਕਸੀਨ ਲੱਗੀ ਹੋਈ ਹੈ, ਫੁੱਲੀ ਵੈਕਸੀਨੇਟਡ ਹੈ ਅਸੀਂ। ਮੈਂ ਇਹ ਸੁਣਿਆ ਸੀਗਾ ਕਿ ਜਿਹੜਾ ਬੰਦਾ ਵੈਕਸੀਨੇਟਡ ਵੀ ਆ ਉਹ ਵੀ ਵਾਇਰਸ ਕੈਰੀ ਕਰ ਸਕਦਾ ਹੈ ਤੇ ਦੂਜੇ ਬੰਦੇ ਨੂੰ ਵੀ ਦੇ ਸਕਦਾ ਹੈ। ਤੇ ਇਹ ਮੈਨੂੰ ਪਤਾ ਨਹੀਂ ਹੈ ਕਿੱਥੋਂ ਤੱਕ ਇਹ ਗੱਲ ਸਹੀ ਆ, ਪਰ ਮੈਂ ਇਹ ਸੁਣਿਆ ਸੀਗਾ ਨਿਊਜ਼ ਦੇ ਵਿੱਚ, ਜਾਂ ਮੈਂ ਕਿਤੇ ਰੀਡ ਕੀਤਾ ਸੀਗਾ, ਮੈਨੂੰ ਜਿੱਥੋਂ ਤੱਕ ਯਾਦ ਆ। ਤੇ ਮੈਂ ਇਹ ਸੋਚਦਾ ਹੈ ਕਿ ਜੇ ਮੰਨ ਲਓ ਏਦਾਂ ਆ ਤੇ ਫਿਰ ਵੈਕਸੀਨ ਲੱਗੀ ਦੇ ਵੀ ਕੀ ਮਾਇਨੇ ਆ। ਜੇ ਮੰਨ ਲਓ ਕੋਈ ਜਿੱਦਾਂ ਕਹਿੰਦੇ 6 ਫੁੱਟ ਦੀ ਦੂਰੀ ਰੱਖਣੀ ਚਾਹੀਦੀ ਆ ਤੇ ਮਾਸਕ ਵੀ ਪਾਉਣਾ ਚਾਹੀਦਾ, ਜੇ ਉਹ ਬੰਦਾ ਉਹ ਨਹੀਂ ਕਰਨ ਡਿਆ ਤੇ ਵੈਕਸੀਨ ਲੱਗੀ ਵੀ ਆ ਤੇ ਜੇ ਉਹ ਵਾਇਰਸ ਕੈਰੀ ਕਰ ਸਕਦਾ ਆ ਤੇ ਫਿਰ ਮੈਂ ਇਹ ਜਾਣਨਾ ਚਾਹੁੰਦਾ ਹੈ ਕਿ ਉਹ ਵੈਕਸੀਨ ਲੱਗੀ ਹੋਣਾ ਜਾਂ ਨਾ ਲੱਗੀ ਹੋਣਾ, ਉਹ ਮੈਟਰ ਕਿੰਨਾ ਕੁ ਕਰਦਾ ਹੈ। ਜੇ ਕਿਸੇ ਨੂੰ ਪਤਾ ਹੋਵੇ ਤੇ ਉਹ ਪਲੀਜ਼ ਦੱਸ ਦੇ, ਜੇ ਵੀ ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਇਹਦੇ ਬਾਰੇ ਥੋੜਾ ਸ਼ੇਅਰ ਕਰੋ ਜੀ। ਠੀਕ ਹੈ ਜੀ ਗੁਰਸ਼ਰਨ ਸਿੰਘ ਜੀ। ਸ਼ਮਸ਼ੇਰ ਸਿੰਘ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ। ਮੈਂ ਤਾਂ ਇੰਨਾ ਕਹਿੰਦਾ, ਜਿਵੇਂ ਅਸੀਂ ਹੁਣ ਆਪਦੇ ਪਰਸਨਲ ਅਪਾਰਟਮੈਂਟ 'ਚ ਰਹਿੰਦੇ ਹਾਂ, ਸਾਨੂੰ ਕਈ ਵਾਰੀ ਅਪਾਰਟਮੈਂਟ ਵਾਲੇ ਵੀ ਟਿਕਟਾਂ ਦੇ ਦਿੰਦੇ ਨੇ, ਜਿਵੇਂ ਅਸੀਂ ਪਾਰਕਿੰਗ 'ਚ ਲਾਈ ਰੱਖਦੇ ਹਾਂ, ਉਹ ਟਿਕਟ ਭਰਨ ਦੀ ਕੋਈ ਲੋੜ ਨਹੀਂ ਹੁੰਦੀ ਜੀ। ਜੇ ਕੋਈ ਟਿਕਟ ਸਿਟੀ ਵੱਲੋਂ ਆ ਜਾਂ ਬਾਏ ਲਾਅ ਵੱਲੋਂ ਆ, ਉਹ ਆਪਣੇ ਰੈਕਡ ਤੇ ਜ਼ਰੂਰ ਰਿਫਲੈਕਟ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਨੰਬਰ ਪਲੇਟ ਰੀਨਿਊ ਕਰਾਉਣੀ ਹੈ ਉੱਥੇ ਫਾਈਨ ਸ਼ੋ ਹੋ ਜਾਂਦਾ ਜੀ। ਜਾਂ ਜਿਵੇਂ ਕੋਈ ਆਪਾਂ ਜਿਵੇਂ ਪੇਡ ਰੋਡ ਤੇ ਅਸੀਂ 407 ਤੇ ਗੱਡੀ ਪਾਉਂਦੇ ਆ, ਉਹ ਪੇਡ ਹੈ ਜੀ, ਉਹਦਾ ਸਾਨੂੰ ਫਾਈਨ ਸ਼ੋ ਹੋ ਜੂਗਾ। ਜਾਂ ਕੋਈ ਪਾਰਕਿੰਗ ਟਿਕਟ ਹੈ, ਉਹ ਜੇ ਸਿਟੀ ਵੱਲੋਂ ਆ ਜਾਂ ਬਾਏ ਲਾਅ ਵੱਲੋਂ, ਉਹ ਮੈਂਡੇਟਰੀ ਪੇ ਕਰਨੀ ਹੈ ਜੀ। ਜੇ ਕੋਈ ਵੀ ਤੁਹਾਨੂੰ ਬਿਲਡਿੰਗ ਵਾਲਾ ਪ੍ਰਾਈਵੇਟ ਆਪਦੀ ਪਰਚੀ ਕੱਟ ਕੇ ਦੇ ਦਿੰਦੇ ਨੇ ਨੀਲੀ, ਜੋ ਵਿੰਡਸ਼ੀਲਡ ਤੇ ਰੱਖ ਦਿੰਦੇ ਆ, ਉਹ ਮੈਂਡੇਟਰੀ ਨਹੀਂ ਹੈਗੀ। ਜੇ ਉਹ ਨਹੀਂ ਭਰੀ ਜਾਵੇ ਤਾਂ ਵਧੀਆ ਗੱਲ ਹੈ ਜੀ, 4 ਕੋਈ ਪੈਸੇ ਬਚ ਰਹਿੰਦੇ ਆ। ਥੈਂਕ ਯੂ ਜੀ। ਤੁਹਾਨੂੰ ਸ਼ਮਸ਼ੇਰ, ਧੰਨਵਾਦ। ਅੱਛਾ, ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਹ ਇਹ ਹੈ, ਸਰੀ ਦੇ ਪਿਤਾ ਪੁੱਤਰ ਹਰਸ਼ਵਰਧਨ ਜਿਹੜਾ ਪੁੱਤਰ ਹੈ ਤੇ ਪਿਤਾ ਹੈ ਤੇ ਸਿਵ ਸ਼ਾਹ ਤੇ ਉਸਦਾ ਪੁੱਤਰ ਹਰਸ਼ਵਰਧਨ, ਉਹਨਾਂ ਨੇ UBC ਮੁੰਡਾ ਹਰਸ਼ਵਰਧਨ 17 ਵਰ੍ਹਿਆਂ ਦਾ, ਇਸਨੇ ਜਾਣਾ ਸੀ ਤੇ UBC ਦੀ ਪਾਰਕਿੰਗ ਦੇ ਵਿੱਚ ਉਸਨੂੰ ਜਗ੍ਹਾ ਨਾ ਮਿਲੀ ਤਾਂ ਉਸਨੇ ਇਮ ਪਾਰਕ ਦੀ ਉੱਥੇ ਇੱਕ ਜਿਹੜੀ ਪਾਰਕਿੰਗ ਲੋਟ ਸੀ ਉਹਦੇ ਵਿੱਚ ਇੱਕ ਪਾਰਕਿੰਗ ਬੁੱਕ ਕਰਾ ਦਿੱਤੀ। ਮੁੰਡੇ ਨੇ ਪਿਤਾ ਦਾ ਕ੍ਰੈਡਿਟ ਕਾਰਡ ਲੈਣਾ ਲਾ ਕੇ ਜਦ ਉਹ ਬੁੱਕ ਕਰਨ ਲੱਗਿਆ ਔਨਲਾਈਨ, ਕਿਤੇ 2 ਸਪੇਸਿਸ ਉਹ ਤੋਂ ਬੁੱਕ ਹੋ ਗਈਆਂ, $125 ਇੱਕ ਮਹੀਨੇ ਦੇ ਪਲੱਸ ਫੀਸ ਐਂਡ ਸਰਵਿਸਿਜ਼। ਅੱਛਾ, ਉਸ ਤੋਂ ਬਾਅਦ ਜਵਾਕ ਆ ਉਹ 17 ਵਰ੍ਹਿਆਂ ਦਾ, ਉਹ ਤੋਂ ਗਲਤੀ ਹੋ ਗਈ ਤੇ ਫਿਰ ਉਸਦੇ ਪਿਤਾ ਨੇ ਕੋਸ਼ਿਸ਼ ਕੀਤੀ ਸਤੰਬਰ 14 ਨੂੰ ਵੀ ਇਹਨੂੰ ਕੈਂਸਲ ਕਰ ਦੇਵਾਂ, ਪਰ ਇਮ ਪਾਰਕ ਨੇ ਕਿਹਾ ਵੀ 31 ਦਸੰਬਰ ਤੋਂ ਪਹਿਲਾਂ ਤੁਸੀਂ ਹੁਣ ਇਹਨੂੰ ਕੈਂਸਲ ਨਹੀਂ ਕਰ ਸਕਦੇ, 31 ਦਸੰਬਰ ਤੱਕ ਤੁਸੀਂ ਲਈ ਹੈ। ਲਓ ਜੀ, ਇਮ ਪਾਰਕ ਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਨੇ ਉਹ ਦੱਸਦੀਆਂ ਨੇ ਕਿ ਕਸਟਮਰ ਜਿਹੜਾ ਹੈ ਟਰਮੀਨੇਟ ਐਗਰੀਮੈਂਟ ਕਰ ਸਕਦਾ ਹੈ ਐਂਡ ਆਫ ਦੇ ਮੰਥ ਤੋਂ, ਪਰ ਕਰਨਾ ਪਊਗਾ ਜੇ ਉਹ ਲੈਣਗੇ ਨੋਟਿਸ ਤਾਂ 7 ਤਰੀਕ ਨੂੰ ਨੋਟਿਸ ਦੇਣਾ ਪਊ, 24 ਦਿਨ ਪਹਿਲਾਂ। ਜੇ ਨਾ 7 ਤਰੀਕ ਨੂੰ ਦਿੱਤਾ ਤੇ ਤਾਂ ਉਹ ਜਿੰਨੀ ਤਾਰੀਖ ਨੂੰ ਦਿੱਤਾ ਤਾਂ ਘੱਟੋ ਘੱਟ 30 ਦਿਨ ਹੋਰ ਉਸ ਦੇ ਬਾਰੇ ਤੁਹਾਨੂੰ ਉਹਦੀ ਜਿਹੜੀ ਫੀ ਹੈ ਜਿਹੜੀ ਪੇ ਕਰਨੀ ਪਏਗੀ। ਉਹ ਕੋਸ਼ਿਸ਼ ਕਰਦੇ ਰਹੇ ਤੇ ਨਾ ਵੀ ਉਹਨਾਂ ਤੋਂ ਥਰੂ ਨਾ ਹੋਇਆ, ਲਾਈਨਾਂ ਨਹੀਂ ਥਰੂ ਹੋ ਰਹੀਆਂ ਸੀ ਤੇ 31 ਦਸੰਬਰ ਦਾ ਨੋਟਿਸ ਆਈ ਜਾਵੇ ਤੁਹਾਨੂੰ ਪੇ ਕਰਨਾ ਪੈਣਾ, ਤਾਂ $328 ਜਾਂ ਚਾਰਜ ਕੀਤਾ ਗਿਆ ਉਹਨਾਂ ਨੂੰ ਅਕਤੂਬਰ 12 ਨੂੰ, ਪ੍ਰੀ ਪੇਮੈਂਟ ਸਰਵਿਸ ਜਿਹੜੀ ਨਵੰਬਰ ਤੱਕ। ਕੈਂਸਲੇਸ਼ਨ ਦੇ ਬਾਰੇ ਇਸ ਤੋਂ ਫਿਰ ਵੱਡੀ ਇਹ ਖਬਰ ਬਣ ਗਈ, ਬੈਟਰ ਬਿਜ਼ਨਸ ਬਿਊਰੋ ਇਹਦੇ ਵਿੱਚ ਇਨਵੋਲਵ ਹੋ ਗਿਆ। ਇਹ ਇੱਕ ਵਾਰ ਨਹੀਂ ਹੈ, ਇਹ ਬਹੁਤ ਖਬਰਾਂ ਨੇ ਇਹਨਾਂ ਦੀਆਂ। ਇਸ ਤਰ੍ਹਾਂ ਹੀ ਜਿਹੜੀ ਖਬਰ 2019 ਦੇ ਵਿੱਚ ਬਹੁਤ ਵੱਡੀ ਹੋਈ ਸੀ, ਫਾਰਮਾਸਿਸਟ ਸਨ ਐਬਸਫੋਰਡ ਦੇ ਪ੍ਰਤੀਕ ਮਹਿਤਾ ਜੀ,
ਪ੍ਰਤੀਕ ਮਹਿਤਾ ਉਹਨਾਂ ਨੇ $3.5 ਦੀ ਅੱਧੇ ਘੰਟੇ ਦੀ ਪਾਰਕਿੰਗ ਡਾਊਨਟਾਊਨ ਦੇ ਵਿੱਚ ਜਿਹੜੀ ਲਈ ਅਤੇ 20 ਮਿੰਟ ਉਹ ਲੇਟ ਹੋ ਗਏ ਅਤੇ $99.25 ਦਾ ਸਟਿੱਕਰ ਜਿਹੜਾ ਹੈ ਉਹ ਲਾ ਦਿੱਤਾ। ਅਤੇ ਉਹ ਇਸ ਗੱਲ ਤੋਂ ਮਤਲਬ ਹਰ ਇੱਕ ਬੰਦਾ ਤਾਂ ਨਹੀਂ ਹੈ ਨਾ ਵੀ ਜਿਹੜਾ ਉਹ ਕਹਿੰਦਾ ਵੀ ਉਹ ਕਹਿੰਦਾ ਮੈਂ ਆਪਣੇ ਦੋਸਤ ਲੈ ਕੇ ਗਿਆ ਸੀ ਵੈਨਕੂਵਰ ਘੁਮਾਉਣ ਲਈ ਅਤੇ 20-30 ਮਿੰਟ ਦਾ ਸਟੇ ਸੀ ਅਤੇ 10 ਮਿੰਟ ਉੱਪਰ ਹੋ ਗਿਆ $99 ਅਤੇ $99 ਫੁੱਲ ਹੈ ਅਤੇ ਜੇ ਤੁਸੀਂ ਪੇ ਕਰਦੇ ਹੋ 7 ਦਿਨਾਂ 'ਚ ਤਾਂ $68 ਨੇ। ਬਹੁਤ ਵਾਰ ਉਸਨੇ ਫੋਨ ਮਹਿਤਾ ਜੀ ਨੇ ਕੀਤਾ, ਉਹ ਕਹਿੰਦੇ $5 ਡਿਸਕਾਊਂਟ ਦੇ ਦਿੰਦੇ, $63 ਦੇ ਦੇ। ਅੱਛਾ, ਇਸ 'ਤੇ ਉਸੇ ਸਮੇਂ ਵਕੀਲ ਇੱਕ ਵੈਨਕੂਵਰ ਦੇ ਕ੍ਰਿਮੀਨਲ ਲਾਇਰ ਪੌਲ ਡੋਰੋਸ਼ੈਂਕੋ, ਅਤੇ ਉਹ ਕਹਿੰਦਾ ਵੀ ਇਹਦਾ ਕੋਈ ਲਿਮਿਟ ਚਾਹੀਦੀ ਹੈ ਫਾਈਨ ਦੇ ਉੱਪਰ। ਆਪਾਂ ਪਹਿਲਾਂ ਵੀ ਇਸ 'ਤੇ ਕਈ ਸ਼ੋਅ ਕੀਤੇ ਨੇ ਵੀ ਇਹ ਪੇ ਕਰਨੀ ਚਾਹੀਦੀ ਹੈ ਜਾਂ ਨਹੀਂ ਪੇ ਕਰਨੀ ਚਾਹੀਦੀ, ਕੀ ਇੰਪੈਕਟ ਹੈ ਇਹਦੇ 'ਤੇ। ਅਤੇ ਸੋ ਇਹ ਜਿਹੜੀ ਸਿਟੀ ਦਾ ਕੋਈ ਨਹੀਂ, ਸਭ ਤੋਂ ਵੱਡੀ ਇਹ ਪਾਰਕਿੰਗ ਵਾਲੀ ਕੰਪਨੀ ਹੈ। 1600 ਦੇ ਕਰੀਬ ਪਾਰਕਿੰਗ ਲੋਟਸ ਨੇ ਉਹਨਾਂ ਦੇ ਨਾਰਥ ਅਮਰੀਕਾ 'ਚ, ਅਤੇ ਮਤਲਬ ਕਮਾਈ ਇਹ ਵੇਖ ਲਓ $3.5 ਦੀ ਟਿਕਟ ਦੇ $79। ਅੱਛਾ, ਇਸੇ ਤਰ੍ਹਾਂ ਹੀ ਕਲੋਨਾ ਜਨਰਲ ਹੌਸਪੀਟਲ ਦੀ ਇੱਕ ਨਰਸ ਦੀ ਗੱਲ, ਉਹ ਜਨਵਰੀ 12 ਦੀ ਖਬਰ ਹੈ। ਅਤੇ ਪ੍ਰਾਈਵੇਟ ਲਾਟ ਇਸ ਤਰ੍ਹਾਂ ਹੀ ਇੰਪਾਰਕ ਦੀ, ਉਹ ਕਿਤੇ ਜਿਹੜਾ ਲਿਖਣਾ ਆਪਣਾ ਪੇ ਕਰਨਾ ਭੁੱਲ ਗਈ, ਤਾਂ ਉਸ ਤੋਂ ਬਾਅਦ ਆ ਗਿਆ $1.5 ਦੀ ਟਿਕਟ ਸੀ ਉੱਥੇ, 1 ਘੰਟੇ ਦੀ ਪਾਰਕਿੰਗ ਅਤੇ $69 ਦਾ ਸਟਿੱਕਰ ਉੱਥੇ। ਅੱਛਾ, ਇਹ ਇਸ 'ਤੇ ਹੁਣ ਕਹਾਣੀਆਂ ਇਹ ਗਾਂ ਚੱਲੀਆਂ ਵੀ ਇਹਦੇ ਨਾਲ ਕਰ ਕੀ ਸਕਦੇ ਹੋ। ਉਹਨਾਂ ਨੇ ਉੱਥੇ ਬੋਰਡ 'ਤੇ ਲਾਇਆ ਵੀ ਅਸੀਂ ICBC ਤੋਂ ਤੁਹਾਡਾ ਐਡਰੈਸ ਲੈ ਲਾਂਗੇ ਅਤੇ ICBC ਦਾ ਰੀਨਿਊ ਹੋ ਨਹੀਂ ਸਕਦਾ। ਨੋ, ਬਿਲਕੁਲ ਨਹੀਂ ICBC ਨੂੰ ਉਹ ਇੰਪੈਕਟ ਕਰ ਸਕਦੇ ਤੁਹਾਡੇ ਇੰਸ਼ੋਰੈਂਸ ਨੂੰ। ICBC ਤੁਹਾਡਾ ਨਾਂ ਪਤਾ ਜ਼ਰੂਰ ਉਹਨਾਂ ਨੂੰ ਦੇ ਸਕਦੀ ਹੈ ਫ਼ੋਨ ਨੰਬਰ ਤੋਂ ਬਿਨਾਂ। ਕੀ ਐਕਵਾਫੈਕਸ 'ਤੇ ਤੁਹਾਡੇ ਇਹ ਚਲੇ ਜਾਏਗਾ? ਨਹੀਂ, ਬਿਲਕੁਲ ਨਹੀਂ। ਐਕਵਾਫੈਕਸ ਵਾਲੇ ਕਹਿੰਦੇ ਨੋ, ਅਸੀਂ ਪ੍ਰਾਈਵੇਟ ਪਾਰਕਿੰਗ ਲਾਟ ਦੇ ਫਾਈਨ ਨੇ ਜਿਹੜੇ ਉਹ ਅਸੀਂ ਤੁਹਾਡੇ ਕ੍ਰੈਡਿਟ 'ਤੇ ਨਹੀਂ ਪਾ ਸਕਦੇ ਜੇ ਤੁਸੀਂ ਪੇ ਨਹੀਂ ਕੀਤੇ। ਲਾਇਸੈਂਸਿੰਗ ਦੇ ਲਈ ਨਹੀਂ, ਸਮਾਲ ਕੋਰਟ ਕਲੇਮ ਦੇ ਲਈ $70 ਦੇ ਲਈ ਉਹਨਾਂ ਨੂੰ ਵਕੀਲ ਕਰਨਾ ਮਹਿੰਗਾ ਪੈਂਦਾ। ਪਰ ਦਬਕੇ ਨੇ, ਇਹ ਦਬਕੇ ਜਿੰਨੇ ਮਰਜ਼ੀ ਮਾਰ ਲਓ। ਮੈਂ ਚਲੋ ਜੇ ਤੁਸੀਂ ਗੱਡੀ ਕਿਤੇ ਪਾਰਕ ਕਰਦੇ ਹੋ ਪੇ ਕਰੋ, ਜੇ ਚੱਲ ਨਹੀਂ, ਜੇ 10-15 ਮਿੰਟ ਉੱਪਰ ਹੋ ਗਏ $3 ਦੀ ਜਗ੍ਹਾ $70। ਇੱਥੇ ਵੀ ਸ਼ਹਿਰ 'ਚ ਸਰੀ 'ਚ ਤੁਸੀਂ ਦੇਖਿਓ ਬੈਂਕਾਂ ਦੇ ਆਲੇ ਦੁਆਲੇ ਪਾਰਕਿੰਗ, ਪੇਡ ਪਾਰਕਿੰਗ। ਡਿਡ ਯੂ ਬਾਈ ਯੂਅਰ ਟਿਕਟਸ? ਡਿਡ ਯੂ ਬਾਈ ਯੂਅਰ ਟਿਕਟ? ਵਰਦੀ ਸਾਰ ਕੀ ਪੰਗਾ ਯਾਰ। ਅਤੇ ਬੈਂਕਾਂ ਜਿਨ੍ਹਾਂ ਨੂੰ $8-8 $10-10 ਮਹੀਨੇ ਦਾ ਅਸੀਂ ਮੰਥਲੀ ਚਾਰਜਸ ਦਿੰਦੇ ਹਾਂ, ਜਿਹੜੇ ਬਿਲੀਅਨਸ ਆਫ ਡਾਲਰ ਦਾ ਪ੍ਰੋਫਿਟ 3 ਮਹੀਨਿਆਂ ਦੇ ਵਿੱਚ ਦਿਖਾ ਰਹੇ ਨੇ, ਉਹਨਾਂ ਨੂੰ ਇੱਕ ਕਸਟਮਰ ਦੀ ਗੱਡੀ ਪਾਰਕ ਕਰਨ ਲਈ ਪ੍ਰਾਈਵੇਟ ਪਾਰਕਿੰਗ ਦੇ, ਜਿਹੜੀ ਕਿ ਬੈਂਕ ਦੀ ਨਹੀਂ ਪਾਰਕਿੰਗ ਹੈ, ਉਹ ਪਲਾਜ਼ੇ ਦੀ ਪਾਰਕਿੰਗ ਹੈ, ਬੈਂਕ ਨੇ ਲੀਜ਼ ਕੀਤੀ ਹੋਈ ਹੈ ਬਿਲਡਿੰਗ, ਉਹ ਬਿਲਡਿੰਗ ਦੇ ਸਾਹਮਣੇ ਉਹ ਕੀ ਕਰਨ ਲੱਗੇ ਹੋਏ ਨੇ, ਇਹ ਚੱਲ ਕੀ ਰਿਹਾ ਹੈ। ਡਾਕਟਰਾਂ ਦੇ ਬਾਹਰ ਪ੍ਰਾਈਵੇਟ ਡਾਕਟਰਾਂ ਦੇ ਤੁਸੀਂ ਉਹ ਦੇਖਿਓ ਉੱਥੇ ਕਿੱਡਾ ਪੰਗਾ ਸਕਾਟ ਰੋਡ 'ਤੇ ਅਤੇ 84 'ਤੇ ਲੋਕ ਟੈਸਟ ਕਰਾਉਣ ਜਾਂਦੇ ਨੇ, ਟੈਸਟ ਵਾਲੀ ਲੈਬੋਰਟਰੀ ਲਾਈਫ ਲੈਬ ਉੱਥੇ ਐਕਸਰੇ ਵਗੈਰਾ ਕਰਾਉਣ ਜਾਂਦੇ ਨੇ, ਉਹਨਾਂ ਦੀ ਪਾਰਕਿੰਗ ਹੈ ਨਹੀਂ। ਦੂਜੇ ਪਲਾਜ਼ੇ ਵਾਲਿਆਂ ਦੀ ਪਾਰਕਿੰਗ ਆ, ਉੱਥੇ ਪੀਲੀ ਵਰਦੀ ਪਾਈ ਖੜਾ ਇੱਕ ਬੰਦਾ, ਕਹਿੰਦਾ ਗੱਡੀ ਨਹੀਂ ਲਾ ਸਕਦੇ ਤੁਸੀਂ ਇੱਥੇ। ਬੰਦਾ ਜਾਵੇ ਤਾਂ ਜਾਵੇ ਕਿੱਧਰ ਨੂੰ? ਪ੍ਰਾਈਵੇਟ ਮੋਸਟਲੀ ਇਮੀਗ੍ਰੇਸ਼ਨ ਵਾਲੇ ਬੰਦੇ ਫਾਈਲਾਂ ਚੱਕੀ ਫਿਰਦੇ ਨੇ, $200 ਤੁਸੀਂ ਲੈ ਰਹੇ ਹੋ ਉਹਨਾਂ ਦੇ ਐਕਸਰੇ ਦਾ, ਅਤੇ ਗੱਡੀ ਕਿੱਥੇ ਖੜਾਉਣ ਉਹ। ਸੋ ਇਸ 'ਤੇ ਮੈਂ ਤੁਹਾਡੇ ਨਾਲ ਜਾਣਕਾਰੀ ਵੀ ਹੋਰ ਦਿੰਦਾ ਰਹਾਂਗਾ ਨਾਲ, ਅਤੇ ਤੁਹਾਡੀਆਂ ਕਾਲਸ ਵੀ ਲੈਣਾ। ਸੁਖਵੰਤ ਕੌਰ ਜੀ, ਲਾਈਨ ਨੰਬਰ 1। ਸੁਖਵੰਤ ਕੌਰ ਜੀ। ਹਾਂਜੀ ਹਾਂਜੀ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੈਂ ਭਾਈ ਸਾਹਿਬ ਜੀ ਪਹਿਲੇ ਟੌਪਿਕ ਤੇ ਥੋੜੀ ਜਿਹੀ ਗੱਲ ਕਰ ਸਕਦੀ, ਜਿਹੜਾ ਵੈਕਸੀਨ ਵਾਲਾ ਤੁਸੀਂ ਕਿਹਾ ਸੀ। ਮੈਂ ਜੀ ਹੁਣ ਨਵੀਂ ਗੱਲ ਤੋਰ ਲਈ, ਫਿਰ ਆਪਣਾ ਸਮਾਂ ਲੰਘ ਜਾਂਦਾ ਜੀ, ਫਿਰ ਹੋਰ ਕਾਲਰ ਆਉਣਗੇ। ਮੈਂ ਹੁਣ ਵਾਲੇ ਵਿਸ਼ੇ ਤੇ ਪਲੀਜ਼ ਗੱਲ ਕਰ ਲਓ। ਅੱਛਾ, ਚਲੋ ਕੋਈ ਗੱਲ ਨਹੀਂ, ਫਿਰ ਸਹੀ। ਧੰਨਵਾਦ ਜੀ, ਬਹੁਤ ਬਹੁਤ।
ਸਰ ਤਜਿੰਦਰ ਸਿੰਘ ਜੀ, ਲਾਈਨ ਨੰਬਰ 2। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਵੀਰ ਜੀ $69 ਰੋਨੇ ਆ ਤੇ ਇੱਥੇ ਐਸਪੋਰਟ ਦੀ ਗੱਲ ਦੱਸਦਾ ਵਾਂ। ਦੱਸੋ। ਆਪਣੇ ਪ੍ਰਾਈਵੇਟ ਪਾਰਕ ਹੀ ਹੈਗੀਆਂ ਜਿਵੇਂ ਹੈਗੀਆਂ, ਹੂੰ ਤੇ ਮੇਰਾ ਜਿਵੇਂ ਲੜਕਾ ਨਾ ਕੰਮ ਕਰਦਾ ਉੱਥੇ ਇੰਸ਼ੋਰੈਂਸ ਦੇ ਹਾਊਸ ਵਿੱਚ, ਹੂੰ ਤੇ ਉਹ ਕਈ ਵਾਰ ਰਾਤ ਨੂੰ ਲੇਟ ਤੱਕ ਕੰਮ ਕਰੇ। ਉਹ ਹਾਊਸ ਵਿੱਚ ਬੈਠਾ, ਬਾਹਰੋਂ ਦੀ ਕਾਰ ਟੋ ਕਰਕੇ ਲੈ ਗਿਆ। ਹੂੰ ਉਹ $200 ਦੇ ਕੇ ਛੜਾ ਕੇ ਲੈ ਕੇ ਆਂਦੀ। ਮਤਲਬ ਡਾਕਟਰ ਸੈਣੀ ਦਾ ਪਲਾਜਾਮ ਕਹਿ ਦਿੰਦੇ ਆ। ਉਹ ਮੈਂ ਹੁਣ ਜਵਾ ਕੇ ਤੇ ਲੈ ਇਹ ਜੇ ਆ। ਮੈਂ ਕਿਹਾ ਪੁੱਤ ਵੀ ਤੂੰ ਤਾਂ ਉੱਥੇ ਕੰਮ ਕਰਦਾ, ਤੂੰ ਆਪਦੇ ਓਨਰ ਨੂੰ ਕਹੇ ਨਹੀਂ ਡੈਡੀ ਲਾ ਵਾ। ਉਹ ਮੈਂ ਕਿਹਾ ਲਾ ਟੱਟੂ ਦਾ ਵਾ ਵੀ ਮੈਨੂੰ ਦੱਸ ਹੈਗਾ ਵੀ ਉਹ ਬੰਦਾ ਵੀ ਮੇਰੀ ਜਾਨ ਛਾਣ ਵਾਲੇ ਕੋਲ ਟੋ ਕਰਕੇ ਲੈ ਗਿਆ। ਮੇਰੇ ਖਿਆਲ ਜੱਦ ਪੈਸੇ ਉਹ ਪਲਾਜੇ ਵਾਲੇ ਨੂੰ ਦੇ ਦਿੰਦੇ ਆ। $200 ਦੇ ਕੇ ਆਪਦੇ ਫਰੈਂਡ ਤੋਂ ਰਾਈਡ ਲਈ ਖੱਜਲ ਖਵਾਰ ਹੋਇਆ। ਇਹੋ ਜਿਹੇ ਪਾਰਕਾਂ ਦਾ ਕੰਮ ਆ ਕਿ 11 ਵਜੇ ਤੋਂ ਬਾਅਦ ਲੱਗੀ ਸੀ। ਮੈਂ 11 ਵਜੇ ਤੋਂ ਬਾਅਦ ਤਾਂ ਮਤਲਬ ਤੂੰ ਤਾਂ ਕੰਮ ਕਰਦਾ, ਤੂੰ ਤਾਂ ਉੱਥੇ ਤੇਰਾ ਵੀ ਲੇਟ ਤੱਕ ਕੰਮ ਕਰਦਾ, ਵੀ ਤੂੰ ਘਰੇ ਬੈਠ ਕੇ ਕੰਮ ਕਰਿਆ ਕਰ। ਵੀ ਫਿਰ ਜੇ ਤੂੰ $200 ਹੀ ਦੇਣੇ ਹੈਗੇ ਆ। ਆਹ ਦੇਖ ਲਓ ਵੀ ਮੁੰਡਾ ਅੰਦਰ ਵੀ ਉਹਨਾਂ ਦੇ ਕੰਮ ਲੀਜ਼ ਤੇ ਆਫਿਸ ਲਿਆ ਹੋਇਆ, ਉਹਦੇ ਵਿੱਚ ਕੰਮ ਕਰ ਰਿਹਾ ਤੇ ਬਾਹਰੋਂ ਉਹਦੀ ਕਾਰ ਚੱਕੀ ਜਾਂਦੀ ਆ। ਤੇ $200 ਦੇ ਕੇ ਕੋਈ ਟੋਇੰਗ ਵਾਲੇ ਤੋਂ ਛੜਾ ਕੇ ਸਾਡਾ ਕਾਂਟਰੈਕਟ ਆ, ਅਸੀਂ ਚੱਕ ਸਕਦੇ ਹਾਂ ਗੱਡੀ। ਉਹ ਆਉਂਦੇ ਆ ਕਿਹੜੇ ਨਾਲ ਰਾਤ ਨੂੰ 10-11 ਵਜੇ। ਵੀ ਇੱਕ ਦਿਨ ਮੈਂ ਉੱਥੇ ਪੀਜੇ 'ਚ ਮੁੰਡਾ ਕੰਮ ਕਰਦਾ, ਉਹਦੀ ਗੱਡੀ ਚੱਕ ਕੇ ਲੈ ਕੇ ਹੈਗੇ, ਉਹ ਅੰਦਰ ਕੰਮ ਕਰੀ ਜਾਂਦਾ। ਉਹ ਦੱਸੋ ਹੁਣ ਕੀ ਕਰ ਸਕਦੇ ਆ। ਬਿਲਕੁਲ ਜੀ, ਇਸ ਤਰ੍ਹਾਂ ਹੀ ਆ। ਤੁਸੀਂ ਸਰੀ ਦੇ ਵਿੱਚ ਵੱਡੇ ਜਿਹੜੇ ਪਲਾਜ਼ੇ ਨੇ, ਉਹ ਗੇਟਵੇ ਬਿਲਡਿੰਗ ਆ, ਉਹਦੇ 'ਚ ਵਕੀਲ ਨੇ, ਤੁਸੀਂ ਲਾ ਦਿਓ ਗੱਡੀ ਉੱਥੇ $4.5 ਘੰਟੇ ਦੇ। ਜੇ ਕੋਈ ਐਮਪਲੋਈ ਹੈ, ਐਮਪਲੋਈ ਦਾ ਮਹੀਨੇ ਦਾ ਪਾਸ ਅੰਡਰਗਰਾਊਂਡ ਜਿਹੜੀ ਉੱਥੇ ਉਹ ਜਗ੍ਹਾ ਹੈ ਸ਼ਾਇਦ $250 ਹੈ। ਦੱਸ ਕੀ ਕਰੂਗਾ ਕੀ ਬੰਦਾ ਯਾਰ। ਤੁਸੀਂ ਐਡੇ ਵੱਡੀਆਂ ਆਫਿਸ ਬਿਲਡਿੰਗਾਂ ਨੇ, ਕੰਪਨੀਆਂ ਨੇ ਬਣਾਈਆਂ ਹੋਈਆਂ, ਲੀਜ਼ ਤੁਸੀਂ ਲੈ ਰਹੇ ਹੋ ਵੱਢਵੀਂ ਅਗਲੇ ਤੋਂ, ਤੇ ਗੱਡੀਆਂ ਪਾਰਕ ਕਰਨ ਨੂੰ ਉਹ ਕਿੱਥੇ ਖੜਨਗੇ? ਬਾਹਰ ਲਾਈ ਬੈਠੇ ਨੇ ਆਪਣਾ ਸ਼ਿਕੰਜਾ, ਕਦੇ ਸਿੱਟ ਲਿਆ ਸ਼ਿਕੰਜਾ, ਕਦੇ ਲਾ ਲਿਆ ਸ਼ਿਕੰਜਾ, ਕੱਢ ਕ੍ਰੈਡਿਟ ਕਾਰਡ ਉਰੇ। ਮੇਅਰ ਨੇ ਹਸਪਤਾਲ ਦੇ ਬਾਹਰਲੀ ਜਿਹੜੀ ਸੜਕ ਹੈ ਹਸਪਤਾਲ ਦੀ, ਉਹਦੇ ਤਾਂ ਫ੍ਰੀ ਕਰਤੀ। ਹਸਪਤਾਲ 'ਚ ਵੜ ਕੇ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਕਹਿੰਦੇ ਲਿਆਓ ਪੈਸੇ। ਉੱਧਰੋਂ ਬੰਦਾ ਮਰਨ ਨੂੰ ਪਿਆ, ਉੱਧਰੋਂ ਕਹਿੰਦੇ ਗੱਡੀ ਖੜਾ, ਕਿੱਥੇ ਖੜਾਈਏ, ਉਹ ਬਾਈ ਲਾ ਦੇ, ਉਹ ਬਾਈ ਨਹੀਂ ਲਾਈ, ਉੱਥੇ ਰੌਲਾ ਪੈਂਦਾ। ਇੱਕ ਜਗ੍ਹਾ ਥੋੜ੍ਹਾ ਪੰਗਾ, ਡਾਊਨ ਟਾਊਨ 'ਚ ਬੰਦਾ ਵੜਦਾ ਬਾਅਦ 'ਚ ਪਹਿਲਾਂ ਇਕੱਠਾ ਹੋ ਜਾਂਦਾ, ਜਿਵੇਂ ਉੱਪਰ ਮੀਂਹ ਪੈ ਗਿਆ ਹੁੰਦਾ। ਉਹ ਕਹਿੰਦਾ ਕਿੱਥੇ ਲਾਈਏ ਗੱਡੀ, ਆ ਜਾਓ ਲੈ ਆਓ, ਲਾਓ $8 ਘੰਟੇ ਦੇ, ਖੜਾ ਦਿਓ। ਪਹਿਲਾਂ ਤਾਂ ਬਿਲਡਿੰਗਾਂ ਬਣਾ ਲਈਆਂ ਜਿਨ੍ਹਾਂ 'ਚ $2,500 $3,000 ਇੱਕ ਸਕੁਅਰ ਫੁੱਟ ਦਾ ਵੇਚ ਲਿਆ, ਅਤੇ ਥੱਲੇ 10-10 ਮੰਜ਼ਲਾਂ ਥੱਲੇ ਨੂੰ ਬਣਾ ਦਿੱਤੀਆਂ, ਜਿਹਦੇ 'ਚ ਥੱਲੇ ਰਹਿਣ ਵਾਲਿਆਂ ਨੂੰ ਇੱਕ ਪਾਰਕਿੰਗ ਦੇ ਕੇ ਉੱਪਰਲੇ ਜਿਹੜੇ 2 ਫਲੋਰ ਨੇ ਉਹ ਪੇ ਪਾਰਕਿੰਗ, ਚੱਕ ਕਮਾਈ। ਸਮਝ ਨਹੀਂ ਆਉਂਦੀ ਬਈ ਇਹ ਚੱਲ ਕੀ ਰਿਹਾ ਕੰਮ। ਆ ਕਲੋਨਾ ਜਨਰਲ ਹਸਪੀਟਲ ਦੀ ਇੱਕ ਨਰਸ ਨੂੰ ਉਹ ਕਹਿੰਦੀ ਬਈ ਮੈਂ $1.5 ਦੀ ਜਗ੍ਹਾ $69। ਅੱਛਾ, ਉਸ ਤੋਂ ਬਾਅਦ ਉਹ ਗੱਲ ਫਿਰ ਹੁਣ ਵਕੀਲ ਇਨਵੋਲਵ ਹੋ ਗਏ ਬਈ ਕਲੈਕਸ਼ਨ ਏਜੰਸੀਜ਼ ਜਿਹੜੀਆਂ ਨੇ। ਵਕੀਲ ਡੋਰਸ਼ੈਂਕੋ ਕਹਿੰਦਾ ਕਲੈਕਸ਼ਨ ਏਜੰਸੀ ਤੁਹਾਡੇ ਤੋਂ ਇਹ ਮਨੀ ਨਹੀਂ ਲੈ ਸਕਦੀਆਂ, ਅਤੇ ਕੋਈ ਕ੍ਰੈਡਿਟ ਰੇਟਿੰਗ ਏਜੰਸੀ ਐਕੁਆਫੈਕਸ ਆ ਜਿਹੜੀ, ਉਹ ਤੁਹਾਡੇ 'ਤੇ ਇਹ ਪਾਰਕਿੰਗ ਲੋਟਸ ਦੀਆਂ ਟਿਕਟਾਂ ਤੁਹਾਡੇ ਰੈਕਡ 'ਤੇ ਨਹੀਂ ਪਾ ਸਕਦੀ। ਜਿਹੜਾ ਵਕੀਲ ਡੋਰਸ਼ੈਂਕੋ ਕਹਿੰਦਾ ਵੀ ਕਲੈਕਸ਼ਨ ਏਜੰਸੀਜ਼ ਜਿਹੜੀਆਂ ਨੇ ਉਹ ਨੋਟੀਫਾਈ ਕੀਤੀਆਂ ਅਤੇ ਅਵੇਅਰ ਕੀਤੀਆਂ ਕਿ ਮੋਟਰ ਵਹੀਕਲ ਅਫੈਂਸਿਸ ਦੀਆਂ ਜਿੰਨੀਆਂ ਟਿਕਟਾਂ ਨੇ ਉਹ ਡਾਟਾ ਸਬਮਿਸ਼ਨ ਐਕੁਆਫੈਕਸ 'ਤੇ ਨਹੀਂ ਹੋ ਸਕਦਾ। ICBC ਤੋਂ ਉਹ ਤੁਹਾਡੀ ਜਾਣਕਾਰੀ ਲੈ ਸਕਦੇ ਨੇ। ਪਾਰਕਿੰਗ ਲੋਟ ਦੇ ਕੋਲ ਪਰਮਿਸ਼ਨ ਦੇ ਲਈ ICBC ਦਾ ਬੋਰਡ ਉਹਨਾਂ ਨੇ ਲਾਇਆ ਹੋਇਆ, ਰਜਿਸਟਰਡ ਓਨਰ ਇਨਫੋਰਮੇਸ਼ਨ, ਉਹ ਨਾ ਲੈ ਸਕਦੇ ਨੇ। ਸਿਰਫ ICBC ਉਹਨਾਂ ਦੇ ਬਿਹਾਫ 'ਤੇ ਤੁਹਾਡੇ ਤੋਂ ਲਾਇਸੈਂਸ ਰੀਨਿਊ ਕਰਨ ਵੇਲੇ ਮਨੀ ਨਹੀਂ ਲੈ ਸਕਦੀ। ਹਾਂ, ਸਰਕਾਰੀ ਕੋਈ ਟਿਕਟ ਮਿਲੀ ਹੋਈ ਹੈ ਜਿਹੜੀ ਪੁਲਿਸ ਦੀ ਹੈ ਜਾਂ ਸਿਟੀ ਦੀ ਹੈ, ਉਹ ICBC ਨਾਲ ਉਹ ਅੱਜ ਕੱਲ੍ਹ ਹੁਣ ਇਕੱਠਾ ਕਰ ਲੈਂਦੇ ਨੇ। ਇੰਪਾਰਕ ਨੇ ਇਹ ਜਿਹੜਾ ਕੁਛ ਇੱਕ ਜਗ੍ਹਾ ਨਹੀਂ ਹੈ, ਅਤੇ ਇਹ ਜਿਹੜੀ ਤੁਸੀਂ ਪਾਰਕ ਜਾਂਦੇ ਹੋ, ਪਾਰਕ ਲਾਉਂਦੇ ਹੋ, ਪਾਰਕ ਦੀ ਪੇ ਕਰਦੇ ਹੋ, ਅਤੇ ਜਦ ਤੁਸੀਂ ਉੱਥੇ ਪਾਰਕ ਗੱਡੀ ਕਰਦੇ ਹੋ, ਪਾਰਕ ਸਾਰੇ ਕਰਕੇ ਜਾਂਦੇ ਨੇ ਅਤੇ ਪੇ ਕਰਕੇ ਜਾਂਦੇ ਨੇ, ਕੁਛ ਮਿੰਟ ਜਿਹੜਾ ਹੈ ਉਹ ਉੱਪਰ ਹੋ ਜਾਂਦੇ ਨੇ, ਅਤੇ
ਵਕੀਲ ਇਹ ਗੱਲ ਜ਼ਰੂਰ ਕਹਿੰਦਾ ਹੈ, ਉਹ ਕਹਿੰਦਾ ਵੀ ਪੇ ਜ਼ਰੂਰ ਕਰੋ ਜਿੱਥੇ ਤੁਸੀਂ ਪਾਰਕਿੰਗ ਟਿਕਟ ਲਈ ਜਾਂਦੇ ਹੋ, ਅਤੇ ਪਰ ਉਹਦਾ ਜਿਹੜਾ ਫਾਈਨ ਹੈ, ਜਿਹੜਾ $3 ਦੀ ਜਗ੍ਹਾ $70 ਹੈ, ਉਹਦੇ ਲਈ ਤੁਸੀਂ ਫਾਈਟ ਕਰ ਸਕਦੇ ਹੋ। ਪ੍ਰਾਈਵੇਟ ਪਾਰਕਿੰਗ ਲੋਟਸ ਦੇ ਵਿੱਚ ਕੀਤੇ ਗੱਡੀ ਖੜੀ ਅਤੇ ਥੋੜ੍ਹਾ ਜਿਹਾ ਸਮਾਂ ਵੱਧ ਅਤੇ ਮਿਲਿਆ ਜਿਹੜਾ ਫਾਈਨ ਦੀਆਂ ਟਿਕਟਾਂ ਹੈ, ਉਹਦੀ ਗੱਲ ਕਰ ਰਿਹਾ ਮੈਂ। ਜਗਦੀਪ ਸਿੰਘ ਖੰਗੂੜਾ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੇਰੇ ਦਿਮਾਗ 'ਚ ਨਾ ਇਹ ਕੁਐਸਚਨ ਆਉਂਦਾ ਹੁੰਦਾ ਵੀ ਜਦੋਂ ਜਿਹੜਾ ਵੀ ਪਲਾਜ਼ਾ ਬਣਦਾ ਹੈ ਨਾ, ਸਿਟੀ ਨੂੰ ਪਲਾਨ ਸਬਮਿਟ ਹੁੰਦੇ ਨੇ ਜਾਂ ਜੋ ਵੀ ਹੁੰਦੇ ਨੇ, ਉਹ ਫ੍ਰੀ ਕਸਟਮਰ ਪਾਰਕਿੰਗ ਉਹਨਾਂ ਨੇ ਉੱਥੇ ਐਲੋਕੇਟ ਕੀਤੀ ਹੁੰਦੀ ਆ। ਤੇ ਉਹ ਦੁਬਾਰਾ ਜਦੋਂ ਮਤਲਬ ਹੁਣ ਜਿਹੜੇ ਪਲਾਜ਼ੇ ਬਣੇ ਹੋਏ ਨੇ ਚਿਰਾਂ ਦੇ, ਉਹ ਹੁਣ ਐਮਪਾਰਕ ਨੂੰ ਉਹ ਕਾਂਟਰੈਕਟ ਤੇ ਦੇਈ ਜਾਂਦੇ ਨੇ। ਸਿਟੀ ਨੂੰ ਨਹੀਂ ਇਨਵੋਲਵ ਹੋਣਾ ਚਾਹੀਦਾ, ਜਾਂ ਉਸ ਹਿਸਾਬ ਨਾਲ ਪ੍ਰੋਪਰਟੀ ਟੈਕਸ ਉਹਨਾਂ ਦਾ ਉੱਦਾਂ ਦਾ ਕਰਨ, ਕਿਉਂਕਿ ਉਹ ਰੈਵਨਿਊ ਜਨਰੇਟ ਕਰ ਰਹੇ ਨੇ। ਜਿਹੜੇ ਪਲਾਨ ਸਬਮਿਟ ਹੋਏ ਹੋਏ ਨੇ ਸਿਟੀ ਨੂੰ, ਉਹ ਹੋਏ ਹੋਏ ਨੇ ਜਿੱਦਾਂ ਫ੍ਰੀ ਕਸਟਮਰ ਪਾਰਕਿੰਗ ਦੇ। ਬਿਲਕੁਲ ਸਿਟੀ ਨੂੰ ਇਨਵੋਲਵ ਹੋਣਾ ਚਾਹੀਦਾ। ਹਾਂਜੀ, ਇਹ ਬਾਅਦ ਵਿੱਚ ਉਹਨਾਂ ਨੂੰ ਦਿੰਦੇ ਆ। ਟਰਾਈ ਐਨ ਐਬਸਰਡ। ਹਾਂਜੀ, ਤੇ ਮੇਰੇ ਖਿਆਲ ਨਾਲ ਉਹ ਪਲਾਨ ਸਾਰੇ ਉਹ ਫ੍ਰੀ ਕਸਟਮਰ ਪਾਰਕਿੰਗ ਦੇ ਨੇ ਸਿਟੀ ਦੇ ਵਿੱਚ। ਜਦੋਂ ਬਿਲਡਿੰਗ ਅਪਰੂਵ ਹੁੰਦੀ ਆ, ਉਹਨਾਂ ਨੂੰ ਹਾਫ ਟੂ ਦੇਣੀ ਪੈਂਦੀ ਆ, ਅਦਰਵਾਈਜ਼ ਸਿਟੀ ਅਪਰੂਵ ਨਹੀਂ ਕਰਦੀ, ਤੇ ਉਦੋਂ ਬਾਅਦ ਉਹ ਕਾਂਟਰੈਕਟ ਦੇ ਦਿੰਦੇ ਨੇ। ਬਿਲਕੁਲ ਠੀਕ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਨੀ, ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ, ਅੱਜ ਕੱਲ੍ਹ ਮੈਨੂੰ ਵੀ ਨਾ ਵੈਨਕੂਵਰ 'ਚ 2 ਸਾਲ ਹੋ ਗਏ ਟਿਕਟ ਮਿਲੀ ਸੀਗੀ, ਤੇ ਆਓ ਅੱਜ ਕੱਲ੍ਹ ਇਹਨਾਂ ਨੇ ਹੁਣ ਨਵੇਂ ਧਮਕੀਆਂ ਬਹੁਤ ਦੇ ਰਹੇ ਆ ਜੀ। ਲੈਟਰਾਂ ਪਾ ਕੇ ਅਸੀਂ ਤੁਹਾਡਾ ਘਰ ਕਰ ਲਾਂਗੇ, ਟੇਕ ਓਵਰ ਕਰ ਲਾਂਗੇ, ਅਸੀਂ ਤੁਹਾਡੀਆਂ ਵੇਜਸ ਗਾਰਨਿਸ਼ ਕਰ ਲਾਂਗੇ, ਤੁਹਾਡੇ ਬਿਹਾਫ ਤੇ ਬੈਂਕਰਪਸੀ ਫਾਈਲ ਕਰ ਦਾਂਗੇ। $109 ਦੀ ਟਿਕਟ ਆ ਜੀ। ਮੈਂ ਤਾਂ ਹੱਸਦਾ ਹੁੰਦਾ ਕਈ ਵਾਰੀ ਇਹਨਾਂ ਦੀਆਂ ਲੈਟਰਾਂ ਤੇ, ਅਸੀਂ ਵਕੀਲ ਹਾਇਰ ਕਰ ਲਿਆ, ਅਸੀਂ ਤੁਹਾਡੀ ਬੈਂਕਰਪਸੀ ਫਾਈਲ ਕਰ ਦਾਂਗੇ ਤੁਹਾਡੇ ਬਿਹਾਫ ਤੇ। ਕਈ ਵਾਰੀ ਬਹੁਤ, ਜਿਵੇਂ ਆਮ ਬੰਦੇ ਨੂੰ ਜਿਹਨੂੰ ਨਹੀਂ ਪਤਾ, ਉਹਨਾਂ ਲਈ ਤਾਂ ਬਹੁਤ ਸਟ੍ਰੈਸਫੁਲ ਕਰ ਦਿੰਦੇ ਆ ਇਹ ਚੀਜ਼ਾਂ। ਬਿਲਕੁਲ। ਜਿਹੜੇ ਵਕੀਲਾਂ ਨੇ ਕਿਹਾ, ਉਹਦੇ ਵਿੱਚ ਹੁਣ ਲਿਖਿਆ ਵੀ ਆ ਵੀ ਐਕੁਆਫੈਕਸ ਤੇ ਤੁਹਾਡੇ ਰੈਕਡ ਤੇ ਅੱਗੇ ਚਲੇ ਜਾਂਦੀ ਸੀ, ਪਰ ਹੁਣ ਉਹ ਵੀ ਐਕੁਆਫੈਕਸ ਨੇ ਕਿਹਾ ਕਲੈਕਸ਼ਨ ਏਜੰਸੀ ਨੂੰ ਵੀ ਤੁਸੀਂ ਸਾਡੇ ਰੈਕਡ ਤੇ ਨਹੀਂ ਇਹਨੂੰ ਪਾ ਸਕਦੇ, ਜਿਹੜੇ ਪ੍ਰਾਈਵੇਟ ਪਾਰਕਿੰਗ ਲੋਟ ਦੀ ਕਲੈਕਸ਼ਨ। ਹਾਂਜੀ ਹਾਂਜੀ, ਇਹ ਕੁਛ ਨਹੀਂ ਕਰ ਸਕਦੇ ਵੀ ਜੀ। ਇਹ ਸਿਰਫ ਧਮਕੀਆਂ ਦੇ ਕੇ, ਲੋਕਾਂ ਨੂੰ ਡਰਾ ਕੇ, ਬਸ ਇਹਨਾਂ ਨੂੰ ਹੁੰਦਾ ਵੀ ਜਿੰਨੇ ਪੈਸੇ ਮਿਲਦੇ ਆ ਉਨੇ ਕਢਾ ਲਓ ਇਹਨਾਂ ਤੋਂ। ਬਿਲਕੁਲ, ਕਿਉਂਕਿ ਕਾਰਨ ਇੱਕ ਹੈ ਨਾ ਜੀ, ਪੱਕੇ ਵਕੀਲ ਕੀਤੇ ਹੋਏ ਨੇ ਸਾਲ ਦੇ, ਸਾਲਮ ਟਾਂਗੇ ਵਾਂਗੂ, ਤੇ ਬਸ ਉਹ ਚਿੱਠੀਆਂ ਪਾਈ ਜਾਂਦੇ ਨੇ। ਕੁਲਵੀਰ ਸਿੰਘ ਲਹਿਲ, ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਜਿਹੜੀ ਪਾਰਕਿੰਗ ਦੀ ਗੱਲ, ਜਦੋਂ ਇਹ ਪਲਾਜ਼ੇ ਬਣਦੇ ਆ ਜਾਂ ਕੋਈ ਪ੍ਰਾਪਰਟੀਆਂ ਇੱਦਾਂ ਬਣਦੀਆਂ ਵੱਡੀਆਂ, ਉਦੋਂ ਸਿਟੀ ਨੂੰ ਇਹ ਚੀਜ਼ਾਂ ਚਾਹੀਦੀਆਂ ਵੀ ਇਹਦੇ ਲਈ ਫ੍ਰੀ ਪਾਰਕਿੰਗ ਵੀ ਚਾਹੀਦੀ ਆ, ਪਹਿਲਾਂ ਅਵੇਲੇਬਲ ਕਰਨੀ ਪਲਾਨ ਦੇ ਵਿੱਚ। ਜੋ ਉਹ ਚੀਜ਼ਾਂ ਨਾਲ, ਜੇ ਹੁਣ ਇਹ ਪਲਾਜ਼ੇ ਬਣ ਜਾਂਦੇ ਆ, ਪਲਾਜ਼ੇ ਇੱਦਾਂ ਬਣ ਜਾਂਦੇ ਆ, ਉਹ ਜਿੱਦਾਂ ਮੱਖੀਆਂ ਦਾ ਸ਼ਹਿਦ ਦਾ ਗੁੱਛਾ ਲੱਗਾ ਹੁੰਦਾ ਇੱਦਾਂ ਬਣਾਉਂਦੇ ਆ ਸਟੋਰਾਂ ਨਾ, ਉਹਨਾਂ ਦੀ ਪਾਰਕਿੰਗ ਹੈ ਨਹੀਂ। ਉਹਦੇ ਵਿੱਚੋਂ ਕੁਛ ਪ੍ਰਾਪਰਟੀ ਉਹਨਾਂ ਨੂੰ ਫ੍ਰੀ ਪਾਰਕਿੰਗ ਲਈ ਰੱਖਣੀ ਅਲਾਉਡ ਕਰਨੀ ਚਾਹੀਦੀ ਆ, ਵੀ ਇਹ ਇੱਥੇ ਜਿਹੜੀ ਪਾਰਕ ਆ ਉਹ ਜਿਹੜੇ ਤੁਹਾਡੇ ਕਸਟਮਰ ਆਉਣਗੇ ਉਹ ਇੱਥੇ ਖੜੀ ਕਰਨਗੇ। ਇਹ ਨਹੀਂ ਹੋਵੇ ਵੀ ਪਲਾਜ਼ਾ ਹੋਵੇ, ਉਹਦੀ ਪਾਰਕਿੰਗ ਹੋਵੇ, ਗੁਆਂਢੀਆਂ ਨੇ ਕਰਨ, ਜਾਂ ਗੁਆਂਢੀ ਆਪੇ ਖੜੀ ਨਹੀਂ ਕਰਨ ਦੇਣਗੇ ਨਾ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਜਾਂ ਰੋਡਾਂ ਤੇ ਕੋਈ ਚੀਜ਼ ਇੱਦਾਂ ਦੀ ਸਾਈਡਾਂ ਤੇ ਬਣਾਉਣੀ ਚਾਹੀਦੀ ਆ ਵੀ ਉਹਦੇ ਵਿੱਚ ਪਾਰਕ ਸਾਈਡ ਤੇ ਕੋਈ ਲਾ ਸਕੇ। ਕੋਈ ਤਰੀਕਾ ਹੋਣਾ ਚਾਹੀਦਾ। ਸਿਟੀ ਡਿਵੈਲਪਮੈਂਟ ਤਾਂ ਕਰੀ ਜਾਂਦੀ, ਪਰ ਪਾਰਕਿੰਗ ਦੀ ਪ੍ਰੋਬਲਮ ਜਿਹੜੀ ਉਹ ਨਹੀਂ ਹੱਲ ਹੁੰਦੀ ਹੈ, ਉਹ ਰਹੀ। ਬਿਲਕੁਲ ਜੀ ਕੁਲਵੀਰ, ਥੈਂਕ ਯੂ। ਹੈਰੀ ਕੂਨਰ ਜੀ, ਲਾਈਨ ਨੰਬਰ 4। ਜਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹੈਰੀ ਜੀ। ਜਲ ਸਾਹਿਬ, ਮੈਂ 2 ਇੰਸੀਡੈਂਟ ਦੱਸਣੇ ਆ, ਡਾਇਮੰਡ ਪਾਰਕਿੰਗ ਦੇ ਤੇ ਇੰਪਾਰਕ ਦੇ ਜੀ। ਇਹ ਸਾਨੂੰ ਸਿਟੀ ਨੂੰ ਕਾਲ ਆਈ ਸੀਗੀ, ਸਿਟੀ ਮੈਮੋਰੀਅਲ ਹਸਪੀਟਲ ਦੇ ਵਿੱਚ ਲੋਕ ਬਾਹਰ ਸਮੋਕਿੰਗ ਕਰਦੇ ਆ। ਸੋ ਸਾਡੇ ਉੱਥੇ ਮੈਂ ਵੀ ਸੀ, ਇੱਕ ਹੋਰ ਆਫਿਸਰ ਸੀਗਾ, ਅਸੀਂ ਚਲੇ ਗਏ, ਕਾਰਾਂ ਖੜਾ ਕੇ ਅਸੀਂ ਉੱਥੇ ਐਮਰਜੈਂਸੀ ਦੇ ਮੂਹਰੇ ਖੜੇ ਹੀ ਆ ਵੀ ਜਿਹੜੇ ਬੰਦੇ ਸਮੋਕ ਕਰ ਰਹੇ ਸੀ। ਇੰਪਾਰਕ ਵਾਲਾ ਸਾਨੂੰ ਟਿਕਟਾਂ ਲੈ ਗਿਆ ਉੱਥੇ। ਵਾਹ, ਬਾਈਲਾ ਆਫਿਸਰ ਨੂੰ। ਹਾਂਜੀ, ਤੁਹਾਡੀਆਂ ਡੈਜ਼ਿਗਨੇਟਡ ਗੱਡੀਆਂ 'ਚ? ਹਾਂਜੀ ਹਾਂਜੀ, ਸਿਟੀ ਉਸਰੀ ਦੀ ਮਾਰਕ ਗੱਡੀਆਂ ਨੇ, ਤੇ ਸਾਡੀ ਉੱਥੇ ਕੋਈ ਪਾਰਕਿੰਗ ਨਹੀਂ ਹੈਗੀ, ਪੁਲਿਸ ਦੀ ਆ ਤੇ ਕਰੈਕਸ਼ਨ ਦੀ ਆ। ਅਸੀਂ ਕਰੈਕਸ਼ਨ ਦੀ ਪਾਰਕਿੰਗ, ਚਲੋ ਪੁਲਿਸ ਦੀ ਤਾਂ, ਕਰੈਕਸ਼ਨ ਵਾਲੇ ਤਾਂ ਉੱਥੇ ਆਉਂਦੇ ਹੀ ਨਹੀਂ ਕਦੇ। ਅਸੀਂ ਕਰੈਕਸ਼ਨ ਦੀ ਪਾਰਕਿੰਗ 'ਚ ਲਾ ਕੇ ਚਲੇ ਗਏ, ਤੇ ਜਦੋਂ ਅਸੀਂ ਆਏ ਤੇ ਸਾਨੂੰ ਟਿਕਟਾਂ ਦੇ ਗਏ ਪਾਰਕ ਵਾਲੇ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਅਸੀਂ ਇੱਥੇ ਆਪਦੇ ਪਰਸਨਲ ਯੂਜ਼ ਨਹੀਂ ਆਏ, ਸਿਟੀ ਮੈਮੋਰੀਅਲ ਨੇ ਸੱਦਿਆ ਤੇ ਤਾਂ ਅਸੀਂ ਆਏ ਆ ਇੱਥੇ। ਤੇ ਉਹ ਕਹਿੰਦੇ ਵੀ ਡੋਂਟ ਕੇਅਰ। ਮੈਂ ਕਿਹਾ ਚਲੋ ਠੀਕ ਹੈ ਜੀ, ਮੈਂ ਵੀ ਥੋੜਾ ਜਿਹਾ ਪਰਸਨਲ ਲੈ ਗਿਆ। ਤੇ ਜਦੋਂ ਮੈਂ ਉਹਨਾਂ ਦਾ ਲਾਇਸੈਂਸ ਰਨ ਕੀਤਾ, ਉਹਨਾਂ ਕੋਲੇ ਭਾਈ ਸਾਹਿਬ ਇੰਪਾਰਕ, ਉਹਨਾਂ ਕੋਲੇ ਲਾਇਸੈਂਸ ਹੀ ਹੈ ਨਾ ਸਿਟੀ ਉਸਰੀ 'ਚ ਬਿਜ਼ਨਸ ਕਰਨ ਦਾ। ਵਾਹ।
ਤੇ ਫਿਰ ਉਹਨਾਂ ਨੂੰ $500 ਦੀ ਮੈਂ ਉਹਨੂੰ ਬੰਦੇ ਨੂੰ ਟਿਕਟ ਦਿੱਤੀ। ਮੈਂ ਕਿਹਾ ਪਹਿਲਾਂ ਤੁਸੀਂ 35 ਦੀ ਤਾਂ ਬਾਅਦ 'ਚ ਨਹੀਂ, $500 ਦੀ ਲਾਇਸੈਂਸ ਆਪਦੇ ਮੈਨੇਜਰ ਨੂੰ ਦੇ। ਸਵਾਦ ਲਿਆ ਸੇਮ ਹੀ ਹਾਂਜੀ ਸੇਮ ਹੀ ਡਾਇਮੰਡ ਦੀ ਪਾਰਕਿੰਗ ਲਾਟ ਸੀਗੀ 102 ਤੇ ਯੂਨੀਵਰਸਿਟੀ ਵੇ ਤੇ ਜਿਹੜੀ ਉਹਨਾਂ ਦਾ ਕੋਈ ਬਿਜ਼ਨਸ ਲਾਇਸੈਂਸ ਨਹੀਂ ਸੀਗਾ। ਸੋ ਮੇਰੀ ਇੱਕ ਗੁਜ਼ਾਰਿਸ਼ ਹੈ, ਜੇ ਤੁਹਾਨੂੰ ਸਿਟੀ 'ਚ ਕੋਈ ਟਿਕਟ ਮਿਲਦੀ ਹੈ ਨਾ, ਉਹਦਾ ਸਿਟੀ ਨੂੰ ਫੋਨ ਕਰਕੇ ਪਤਾ ਕਰੋ ਵੀ ਉਹਨਾਂ ਕੋਲ ਬਿਜ਼ਨਸ ਲਾਇਸੈਂਸ ਹੈਗਾ ਕਿ ਨਹੀਂ। ਇਹ ਵਿਦਆਊਟ ਬਿਜ਼ਨਸ ਹੀ ਅੱਧੇ ਕੰਮ ਕਰੀ ਜਾਂਦੇ ਜੀ ਇੱਥੇ। ਕਮਾਲ ਕਰ ਬਿਜ਼ਨਸ ਲਾਇਸੈਂਸ ਆ ਨਹੀਂ। ਧੰਨਵਾਦ ਜੀ। ਥੈਂਕ ਯੂ। ਹੈਰੀ ਕੂਨਰ ਜੀ, ਬਾਇਲਾ ਆਫੀਸਰ ਨੇ ਸਿਟੀ ਅਫਸਰ ਦੇ ਵਿੱਚ। ਗੁਰਮੀਤ ਕੌਰ ਪੁਰੇਵਾਲ ਜੀ, ਲਾਈਨ ਨੰਬਰ 5। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦੀ ਜਿੰਨੇ ਵੀ ਹੈ ਨਾ ਮਾਲ ਵਗੈਰਾ ਬਣੇ, ਇਹਨਾਂ ਦੇ ਮੂਹਰੇ ਪਾਰਕਿੰਗ ਸਾਰੀ ਫ੍ਰੀ ਹੋਣੀ ਚਾਹੀਦੀ ਆ, ਹੈ ਨਾ ਜੀ ਬਿਲਕੁਲ। ਉਹ ਤਾਂ ਮੰਨਿਆ ਵੀ ਜੇ ਕੋਈ ਸਾਰੀ ਰਾਤ ਹੀ ਕਾਰ ਖੜੀ ਕਰਕੇ ਤੇ ਕੰਮ ਤੇ ਚਲ ਗਿਆ, ਉਹ ਤਾਂ ਮੰਨਿਆ ਵੀ ਟਿਕਟ ਕੋਈ ਰੱਖ ਜਾਵੇ ਤਾਂ ਕੋਈ ਮਾਈਂਡ ਨਹੀਂ ਕਰਦਾ, ਵੀ ਕਰਨੀ ਵੀ ਨਹੀਂ ਸਾਨੂੰ ਚਾਹੀਦੀ, ਹੈ ਨਾ ਜੀ। ਉੱਥੇ ਲੋਕੀ ਸ਼ਾਪਿੰਗ ਕਰਨ ਜਾਂਦੇ ਆ ਤੇ ਕਰਕੇ ਆ ਜਾਂਦੇ ਆ ਨਾ। ਤੇ ਮੈਂ ਅੰਦਰ ਗਈ ਤੇ ਮੇਰੀ ਆਉਂਦੀ ਨੂੰ ਉਹਨੇ ਟਿਕਟ ਰੱਖਿਆ ਆ, ਹੈ ਨਾ। ਅੱਛਾ ਜੀ। ਜਦੋਂ ਮੈਂ ਆਈ ਬਾਹਰ ਤੇ ਉਹ ਹਜੇ ਗਿਆ ਨਹੀਂ ਸੀਗਾ। ਮੈਂ ਕਿਹਾ ਕਿ ਮੈਂ ਇੱਥੇ ਡਾਂਸ ਕਰਨਾ ਹੀ ਆ, ਮੈਂ ਜਸਟ ਕੇਮ ਟੂ ਗੈਟ ਸਮ ਗਰੋਸਰੀ ਐਂਡ ਦੈਨ ਗੋ ਹੋਮ। ਤੇ ਕਹਿੰਦਾ ਆਈ ਡੋਂਟ ਕੇਅਰ, ਹੈ ਨਾ। ਆ ਗਿਆ, ਚਲੋ ਜੀ। ਤੇ ਮੇਰੀ ਗ੍ਰੈਂਡਫਾਦਰ ਕਹਿੰਦੀ ਪਾੜ ਕੇ ਸੁੱਟ ਦੇ, ਇਹਨੂੰ ਕੁਛ ਨਹੀਂ ਹੁੰਦਾ, ਹੈ ਨਾ। ਤੇ ਉਹ ਹੈ ਨਾ ਬੜੀਆਂ ਇੱਦਾਂ ਦੀਆਂ ਏਜੰਸੀ ਤੇ ਤੂੰ ਪਾ ਦੇਣਾ, ਤੈਨੂੰ ਆਇਆ ਕਰ ਦੇਣਾ, ਤੈਨੂੰ ਆਇਆ ਕਰ ਦੇਣਾ, ਚਿੱਠੀਆਂ ਪਾਉਂਦੇ ਰਹੇ। ਹੁਣ ਤੇਰੇ ਇੰਨੇ ਹੋ ਗਏ, ਹੁਣ 175 ਤੋਂ ਹੁਣ ਇੰਨੇ ਹੋ ਗਏ, ਇੱਦਾਂ ਕਰਦੇ ਰਹੇ। ਫਿਰ ਹਾਰ ਕੇ ਹਟ ਗਏ। ਮੇਰੇ ਨਾਲ ਏਦਾਂ ਹੋਈ ਸੀ ਇੱਕ ਵਾਰੀ, ਮੇਰੀ ਆਪਣੀ ਗਲਤੀ ਸੀ। ਡਰੱਗ ਸਟੋਰ ਦੇ ਮੂਹਰੇ ਹੁੰਦਾ ਨਾ ਇੱਕ ਲੀਕਾਂ ਜਿਹੀਆਂ ਬਾਈਆਂ ਹੁੰਦੀਆਂ ਜਿੱਥੇ ਕਿ ਫਾਇਰ ਦੇ ਉਹ ਆਉਂਦੇ ਉੱਥੇ। ਉਹ ਮੈਂ ਕਿਹਾ ਚਲੋ ਮੈਂ ਚੱਕਣੀ ਆ ਦਵਾਈ, ਹੈ ਨਾ, ਅੰਦਰੋਂ ਬਣੀ ਪਈ ਆ। ਤੇ ਮੈਂ ਉੱਥੇ ਕਰ ਗਈ ਤੇ ਉਹ ਮੇਰੀ ਟੋ ਟਰੱਕ ਵਾਲਾ ਮੇਰੀ ਕਾਰ ਖਿੱਚੀ ਜਾਵੇ। ਮੈਂ ਕਿਹਾ ਉਹ ਠਹਿਰ, ਉਹ ਨਹੀਂ ਠਹਿਰਿਆ। ਤੇ ਫਿਰ ਉਹ ਲੈ ਗਿਆ। ਫਿਰ ਕਿ ਪਤਾ ਨਹੀਂ, ਮੈਨੂੰ ਯਾਦ ਨਹੀਂ, $175 ਦੇ ਕੇ ਮੈਂ ਆਪਣੀ ਕਾਰ ਲਿਆਈ। ਫਿਰ ਉੱਥੋਂ ਇਸ ਤਰ੍ਹਾਂ ਹੀ ਹੁੰਦਾ ਜੀ। ਹਰਦਿਆਲ ਨਾਗਰਾ ਜੀ, ਲਾਈਨ ਨੰਬਰ 6। ਜੱਜ ਸਾਹਿਬ ਸਾਰੇ ਪਾਸੇ ਗਿਲੇ ਗਿਲੇ, ਸੁੱਖ ਦੇ ਪਾਸੇ ਹੈ ਹੀ ਨਹੀਂ ਯਾਰ। ਨਹੀਂ, ਸੁੱਖ ਹੋ ਹੀ ਨਹੀਂ ਸਕਦੀ ਆਪਣੇ ਹੁੰਦੇ। ਬਾਕੀ ਸਿਟੀ ਤਾਂ ਇਹ ਨਾ ਪ੍ਰਾਈਵੇਟ ਕੰਪਨੀਆਂ ਠੇਕੇ ਲੈਂਦੇ, ਇਹ ਮੇਰੇ ਹੁੰਦੇ ਆ, ਇਹ ਲੱਖਾਂ ਡਾਲਰ ਖਰਚਾ ਕਰਦੇ ਫਿਰ ਲੈਂਦੇ ਆ ਇਹ ਪ੍ਰਾਈਵੇਟ ਕੰਪਨੀਆਂ ਵਾਲੇ ਠੇਕੇ ਸਿਟੀ ਤੋਂ। ਸਿਟੀ ਦਾ ਘਾਟਾ, ਸਿਟੀ ਦਾ ਤਾਂ ਆਪ 22 ਲੱਖ ਵਾਰ ਕਰ ਦਿੰਦੇ ਆ। ਇੱਥੇ ਸਾਡੇ ਸਰੀ ਤਾਂ ਹਰੀ ਜਾਈ ਪਈ ਯਾਰ, ਇਹਨੇ ਤਾਂ ਪ੍ਰੋਸੀਜਰ ਹੋ ਜਾਂਦੇ 22 ਲੱਖ ਇਹਦੀ ਹਰ ਕਿਤੇ ਉਹ ਨਾ। 22 ਲੱਖ ਵਾਲੇ ਤਾਂ ਫਾਇਦਾ ਕਰਦੇ ਆ ਨਾਗਰਾ ਸਾਹਿਬ, 22 ਲੱਖ ਵਾਲਾ ਤਾਂ ਦੱਸ ਕੇ ਗਿਆ। ਅੱਛਾ, ਕਈ ਵਾਰ ਗਰੀਬ ਮਾਰ ਹੋ ਜਾਂਦੀ ਹੈ। 98 ਦੀ ਗੱਲ ਹੈ, ਜਾਂ ਮੈਨੂੰ ਆਏ ਨੂੰ 5-7 ਮਹੀਨੇ ਹੋਏ, ਮੇਰਾ ਖਿਆਲ 500-700 ਹੋਣਾ ਬੈਂਕ 'ਚ। ਤੇ ਉਹ ਜਿਹੜਾ ਕੈਨੇਡੀ ਸ਼ਾਪਿੰਗ ਇੱਕ ਹੁੰਦਾ ਸੀ ਨਾ 88 ਤੇ ਸਕਾਟ ਤੇ ਜਿੱਥੇ CIBC ਸੀ, ਉਹ ਮੈਂ ਕਿਹਾ ਚੱਲ $20 ਕਢਾ ਲਿਆਈਏ, ਦੁੱਧ ਤਾਂ ਲੈਣਾ। ਮੈਂ ਅੰਦਰ ਵੜ ਗਿਆ, ਖਾਲੀ 40 ਕਢਾ ਕੇ ਲਿਆਂਦੇ। ਆਉਂਦਿਆਂ ਨੂੰ ਨਾ ਮੂਹਰੇ ਸ਼ਿਕੰਜਾ ਲਾਈ ਬੈਠਾ ਟਾਇਰ ਤੇ, ਕੋਲੇ ਬੈਠਾ ਜਿਵੇਂ ਬਟੇਰੇ ਫੜਨ ਨੂੰ ਬੰਦਾ ਬੈਠਾ ਹੁੰਦਾ ਨਾਲ ਹੀ। ਮੈਂ ਕਿਹਾ ਤੂੰ ਆਹ ਕਰੀ ਬੈਠਾ? ਕਹਿੰਦਾ ਜਿਹੜੇ ਆ ਤੇਰੇ ਹੱਥ 'ਚ ਨੇ ਮੈਨੂੰ ਦੇ ਦੇ, ਤੂੰ ਨਵੇਂ ਕਢਾ ਲਿਆ ਅੰਦਰੋਂ। ਭਾਈ ਬੰਦੇ ਸੀ ਆਪਣਾ ਕੋਈ। 40 ਉਹਨੇ ਲੈ ਲਏ, ਸ਼ਿਕੰਜਾ ਕਹਿੰਦਾ ਖੋਲ ਕੇ। ਜਦ ਮੈਂ ਅੰਦਰ ਨੂੰ ਬਣ ਲੱਗਿਆ, ਕਹਿੰਦਾ 40 ਹੋਰ ਦੂੰ, ਪਹਿਲਾਂ ਇਹਨੂੰ ਮੂਵ ਕਰਕੇ ਉੱਥੇ ਪਰਲੇ ਬੰਨੇ ਲਾ ਕੇ ਆ। ਇਹ ਲਾਈਨਾਂ ਵਾਲੀ 'ਚ ਨਾ ਕਦੇ ਵੀ ਖੜਾਇਓ, ਖਿਆਲ ਰੱਖਿਓ। ਹਰਪਾਲ ਸਿੰਘ ਕੰਗ, ਲਾਈਨ ਨੰਬਰ 1। ਗਿੱਲ ਸਾਹਿਬ ਦੇਖੋ, ਜੇ ਨਾ ਹੋਣ ਤਾਂ ਫੇਰ ਵੀ ਉਥਲ ਪੁਥਲ ਕਰ ਦੇਣਾ ਆਪਣੇ ਵੀ, ਤੁਹਾਨੂੰ ਦੱਸ ਦਿੰਦਾ। ਪਰ ਇਹ ਕਰਦੇ ਧੱਕਾ ਥੋੜਾ ਜਿਹਾ। ਹੁਣ ਆ ਪਾਇਲ ਪਲਾਜ਼ੇ ਲਾ ਲਓ, ਕੁਝ ਜ਼ਿਆਦਾ ਕਿਸੇ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ, ਤਾਂ ਉਹ ਫਿਰਦੇ ਆ ਤੁਹਾਡੇ ਕਹਿਣ ਉਹਨੂੰ ਐਨ ਸ਼ਿਕਾਰੀ ਅੰਗ। ਪਰ ਗਿੱਲ ਸਾਹਿਬ ਜਿਹੜਾ ਹੈ ਨਾ ਹੌਸਪੀਟਲ ਦੀ ਪਾਰਕਿੰਗ ਆ, ਇਹਦੇ ਬਾਰੇ ਸੋਚਣਾ ਚਾਹੀਦਾ। ਇਹਦੇ ਵਿੱਚ ਬੰਦਾ ਉਹ ਖੁਸ਼ੀਨਾਮੇ ਕੋਈ ਨਹੀਂ ਜਾਂਦਾ, ਉਹਦੀ ਜਾਂ ਤਾਂ ਸਾਰੀ ਦਿਹਾੜੀ ਦੀ $4 ਜਾਂ $5 ਹੋਣ, ਘੰਟੇ ਆਵਰਲੀ ਇਹ ਕੰਮ ਨਹੀਂ ਚਾਹੀਦਾ। ਬੰਦੇ ਦੀ ਸੁਤਾਈ ਉੱਧਰ ਰਹਿੰਦੀ ਹੈ, ਬੰਦਾ ਸੋਚਦਾ ਮੈਂ ਘੰਟੇ 'ਚ ਮੁੜਿਆ ਨਾ, ਟਾਈਮ ਵੱਧ ਲੱਗ ਜਾਂਦਾ। ਸਾਰੇ ਦਿਨ ਦਾ ਪਾ ਦੇਣ, ਕਿਉਂਕਿ ਸਾਰਾ ਦਿਨ ਉੱਥੇ ਕੋਈ ਬਹਿਣਾ ਨਹੀਂ ਚਾਹੁੰਦਾ। ਜਿਹੜਾ ਬਾਹਲਾ ਮੁਸੀਬਤ ਵਿੱਚ ਉਹ ਬੈਠੂ ਤੇ ਕਹਿ ਦਿੰਦੇ ਆ $5 ਆ ਦਿਹਾੜੀ ਦੇ ਜਾਂ $2 ਆ, ਬਟ ਇੰਨਾ ਕੁ ਰੱਖ ਲੈਣ। ਜਿਹੜਾ ਘੰਟਿਆਂ ਦਾ ਕੰਮ ਹੈ ਨਾ, ਇਹ ਤਾਂ ਇਹਨਾਂ ਦੇ ਬੰਦੇ ਨੇ ਇੰਨੀ ਸ਼ਸ਼ੋਬੰਦੀ ਇਹ ਰੱਖਿਆ ਹੀ ਟਿਕਟਾਂ ਦਾ ਹਿਸਾਬ, ਕਿਉਂਕਿ ਟਾਈਮ ਓਵਰ ਹੋਣਾ ਹੀ ਹੋਣਾ। ਹਾਂਜੀ, ਕਿਤੇ ਵੀ ਲਾ ਲਓ, ਇਹ ਇਹਨਾਂ ਨੇ ਰੱਖਿਆ। ਤੇ ਦੂਜਾ ਸਟੇਟਾ, ਇਹ ਦੇਖੋ ਜੀ, ਇਹ ਤਾਂ ਵੱਡੇ ਜਿੰਨੇ ਵੀ ਵੱਡੀਆਂ ਕੰਪਨੀਆਂ, ਇਹਨਾਂ ਦਾ ਵੀ ਬਹੁਤ ਔਖਾ ਬਈ ਕੰਮ। ਹਾਂ, ਇਹ ਤਾਂ ਤੁਸੀਂ ਦੇਖਿਓ, ਪਤਾ ਨਹੀਂ ਇਹ ਭੇਤ ਨਿਕਲੂਗਾ। ਇਹ ਸਟੇਟਾ ਤਾਂ ਜਿਹੜੀ ਹੈ ਨਾ, ਇਹ ਤਾਂ ਖੂਨ ਨਿਚੋੜਨ ਦੇ ਰੱਖੀ ਆ ਬੰਦੇ ਦੇ, ਜਿੱਦਾਂ ਟੋਲ ਨਹੀਂ ਲਾਉਂਦੇ ਕਿਸੇ ਚੀਜ਼ ਤੇ।
ਇਹ ਤੇ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ। ਸਟੇਟਾ ਇੰਨੀ ਮਾੜੀ ਚੀਜ਼ ਆ। ਜਦੋਂ $400-500 ਆਮ ਆ ਜਿਹੜੇ ਘਰ ਬਣਦੇ ਆ, ਉਹਨਾਂ ਨੂੰ ਕੋਂਡੋ ਕਹਿੰਦੇ ਆ, $500 ਉਹਦੀ ਫੀਸ ਆ। ਦੇਖੋ ਬਿਲਡਿੰਗ ਸਾਰੀ ਬਣਾ ਕੇ, ਜਿਹੜਾ ਪਲਾਜ਼ਾ ਬਣਾ ਕੇ, ਮੁੜ ਕੇ ਕਿੰਨੀ ਇਨਕਮ ਹੋਊਗੀ? $500 ਇੱਕ ਘਰ ਤੋਂ ਲੈਂਦੇ ਆ। ਹਾਂਜੀ, ਤੇ ਇਹਦਾ ਮਤਲਬ ਕੀ ਆ? ਇਹ ਤਾਂ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਇਹ ਤਾਂ ਬਹੁਤ ਵੱਡਾ ਕੋਈ ਮਾਫੀਆ ਜਿਹੜਾ ਹਾਈ ਰਾਈਜ਼ ਬਿਲਡਿੰਗਾਂ ਵਿੱਚ ਵੀ ਆ, ਇਹਨਾਂ ਵਿੱਚ ਵੀ ਆ, ਤੇ ਇਹ ਲੁੱਟ ਖਸੁੱਟ ਬਹੁਤ ਹੋ ਰਹੀ ਆ। ਇਹ ਦੇਖੋ ਬਿਲਡਿੰਗ ਬਣਾ ਲਈ, ਉਹ ਬਿਲਡਿੰਗ ਦੇ ਵਿੱਚੋਂ ਕੁਝ ਵੀ ਨਹੀਂ ਬਣਿਆ, ਇਹਨੂੰ ਫਰਜ਼ ਕਰ ਲਓ, ਤੇ $500 ਇੱਕ ਘਰ ਚੋਂ ਆ ਰਿਹਾ ਇਹਨਾਂ ਨੂੰ ਸਟੇਟਾ ਸੀ, ਤੇ ਉੱਥੇ ਕਿੰਨੇ ਘਰ ਆ? ਇਹ ਤਾਂ $multi-million ਬਣਾਈ ਬੈਠੇ ਆ। ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਇਦਾਂ ਤਾਂ ਬਹੁਤ ਆਮ ਬੰਦੇ ਲਈ ਬਹੁਤ ਔਖਾ ਜੀ। ਧੰਨਵਾਦ ਜੀ। ਧੰਨਵਾਦ ਜੀ। 300 ਯੂਨਿਟ ਦਾ ਜੇ ਟਾਵਰ ਹੈ, $500 ਐਵਰੇਜ ਆ ਜੀ ਮਲਟੀ ਫੈਮਲੀਜ਼ ਦੇ ਵਿੱਚ ਜਿਹੜੇ ਵੱਡੇ ਨੇ। ਤੇ ਇਹ ਦੇਖ ਲਓ ਬਈ 1.5 ਲੱਖ ਹੋ ਗਿਆ ਮਹੀਨੇ ਦਾ। ਉਹਦੇ 'ਚੋਂ ਗੈਸ, ਟੋਟਲ ਗੈਸ ਦਾ ਖਰਚਾ ਦੇਣਾ। ਸਾਲ ਦੇ ਬਾਅਦ ਸਫਾਈ ਇੱਕ ਵਾਰ ਹੁੰਦੀ ਹੈ। ਮੇਜਰ ਖਰਚੇ ਜਿਹੜੇ ਕੋਈ ਹੋਣੇ ਨੇ ਉਹ 10 ਸਾਲਾਂ ਬਾਅਦ ਹੋਣੇ ਨੇ। ਨਵੀਂ ਬਿਲਡਿੰਗ 'ਚ ਕੋਈ $450-500 ਤੋਂ ਘੱਟ ਸਟਰੈਟਾ ਨਹੀਂ। ਜਾਨ ਕੱਢ ਦਿੰਦੇ ਆ ਬੰਦੇ ਦੀ ਸਟਰੈਟਾ ਵਾਲੇ। ਕੰਪਨੀਆਂ, ਵੱਡੀਆਂ ਕੰਪਨੀਆਂ ਹਾਇਰ ਕੀਤੀਆਂ ਨੇ। ਦਫ਼ਤਰ ਦੇਖਿਓ ਜਾ ਕੇ ਉਹਨਾਂ ਦੇ ਡਾਊਨਟਾਊਨ 'ਚ ਜਿੱਥੇ ਉਹ ਬੈਠੀਆਂ ਨੇ। ਮਹਿੰਦਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ। ਹਾਂਜੀ, ਆ ਚੱਲਦੀਆਂ ਪਾਰਕਾਂ ਦੀ ਮੈਂ ਦੱਸਦਾ। ਜਿਮ ਪੈਂਟਰ ਸਾਹਿਬ ਦੀ ਮੇਰੀ ਵਾਈਫ ਦੀ ਗਲ ਦੀ ਸਰਜਰੀ ਹੋਣੀ ਸੀਗੀ। ਤੇ ਉੱਥੇ ਗਏ ਅਸੀਂ 7 ਵਜੇ ਸੁੱਤੇ ਸੀਗਾ। ਮੈਂ ਉਸ ਕਾਲ ਸੀਗਾ ਪਾਰਕਿੰਗ ਏਰੀਆ 'ਚ। ਮੈਂ ਕਿਹਾ ਵੀ ਮੈਂ ਪਤਾ ਕਰਨਾ ਵੀ ਕਿੰਨੇ ਚਿਰ ਟਾਈਮ ਲੱਗੂ, ਮੈਂ ਉਨੇ ਪਾਰਕਿੰਗ ਲੈ ਲੂੰਗਾ। ਕਹਿੰਦਾ ਚੱਲ ਤੂੰ ਜਾਇਆ। ਮੈਂ ਉੱਪਰ ਗਿਆ, ਉਹ ਨਰਸ ਕਹਿੰਦੀ ਵੀ 7 ਘੰਟੇ ਲੱਗਣਗੇ ਮਿਨੀਮਮ। ਤੂੰ ਕਹਿੰਦੀ ਜਾ ਚਲੀ ਜਾ, ਤੂੰ ਅਸੀਂ ਆਪੇ ਸੱਦ ਲਾਂਗੇ। ਮੈਂ ਹੁਣ ਆਪਣਾ ਦਿਲ ਨਹੀਂ ਕਿੱਥੇ ਸੱਦ ਕੇ ਜਾਣ ਨੂੰ। ਚੱਲ ਮੈਂ ਹੇਠਾਂ ਆਇਆ, 7 ਘੰਟੇ ਦੀ ਲੈ ਲਈ। ਉਸ ਤੋਂ ਬਾਅਦ ਸਾਰਾ ਸਿਸਟਮ ਸੁਣੇ ਵੀ ਕੀ ਆ। ਨਰਸਾਂ ਆਈਆਂ, ਬਲੱਡ ਪ੍ਰੈਸ਼ਰ ਚੈੱਕ ਕਰ ਲਿਆ ਆ ਰਿਹਾ। ਫਿਰ ਉਹਨਾਂ ਸਾਨੂੰ ਇਹ ਮੂਵੀ ਦਿਖਾ ਦੀ ਵੀ ਐਂ ਕਟਿੰਗ ਹੋਊ ਕਰਕੇ। ਫਿਰ ਡਾਕਟਰ ਆ ਗਿਆ। ਡਾਕਟਰ ਕਹਿੰਦਾ ਫਿਰ ਇੱਕ ਖਾਂਦੀ ਸੀ ਮੇਰੀ ਵਾਈਫ ਪੇਨ ਕਿਲਰ ਦੀ। ਕਹਿੰਦੀ ਉਹ ਕਿਹੜੀ ਖਾਂਦੀ ਆ? ਉਹ ਕਹਿੰਦੀ ਉਹ ਨਹੀਂ ਮੈਂ ਚੱਕ ਕੇ ਲਿਆਂਦੀ। ਉਹ ਕਹਿੰਦਾ ਵੀ ਜੇ ਮਾਈਂਡ ਨਾ ਕਰੋ ਵੀ ਅੱਧੇ ਘੰਟੇ ਚੱਕ ਕੇ ਲਿਆ ਦਿਓ, ਨਹੀਂ ਤੁਹਾਡੀ ਮੈਂ ਕੈਂਸਲ ਕਰ ਦੇਣੀ ਆ। 7 ਘੰਟੇ ਲਈ ਮੈਂ ਉਹ ਜਦੀ ਗਿਆ ਨਾਲ ਦਾ ਘਰ, ਮੈਂ ਇਹਦੀ ਚੱਕ ਲਿਆ। ਤੇ ਮੇਰੇ ਆਉਂਦੇ ਨੂੰ ਤੇ ਮੈਂ ਉਹਨੂੰ ਕਿਹਾ ਆਖਿਰ ਕਾਲੇ ਨੂੰ, ਮੈਂ ਕਿਹਾ ਮੇਰੇ ਨੰਬਰ ਦੀ। ਕਹਿੰਦਾ ਜਦੋਂ ਤੁਸੀਂ ਗੱਡੀ ਬੁੱਕ ਕਰ ਲਈ ਉੱਥੋਂ ਪਾਰਕਿੰਗ ਦੇ ਵਿੱਚੋਂ ਹੀ ਨੰਬਰ ਤੋਂ ਤੁਹਾਡਾ ਆਟੋਮੈਟਿਕ ਖਤਮ ਹੋ ਜਾਂਦਾ। ਉਹ 7 ਘੰਟੇ ਗਏ। ਮੇਰਾ 7 ਘੰਟੇ ਤੇ ਗਏ। 7 ਘੰਟੇ ਤੇ ਗਏ। 5 ਘੰਟੇ ਦੀ ਮੈਂ ਫੇਰ ਲੈ ਲਈ। ਫੇਰ ਲੈ ਕੇ ਮੈਂ ਤਾਂ ਬਹਿ ਗਿਆ। ਸਰਜਰੀ ਹੋ ਗਈ। ਜਦੋਂ ਬਾਹਰ ਕੱਢ ਕੇ ਫਿਰ ਉਹ ਆਇਆ ਬੈੱਡ ਤੇ 2 ਘੰਟੇ ਫੇਰ ਰੱਖਦੇ ਹੁੰਦੇ ਨੇ। ਤੇ ਮੈਨੂੰ ਨਰਸ ਕਹਿੰਦੀ ਵੀ ਤੈਨੂੰ ਕੱਪੜੇ ਕਿਹੜੇ ਪਾਉਣ ਨੂੰ ਲੈਣਾ? ਮੈਂ ਕਿਹਾ ਆਹ ਕੱਪੜੇ ਨੇ। ਮੈਂ ਕਿਹਾ ਲੂਜ ਨੇ ਆਏ। ਕਹਿੰਦੀ ਨਹੀਂ, ਮੈਨੂੰ ਤਾਂ ਓਪਨ ਸ਼ਰਟ ਚਾਹੀਦੀ ਆ, ਖੁੱਲੀ ਮੂਹਰੇ ਬਟਨ ਵਾਲੀ। ਚੱਲ ਫੇਰ ਦੁਬਾਰਾ। ਚਲੋ ਜੀ। ਹਾਂ, ਮੈਂ ਉਹ ਉੱਥੋਂ ਜਾ ਕੇ ਫੇਰ ਕਰਨ ਨੂੰ ਆ ਗਿਆ। ਫੇਰ ਮੇਰੇ 5 ਘੰਟੇ ਦੀ ਫੇਰ ਕੈਂਸਲ ਹੋ ਗਈ। ਤੇ ਫੇਰ ਮੈਂ ਲੈ ਲਈ 3 ਘੰਟੇ ਦੀ। ਜਦੋਂ ਜਾਣ ਲੱਗੇ ਤਾਂ ਇਹ ਬਲੀਡਿੰਗ ਹੋਣ ਲੱਗ ਗਈ। ਫਿਰ 2 ਘੰਟੇ ਦੀ ਫੇਰ ਲਈ। ਮੈਨੂੰ $76 ਚ ਪਾਰਕਿੰਗ ਪਈ ਉਹ ਦਿਨ। ਦੇ 24 ਘੰਟਿਆਂ ਚ 17 ਘੰਟੇ ਆ ਗਿਆ ਮੁੜ ਗਿਆ। ਮੈਂ ਕਿਹਾ ਯਾਰ ਤੁਸੀਂ ਬਈ ਜਦ ਮੈਂ ਟਾਈਮ ਪਾਰਕ ਕਰਨਾ, ਮੈਨੂੰ ਕਿਹੜੇ ਹੋਵੇ ਜਿੱਥੇ ਮੈਂ ਮਰਜ਼ੀ ਪਾਰਕ ਕਰਾਂ ਨਾ। ਉਹ ਜਿਹੜੇ ਆ ਨੰਬਰ ਸਿਸਟਮ ਕਰਦਾ, ਇਹ ਉਦੋਂ ਜੇਬਾਂ ਕੱਟਣ ਦਾ ਕੰਮ ਹੈ। ਹਾਂ, ਵਾਕਈ ਮੁਸ਼ਕਿਲ ਬਾਬਾ ਬਹੁਤ ਜ਼ਿਆਦਾ ਹੈਗੀ ਲੁੱਟ ਖਸੁੱਟ। ਮੈਂ ਚੱਲ ਮੈਂ ਆ ਕਹਿੰਦਾ ਵੀਜ਼ਾ ਪੇ ਕਰਦਾ, ਕਹਿੰਦਾ ਹੋਰ ਮੈਂ ਕੀ ਕਰ ਸਕਦਾ? ਮੇਰੇ ਵਾਈਫ ਤਾਂ ਅੰਦਰ ਪਈ ਆ। ਬਹੁਤ ਬਿਲਕੁਲ ਗਰੇਵਾਲ ਸਾਹਿਬ, ਇਹ ਦੇਖੋ ਆ ਪੇਨ ਆ। ਓਕੇ ਵੀਰ ਜੀ, ਥੈਂਕ ਯੂ। 10:50 ਹੋ ਜਾਂਦੇ ਨੇ ਨਾ ਜੀ, ਫਿਰ ਭੱਜਲਾ ਹੋਈ ਹੁੰਦੀ ਹੈ। ਕਾਲਰਾਂ ਨੂੰ ਮੈਂ ਬੇਨਤੀ ਕਰੂੰ ਥੋੜਾ ਸਮਾਂ ਲਿਓ ਜੀ ਪਲੀਜ਼, ਸਾਰੇ ਗੱਲ ਕਰ ਲਈਏ। ਰੀਹਲ ਸਾਹਿਬ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਬਹੁਤ ਸੋਹਣਾ ਇਹ ਵਿਸ਼ਾ ਹੈਗਾ ਤੁਹਾਡਾ ਜਿਹੜਾ ਤੁਸੀਂ ਕਹਿੰਦੇ। ਕੋਈ ਪਹਿਲੀ ਗੱਲ ਤਾਂ ਮੈਂ ਤਾਂ ਕਹੂੰਗਾ ਜਿਹੜੀ ਹਸਪੀਟਲ ਦੀ ਹੈਗੀ ਹੈ ਨਾ, ਉਹ ਤਾਂ ਕੰਪਲੀਟਲੀ ਰੋਂਗ ਹੈਗਾ ਆ। ਹਸਪੀਟਲ ਤੁਸੀਂ ਜਾਂਦੇ ਆ ਕਿ ਤੁਸੀਂ ਬਿਮਾਰੀਆਂ ਜਾਂ ਤੁਸੀਂ ਬਿਮਾਰ ਨੂੰ ਲੈ ਕੇ ਜਾਂਦੇ ਹੋ ਤੇ ਐਮਰਜੈਂਸੀ ਜਾਂਦੇ ਆ, ਉੱਥੇ ਕੋਈ ਪਿਕਨਿਕ ਕਰਨ ਜਾਂਦੇ ਤੁਸੀਂ। ਹਾਂਜੀ, ਉਹ ਤਾਂ ਤੁਹਾਨੂੰ ਸਿਟੀ ਵਾਲਿਆਂ ਨੂੰ ਵੀ, ਆਪਣੇ ਮੇਅਰ ਸਾਹਿਬ ਨੂੰ ਵੀ ਜਾ ਕੇ ਕੰਪਲੇਂਟ ਕਰਨੀ ਚਾਹੀਦੀ ਹੈ ਵੀ ਬਸ ਕੁਝ ਕਰੋ ਜੀ। ਦੂਸਰਾ ਜਿਹੜੀ ਆਮ ਮੁੱਦਾ ਕਹਿੰਦੇ ਵੀ ਚਲੋ $10 ਆਪਣੇ ਮੀਟਰ ਤੇ ਵੀ ਪੇ ਕਰਤੇ, ਸਪੋਜ਼ ਕਰੋ ਤੁਸੀਂ 1 ਘੰਟੇ ਦੇ ਜਨ ਤੇ ਚਲੋ ਜੇ ਉਹ ਤੁਸੀਂ ਅੱਧਾ ਘੰਟਾ ਜਾਂ 10 ਮਿੰਟ ਜਾਂ 5 ਮਿੰਟ ਲੇਟ ਵੀ ਹੋ ਗਏ ਆ, ਉਹ ਸਾਨੂੰ ਤੁਸੀਂ ਉਹਨਾਂ ਜਿੰਨਾ 1 ਘੰਟੇ ਦੇ ਚਾਰਜ ਪਹਿਲਾਂ ਪੇ ਕੀਤੇ ਉਨੇ ਚਾਰਜ ਕਰ ਲੈਣਾ ਜੀ। ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਤੁਸੀਂ ਆਪਣੇ ਵੀ $70 ਜਾਂ ਹਾਂਜੀ 70 ਲੈਂਦੇ ਆ ਜੀ ਰੀਹਲ ਸਾਹਿਬ, 70। ਥੈਂਕ ਯੂ ਜੀ। ਸਰ ਸੁਖਜਿੰਦਰ ਸਿੰਘ ਸੰਧੂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ।
ਸਭ ਤੋਂ ਪਹਿਲਾਂ ਜਿਹੜਾ ਤੁਸੀਂ ਅੱਜ ਟੌਪਿਕ ਛੇੜਿਆ ਭਾਜੀ, ਬਹੁਤ ਵਧੀਆ ਛੇੜਿਆ। ਧੰਨਵਾਦ ਜੀ। ਜ਼ਰੂਰੀ ਕੋਈ ਨਾ ਗੱਲ ਹੋਣੀ ਚਾਹੀਦੀ ਆ। ਮੈਂ ਦੂਜਾ ਤੁਹਾਨੂੰ ਆਪਣਾ ਦੱਸਦਾ, ਮੈਂ ਬਹਿਰੀਨ ਕੰਟਰੀ 40 ਸਾਲ ਰਹਿ ਗਿਆ, ਤੁਸੀਂ ਅਰਬੀ ਬੋਲਦੇ ਮੈਨੂੰ ਬਹੁਤ ਸੋਹਣੇ ਲੱਗਦੇ ਹੋ। ਧੰਨਵਾਦ ਜੀ, ਧੰਨਵਾਦ। ਕਿਉਂ ਮੈਂ ਸਾਰੀ ਉਮਰ ਅਰਬੀ ਸਿੱਖੀ ਤੇ ਅਰਬੀ ਬੋਲੀ ਆ। ਠੀਕ ਹੈ ਜੀ ਸੰਧੂ ਸਾਹਿਬ, ਥੈਂਕ ਯੂ। ਤੇ ਉੱਥੇ ਭਾਜੀ ਮੈਂ ਤੁਹਾਨੂੰ ਦੱਸਣ ਲੱਗਾ ਜੀ, ਪਾਰਕਿੰਗ ਉੱਥੇ ਵੀ ਰੋਡਾਂ ਤੇ ਪਾਰਕਿੰਗ ਆ। ਪਹਿਲਾਂ ਉਹ ਮੀਟਰ ਪਾਰਕ ਹੁੰਦੇ ਸੀ ਭਾਜੀ, ਮੀਟਰ ਲੱਗੇ ਟਾਈਮ ਲੱਗਾ ਹੁੰਦਾ ਸੀ ਤੇ ਤੁਹਾਡੇ ਉੱਪਰ ਰਹਿੰਦੀ ਆ ਜੀ। ਜੇ ਤੁਸੀਂ ਗੱਡੀ ਕੱਢ ਲਈ, ਦੂਜਾ ਬੰਦਾ ਗੱਡੀ ਖੜੀ ਕਰਦਾ ਹੋਰ ਪੈਸੇ ਪਾ ਕੇ, ਜਾਂ ਉਸੇ ਟਾਈਮ ਦੇ ਵਿੱਚ ਮੁੜ ਕੇ ਆ ਕੇ ਲੈ ਜਾਂਦਾ ਸੀ, ਉਹ ਟਿਕਟ ਨਹੀਂ ਦਿੰਦੇ ਸੀ। ਤੇ ਹੁਣ ਉਹਨਾਂ ਨੇ ਕਰਤੇ ਆ, ਉਹਨਾਂ ਨੇ ਦੂਜੇ ਲਾਤੇ ਆ ਰੱਬ ਦੌੜਾ, ਪਰ ਕਈ ਉਹ ਮੀਟਰ ਖਰਾਬ ਹੋ ਜਾਂਦੇ ਆ। ਉਹਨਾਂ ਨੇ ਹੁਣ ਆਹ ਇਲੈਕਟ੍ਰੋਨਿਕ ਸਿਸਟਮ ਕਰ ਦਿੱਤਾ। ਤੁਸੀਂ ਪਰਚੀ ਕੱਢੋ, ਆਪਣੇ ਰੋਡ ਦੇ ਮੂਹਰੇ ਡੈਸ਼ਬੋਰਡ ਤੇ ਰੱਖਣੀ ਹੈ, ਤੁਸੀਂ ਸਾਈਡ ਤੇ ਨਹੀਂ ਰੱਖਣੀ, ਰੋਡ ਦੇ ਡੈਸ਼ਬੋਰਡ ਤੇ ਰੱਖਣੀ ਆ। ਜੇ ਤੁਸੀਂ ਉੱਥੋਂ ਗੱਡੀ ਕੱਢ ਲਈ ਨਾ, ਜਦੋਂ ਭਾਈ ਨੂੰ ਦੱਸ ਗਿਆ ਵੀ ਮੈਂ ਉਹ 17 ਘੰਟੇ ਪੇਡ ਕੀਤੇ ਹਸਪੀਟਲ ਦੇ ਵਿੱਚ, ਉਹ ਇਦਾਂ ਹੁੰਦੀ ਜਦ ਤੁਸੀਂ ਉਹ ਗੱਡੀ ਵੀ ਪਾਰਕਿੰਗ ਕੱਢ ਲਈ, ਤੁਸੀਂ 2 ਘੰਟੇ ਦੀ ਕੱਢੀ, 3 ਘੰਟੇ ਦੀ ਕੱਢੀ, ਤੁਸੀਂ ਉਹ ਡੈਸ਼ਬੋਰਡ ਤੇ ਰੱਖੀ ਆ, ਉਸੇ ਜ਼ੋਨ ਦੇ ਵਿੱਚ 4 ਕਿਲੋਮੀਟਰ 3 ਕਿਲੋਮੀਟਰ ਨਾ, ਉਸੇ ਜ਼ੋਨ ਦੇ ਵਿੱਚ ਕਿਤੇ ਵੀ ਉਹ ਗੱਡੀ ਖੜੀ ਕਰ ਸਕਦੇ ਆ, ਤੁਹਾਨੂੰ ਟਿਕਟ ਨਹੀਂ ਦੇ ਸਕਦੇ। ਬਿਲਕੁਲ ਠੀਕ ਹੈ। ਦੂਜਾ ਉੱਥੇ ਮੈਂ ਇਹ ਸਿਫਤ ਕਰੂੰਗਾ, ਉੱਥੇ ਹਸਪੀਟਲਾਂ ਦੀ ਪਾਰਕਿੰਗ ਸਾਰੀ ਫ੍ਰੀ, ਸਕੂਲਾਂ ਮੂਹਰੇ ਪਾਰਕਿੰਗ ਫ੍ਰੀ। ਬਿਲਕੁਲ ਮੇਨ ਚੀਜ਼ ਹਸਪੀਟਲ ਦੀ, ਜਿੰਨੇ ਪ੍ਰਾਈਵੇਟ ਵੀ ਹਸਪੀਟਲ ਉਹਨਾਂ ਨੂੰ ਲਿਖ ਕੇ ਦਿੱਤਾ ਆ, ਤੁਹਾਡਾ ਪ੍ਰਾਈਵੇਟ ਹਸਪੀਟਲ ਤਾਂ ਪਾਸ ਕਰਨਾ ਆ ਜੇ ਤੁਹਾਡੇ ਮੂਹਰੇ ਪਾਰਕਿੰਗ ਹੈਗੀ ਆ 20 ਗੱਡੀਆਂ ਦੀ, 25 ਗੱਡੀਆਂ ਦੀ। ਬਿਲਕੁਲ ਠੀਕ ਹੈ ਸੰਧੂ ਸਾਹਿਬ, ਬਿਲਕੁਲ ਧੰਨਵਾਦ। ਸਾਹਿਬ ਪੁਸ਼ਪਿੰਦਰ ਸਿੰਘ ਦੁਲਟ, ਲਾਈਨ ਨੰਬਰ 3। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਪੇਡ ਪਾਰਕਿੰਗ ਜਾਂ ਤਾਂ ਹੁੰਦੀ ਆ ਵੀ ਜਿੱਥੇ ਕੋਈ ਕਮਰਸ਼ੀਅਲ ਸਪੇਸ ਆ, ਜਾਂ ਹੁੰਦੀ ਆ ਡੈਟਰੈਂਟ ਵੀ ਲੋਕ ਅਬਿਊਜ਼ ਨਾ ਕਰਨ, ਜਿਹਨੇ ਵਰਤਣੀ ਆ ਉਹੀ ਆਵੇ। ਪਰ ਜਿਹੜੀ ਆਪਣੇ ਹਸਪੀਟਲ ਦੀ ਪਾਰਕਿੰਗ ਆ, ਇਹ ਹੈਗੀ ਆ ਰੈਵਨਿਊ ਇੰਕਰੀਜ਼ ਕਰਨ ਦੇ ਮਾਡਲ ਤੇ। ਉਹ ਲਾਇਸੈਂਸ ਪਲੇਟ ਦੇ ਬੇਸ ਤੇ ਕਿਉਂ ਨਹੀਂ ਕਰਦੇ ਪਾਰਕਿੰਗ? ਕਿਉਂਕਿ ਜਿਹੜਾ ਹੁਣ ਇੱਕ ਬੰਦਾ ਹਸਪੀਟਲ ਆਇਆ, ਲੈਟਸ ਸੇ ਕੋਈ ਬੱਚੇ ਦੀ ਡਿਲੀਵਰੀ ਲਈ ਆਇਆ, ਕਿਸੇ ਲਈ ਆਇਆ, ਉਹ ਬੰਦੇ ਨੇ 100 ਕੁਛ ਘਰੋਂ ਚੱਕਣਾ, 100 ਉਹਨੇ ਫੂਡ ਲੈ ਕੇ ਆਉਣਾ। ਸਾਡੇ ਵਾਲ ਤਾਂ ਉੱਥੇ ਫੂਡ ਹੀ ਨਹੀਂ ਮਿਲਦਾ ਹੈਗਾ। ਬਹੁਤ ਹੋਰ ਕਲਚਰ ਨੇ, ਇੱਕ ਮਲਟੀ ਕਲਚਰਲ ਸਿਟੀ ਆ। ਤੁਸੀਂ ਕਿਸੇ ਲਈ ਚਾਹ ਦਾ ਕੱਪ ਲੈਣ ਚਲੇ ਗਏ ਜੇ ਗੱਡੀ ਕੱਢ ਕੇ, ਤੁਹਾਡੇ ਆਉਂਦਿਆਂ ਨੂੰ ਤੁਹਾਡੀ ਉਹ ਸਿੰਗਲ ਯੂਜ਼ ਆ ਜਿਹੜੀ ਆਲ ਡੇ ਪਾਰਕਿੰਗ ਆ ਉਹਨਾਂ ਦੀ, ਉਹ ਗਲਤ ਆ, ਉਹ ਬਾਈ ਲਾਇਸੈਂਸ ਪਲੇਟ। ਪਰ ਦੂਜੀ ਗੱਲ ਇਹ ਆ, ਜੇ ਜਿਵੇਂ ਰਿਚਮੰਡ ਦੇ ਵਿੱਚ ਸੈਲਫ ਸਰਵ ਅਲਾਉਡ ਨਹੀਂ ਗੈਸ ਸਟੇਸ਼ਨ ਦੇ ਉੱਤੇ, ਕੀ ਆਪਣੇ ਸਰੀ ਦੇ ਵਿੱਚ ਜਿਹੜਾ ਮੇਅਰ ਆ ਉਹ ਬਾਇਲਾਅ ਨਹੀਂ ਬਣਾ ਸਕਦਾ ਵੀ ਜਿਹੜੀ ਹੈਲਥ ਇੰਸਟੀਟਿਊਟ ਪਲੇਸ ਆ, ਹੈਲਥ ਸਰਵਿਸ ਪਲੇਸ ਆ, ਚਾਹੇ ਉਹ ਲੈਬ ਆ, ਚਾਹੇ ਉਹ ਹਸਪੀਟਲ ਆ, ਉਹ ਪੇਡ ਪਾਰਕਿੰਗ ਨਹੀਂ ਰੱਖ ਸਕਦੇ? ਪੇਡ ਪਾਰਕਿੰਗ ਔਨ ਸਪੈਸ਼ਲ ਪਰਮਿਟ ਕਰ ਦੇਣ ਵੀ ਤੁਹਾਨੂੰ ਲੈਣਾ ਪੈਣਾ ਸਭ ਤੋਂ ਸਪੈਸ਼ਲ ਪਰਮਿਟ ਪੇਡ ਪਾਰਕਿੰਗ ਲਈ। ਫਿਰ ਚਾਹੇ ਫਰੇਜ਼ਰ ਹੈਲਥ ਦੀ ਅਥਾਰਟੀ ਹੋਵੇ, ਚਾਹੇ ਕਿਸੇ ਦੀ ਵੀ ਹੋਵੇ, ਜਦੋਂ ਬਿਜ਼ਨਸ ਲਾਇਸੈਂਸ ਚ ਪਾਤਾ, ਬਾਇਲਾਅ ਹੀ ਕਰਤਾ, ਆਟੋਮੈਟਿਕਲੀ ਪੇਡ ਪਾਰਕਿੰਗ ਖਤਮ ਹੋ ਜਾਣੀ ਹੈ। ਤਾਂ ਬਹਾਨੇ ਨੇ ਵੀ ਜੀ ਇਹ ਫਰੇਜ਼ਰ ਹੈਲਥ ਦਾ ਏਰੀਆ, ਇਹ ਜੀ ਸਾਡੀ ਅਥਾਰਟੀ ਆ, ਇਹ ਸਾਡੀ ਅਥਾਰਟੀ ਆ, ਤੁਸੀਂ ਬਾਇਲਾਅ ਹੀ ਬਣਾ ਦਿਓ ਜੀ, ਤੁਸੀਂ ਪੇਡ ਪਾਰਕਿੰਗ ਨਹੀਂ ਕਰ ਸਕਦੇ। ਜੇ ਤੁਹਾਡਾ ਹਸਪੀਟਲ ਆ ਜਾਂ ਮੈਡੀਕਲ ਫੈਸਿਲਿਟੀ ਆ ਇਹਦੇ ਵਿੱਚ ਆਪਣਾ ਸਰੀ ਦੇ ਵਿੱਚ, ਆਟੋਮੈਟਿਕਲੀ ਕੈਂਸਲ ਹੋ ਜਾਣੀ ਹੈ ਸਾਰੀ ਦੀ ਸਾਰੀ। ਥੈਂਕ ਯੂ ਬਾਈ, ਥੈਂਕ ਯੂ ਜੀ। ਹੈਰੀ ਕੂੰਦਰ ਹੋਣੀ ਦੱਸ ਕੇ ਗਏ ਨੇ, ਸਿਟੀ ਦੇ ਵਿੱਚ ਬਾਇਲਾਅ ਅਫੀਸਰ ਨੇ, ਉਹ ਕਹਿੰਦਾ ਮੈਂ ਪਹਿਲਾਂ ਪੁੱਲ ਕਰ ਲਿਆ ਵੀ ਦੇਖਾਂ ਲਾਇਸੈਂਸ ਹੈਗਾ ਇਹਨਾਂ ਕੋਲ, ਨਹੀਂ ਹੈਗਾ ਸੀ, ਗੱਲ ਹੋ ਗਈ ਉੱਥੇ ਹੀ। ਸ਼ਹਿਰ ਦੇ ਵਿੱਚ ਜਿਹੜੇ ਸਾਡੇ ਹਸਪਤਾਲ ਨੇ ਉਹ ਫ੍ਰੀ, ਅਸੀਂ ਉਹ ਪੇ ਕਰਦੇ ਹਾਂ। ਆ ਜਾਣਾ ਗੁਰੂ ਪਾਤਸ਼ਾਹ ਦਾ ਦਿਨ ਤੇ ਅਸੀਂ ਕਰ ਦੇਣੇ ਨੇ ਦਾਨ, ਦੇ ਦਿਓ ਜੀ 2 ਮਿਲੀਅਨ 3 ਮਿਲੀਅਨ 4 ਮਿਲੀਅਨ। ਉਹ ਕਿਹਨੂੰ ਜਾ ਰਿਹਾ? ਸਰੀ ਮੈਮੋਰੀਅਲ ਹਸਪੀਟਲ ਨੂੰ। ਤੇ ਲੋਟਰੀਜ਼ ਮਿਲੀਅਨਸ ਆਫ ਡਾਲਰ ਅਸੀਂ ਦੇ ਰਹੇ ਹਾਂ, ਤੇ ਫਿਰ ਉਹ ਕੌਣ ਦੇ ਰਿਹਾ ਚਲਾਉਣ ਨੂੰ? ਅਸੀਂ, ਮਤਲਬ ਬ੍ਰਿਟਿਸ਼ ਕੋਲੰਬੀਅਨ, ਕੈਨੇਡੀਅਨ ਟੈਕਸ ਪੇਅਰਸ ਦੀ ਮਨੀ ਤਾਂ ਸਾਡੇ ਲਈ। ਉਹ ਕਿਹੜਾ ਕੋਈ ਹੋਰ ਚਲਾ ਰਿਹਾ? ਤੇ ਉੱਥੇ ਜਿਹੜੇ ਪਹਿਲਾਂ ਹੀ ਜਿਹੜੇ ਦਿੰਦੇ ਆ, ਤੇ ਉਹਨਾਂ ਦੇ ਮਰੀਜ਼ਾਂ ਨੂੰ ਵੇਖਣ ਲਈ ਜਦ ਉਹ ਆਉਂਦਾ ਹੈ ਤਾਂ ਉਹਨੂੰ ਫ੍ਰੀ ਕਿਉਂ ਨਹੀਂ ਕਰਦੇ? ਗੁਰਿਕਵਾਲ ਸਿੰਘ ਜੀ ਭੁੱਲਰ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ। ਮੇਰਾ ਕੁਐਸਚਨ ਸੀਗਾ ਗਿੱਲ ਸਾਹਿਬ, ਜਿੱਦਾਂ ਆਪਾਂ ਨੂੰ ਜੇ ਆਪਾਂ ਪੇ ਨਹੀਂ ਕਰਦੇ ਹਨਾ ਪਾਰਕਿੰਗ ਦੀ ਟਿਕਟ, ਤਾਂ ਜੇ ਆਪਾਂ ਫਿਊਚਰ 'ਚ ਉਹਨਾਂ ਦੀ ਪਾਰਕਿੰਗ ਲੋਟ ਯੂਜ਼ ਕਰਦੇ ਆ ਤਾਂ ਉਹ ਇਦਾਂ ਤਾਂ ਨਹੀਂ ਗੱਡੀ ਟੋ ਕਰਾ ਦਿੰਦੇ ਆ ਕੁਛ ਇਦਾਂ? ਨਹੀਂ ਜੀ, ਉਹਨਾਂ ਦੇ ਇੰਨਾ ਨਹੀਂ ਸਿਸਟਮ 'ਚ ਹੁੰਦਾ, ਉਹ ਨਹੀਂ ਇਸ ਤਰ੍ਹਾਂ ਕੁਛ ਨਹੀਂ ਹੁੰਦਾ ਜੀ, ਨਹੀਂ ਪਤਾ ਲੱਗਦਾ ਉਹਨਾਂ ਨੂੰ, ਇਸ ਤਰ੍ਹਾਂ ਨਹੀਂ ਪਤਾ ਲੱਗਦਾ। ਓਕੇ ਠੀਕ ਹੈ, ਮੇਰਾ ਕੁਐਸਚਨ। ਥੈਂਕ ਯੂ ਬਹੁਤ। ਤਾਂ ਜੀ ਅਗਲਾ ਕਹਿੰਦੇ ਨੇ ਲਾਇਸੈਂਸ ਜੇ ਪੈਸੇ ਹੋ ਗਏ ਇਕੱਠੇ, ਆ ਕਿਸੇ ਨੇ ਮੈਸੇਜ ਭੇਜਿਆ, ਉਹ ਕਹਿੰਦੇ ਅਸੀਂ ਜਦੇ ਕਹਿੰਦੇ ਵੀ ਚਲੋ ਨਵੀਂ ਲਾਓ ਲਾਇਸੈਂਸ ਪਲੇਟ, ਕਰੋ ਖਤਮ ਮੈਨੂੰ। ਫਿਰ ਜਿਵੇਂ ਜਿਹੇ ਉਹ ਜਿਹੇ ਕਸਟਮਰ ਜੇ ਉਹ ਕਰ ਰਹੇ ਨੇ, ਪ੍ਰਾਈਵੇਟ ਪਾਰਕਿੰਗਾਂ ਵਾਲੇ ਧੱਕਾ ਕਰ ਰਹੇ ਨੇ। ਆਹ ਬੱਚੇ ਨੇ ਗਲਤੀ ਨਾਲ 2 ਸਲੋਟ ਬੁੱਕ ਕਰਤੇ, ਉਹ ਗੱਡੀ ਇੱਕ ਹੈ ਅਤੇ ਤੁਸੀਂ ਉਹਨੂੰ ਲਈ ਜਾਂਦੇ ਹੋ। 17 ਵਰ੍ਹਿਆਂ ਦਾ ਜਵਾਕ ਆ ਉਹ, CBC ਨੇ ਖਬਰ ਬਣਾਈ ਹੈ ਕਿੱਡੀ ਵੱਡੀ ਉਹ। ਅੱਛਾ ਜੀ, ਇਹ ਇੱਕ ਵਿਸ਼ਾ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਸੀ। ਇੱਕ ਇਸ 'ਤੇ ਨਿੱਜੀ ਤੌਰ 'ਤੇ ਮੇਰਾ ਮਨ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਟੀ ਆਫ ਸਰੀ ਦੇ ਮੇਅਰ ਨੂੰ ਸੱਦ ਕੇ ਉਸ ਤੋਂ ਉਹਨਾਂ ਨਾਲ ਗੱਲ ਕੀਤੀ ਜਾਵੇ, ਘੱਟੋ ਘੱਟ ਜਿਹੜੀ ਹਸਪਤਾਲਾਂ ਦੀ ਪਾਰਕਿੰਗ ਹੈ ਉਹ ਤਾਂ ਘੱਟੋ ਘੱਟ ਫ੍ਰੀ ਕਰੀਏ।
ਜਾਂ ਜਿਵੇਂ ਦੁਲਟੋਣੀ ਕਹਿ ਕੇ ਗਏ ਨੇ, ਜੇ ਤੁਹਾਡੇ ਥੱਲੇ ਨਹੀਂ ਹੈ ਫਰੇਜ਼ਰ ਵੈਲੀ ਆਪਣੇ ਸੌਰੀ ਫਰੇਜ਼ਰ ਹੈਲਥ ਦੇ ਥੱਲੇ ਹੈ ਤਾਂ ਤੁਸੀਂ ਬਾਈ ਲਾ ਬਣਾ ਦਿਓ ਵੀ ਅਸੀਂ ਲਾਇਸੈਂਸ ਨਹੀਂ ਦੇਣਾ। ਇਹ ਹੋ ਸਕਦਾ। ਕੱਲ੍ਹ ਨੂੰ ਮੁੜਦੇ ਹਾਂ ਜੀ ਫੇਰ 9 ਵਜੇ। ਸੁਣਦੇ ਰਹੋ ਸ਼ੇਰੇ ਪੰਜਾਬ। ਰੱਬ ਰਾਖਾ।